ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ 2021 ਦਾ ਪਹਿਲੇ ਹਫਤੇ ਦੇ ਵਿੱਚ ਇਹ ਪ੍ਰੋਗਰਾਮ ਥੋੜ੍ਹਾ ਜਿਹਾ ਬਾਕੀਆਂ ਨਾਲੋਂ ਨਿਵੇਕਲਾ ਹੈ। ਵੈਸੇ ਤਾਂ ਅਸੀਂ ਹਰ ਪ੍ਰੋਗਰਾਮ ਜਦੋਂ ਵੀ ਕੋਈ ਸਾਲ ਨਵਾਂ ਸ਼ੁਰੂ ਹੁੰਦਾ ਉਹਦੇ ਵਿੱਚ ਇੱਕ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਸੇ ਲੜੀ ਦੇ ਤਹਿਤ ਹੀ 2021 ਦੇ ਵਿੱਚ ਵੀ ਇੱਕ ਨਿਵੇਕਲੀ ਤਰ੍ਹਾਂ ਦਾ ਪ੍ਰੋਗਰਾਮ ਹੈ, ਕਿਉਂਕਿ ਜਦੋਂ ਆਪਾਂ ਇਸ ਵਕਤ ਖਬਰਾਂ ਵਾਲੇ ਪਾਸੇ ਜਾਂ ਮਾਹੌਲ ਵਾਲੇ ਪਾਸੇ ਧਿਆਨ ਮਾਰਦੇ ਹਾਂ ਤਾਂ ਬਹੁਤ ਸਾਰਾ ਕੁਝ ਇਹੋ ਜਿਹਾ ਹੁੰਦਾ ਜਿਹਦੇ ਵਿੱਚ ਆਪਾਂ ਨੂੰ ਕਈ ਵਾਰ ਵੱਖਰੀਆਂ ਚੀਜ਼ਾਂ, ਵਿਲੱਖਣ ਚੀਜ਼ਾਂ ਜਾਂ ਪੋਜ਼ੀਟਿਵ ਚੀਜ਼ਾਂ ਜਿਹੜੀਆਂ ਨੇ ਉਹ ਨਜ਼ਰ ਨਹੀਂ ਆਉਂਦੀਆਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਕੁਝ ਵੱਖਰਾ ਨਿਵੇਕਲਾ ਦੇਖੋਗੇ ਜਿਹੜਾ ਕਿ ਵਾਕਈ ਜਿਨ੍ਹਾਂ ਨੂੰ ਥਾਂ ਦੇਣੀ ਬਣਦੀ ਹੈ। ਅਤੇ ਜੇ ਉਹੋ ਜਿਹੀਆਂ ਚੀਜ਼ਾਂ ਆਪਣੇ ਪੰਜਾਬ ਦੇ ਵਿੱਚ ਜਾਂ ਆਪਣੇ ਸਮਾਜ 'ਚ ਵੱਧਦੀਆਂ ਨੇ ਅਤੇ ਆਉਣ ਵਾਲਾ ਜਿਹੜਾ ਸਮਾਂ ਉਹ ਵਧੀਆ ਹੋ ਸਕਦਾ। ਅਤੇ ਅੱਜ ਵੈਸੇ ਤਾਂ ਆਪਣੇ ਨਾਲ ਭੱਟ ਸਾਹਿਬ ਹੁੰਦੇ ਆ, ਪਰ ਅੱਜ ਪੰਨੂ ਸਾਹਿਬ ਆਪਣੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ ਪੰਨੂ ਸਾਹਿਬ, 2021 ਦੇ ਵਿੱਚ ਜਿਹੜਾ ਨਿਵੇਕਲਾ ਪ੍ਰੋਗਰਾਮ ਆਪਾਂ ਅੱਜ ਲੈ ਕੇ ਆਏ ਹਾਂ, ਮੈਂ ਚਾਹੁੰਦਾ ਕਿ ਇਹਦੇ ਬਾਰੇ ਥੋੜ੍ਹਾ ਜਿਹਾ ਪਿੱਠ ਭੂਮੀ ਬਾਰੇ ਥੋੜ੍ਹਾ ਜਿਹਾ ਦੱਸ ਦਿਓ। ਦੇਖੋ ਗੁਰਪ੍ਰੀਤ ਜੀ, ਅਸੀਂ ਕੋਸ਼ਿਸ਼ ਕਰਦੇ ਰਹੇ ਪ੍ਰਾਈਮ ਏਸ਼ੀਆ ਦੇ ਦਰਸ਼ਕਾਂ ਨੂੰ ਹਰ ਵਾਰੀ ਨਵਾਂ ਸਾਲ ਚੜ੍ਹੇ ਤੋਂ ਕੁਝ ਨਾ ਕੁਝ ਇਹੋ ਜਿਹਾ ਦਿਖਾਉਣ ਦੀ ਜਿਹਦੇ 'ਚੋਂ ਮਨ ਵਿੱਚ ਇਹ ਭਾਵਨਾ ਆਵੇ ਕਿ ਸਮਾਜ ਵਿੱਚ ਸਿਰਫ ਸਿਆਸਤ ਹੀ ਨਹੀਂ, ਸਮਾਜ ਵਿੱਚ ਸਿਰਫ ਕ੍ਰਾਈਮ ਹੀ ਨਹੀਂ, ਸਮਾਜ ਵਿੱਚ ਜਾਤ ਪਾਤ ਦੇ ਝਗੜੇ ਹੀ ਨਹੀਂ, ਸਮਾਜ ਵਿੱਚ ਧਰਮਾਂ ਦੇ ਝਗੜੇ ਹੀ ਨਹੀਂ, ਦੇਸ਼ਾਂ ਦੀਆਂ ਜੰਗਾਂ ਤੇ ਬਿਮਾਰੀਆਂ ਹੀ ਨਹੀਂ, ਸਮਾਜ ਦੇ ਵਿੱਚ ਕੁਝ ਚੰਗਾ ਵੀ ਹੋ ਰਿਹਾ ਜੀ। ਅਸੀਂ ਪਹਿਲੀ ਵਾਰੀ ਜਦੋਂ ਨਵਾਂ ਸਾਲ ਚੜ੍ਹਨਾ ਸੀ, ਇੱਕ ਪਿੰਡ ਸੰਘੇ ਖਾਲਸਾ ਲੋਕਾਂ ਨੂੰ ਵਿਖਾਇਆ ਸੀ। ਉੱਥੇ NRIs ਨੇ ਪਿੰਡ ਦੀ ਜੂਨ ਸੁਧਾਰ ਦਿੱਤੀ ਸੀ ਜੀ, ਔਰ ਉਹ ਪਿੰਡ ਬੜਾ ਸਾਫ ਸੁਥਰਾ, ਹੁਣ ਤੱਕ ਜਿਹੜਾ ਕੋਈ ਉੱਥੇ ਜਾਂਦਾ ਕਹਿੰਦਾ ਪਿੰਡ ਹੋਵੇ ਤੇ ਇਹੋ ਜਿਹਾ। ਦੂਸਰਾ ਸਾਲ ਆਇਆ, ਨਵਾਂ ਸਾਲ ਚੜ੍ਹਿਆ, ਅਸੀਂ ਇੱਕ ਪਿੰਡ ਵਿਖਾਇਆ ਲਾਂਬੜਾ, ਕਾਂਗੜੀ, ਹੁਸ਼ਿਆਰਪੁਰ ਜ਼ਿਲ੍ਹੇ ਦਾ ਜੀ, ਜਿੱਥੇ ਕੋਆਪਰੇਟਿਵ ਸੁਸਾਇਟੀ ਡੁੱਬ ਗਈ ਸੀ। ਪਿੰਡ ਵਾਲੇ ਕੋਆਪਰੇਟਿਵ ਮਹਿਕਮੇ ਦੇ ਅਫਸਰ ਕਾਹਨ ਸਿੰਘ ਪੰਨੂ ਕੋਲ ਗਿਆ ਕਿ ਸਾਡਾ ਖੜਾ ਛਡਾਓ ਜੀ, ਇਹ ਸੁਸਾਇਟੀ ਕਿਸੇ ਤਰੀਕੇ ਬੰਦ ਕਰਾ ਦਿਓ। ਉਹਨੇ ਆਖਿਆ ਬੰਦ ਨਹੀਂ ਕਰਨੀ, ਇਹ ਸੁਸਾਇਟੀ ਪੰਜਾਬ ਦੀ 1 ਨੰਬਰ ਸੁਸਾਇਟੀ ਮੈਂ ਬਣਾ ਦਿਆਂਗਾ, ਤੁਸੀਂ ਚੱਲੋ ਮੇਰੇ ਆਖੇ ਦੇ ਉੱਤੇ। ਉਹਨੇ ਉਹ ਸੁਸਾਇਟੀ ਨੂੰ ਅਡਾਪਟ ਕਰ ਲਿਆ ਜੀ, ਪੰਜਾਬ ਦੀ 1 ਨੰਬਰ ਦੀ ਸੁਸਾਇਟੀ ਬਣਾ ਦਿੱਤੀ, ਜਿਹੜੀ ਪਿੰਡ ਦੇ ਲੋਕਾਂ ਵਾਸਤੇ ਟਰੈਕਟਰ ਚਲਾਉਂਦੀ ਆ। ਬਾਕੀ ਪਿੰਡਾਂ 'ਚ ਨਵੇਂ ਟਰੈਕਟਰ ਆਉਂਦੇ ਆ, ਉੱਥੇ ਲੋਕ ਕਹਿੰਦੇ ਜੀ ਸਾਨੂੰ ਟਰੈਕਟਰਾਂ ਦੀ ਲੋੜ ਨਹੀਂ। ਪਿੰਡ ਦੀ ਕੋਆਪਰੇਟਿਵ ਸੁਸਾਇਟੀ ਲੋਕਾਂ ਦੇ ਖੇਤਾਂ ਵਿੱਚ ਆਪਣੇ ਵਾਹੁਣ ਵਾਸਤੇ ਟਰੈਕਟਰ ਭੇਜਦੀ ਆ। ਲੋਕਾਂ ਦੇ ਘਰਾਂ ਤੋਂ ਸਾਰਾ ਗੋਹਾ ਚੁੱਕ ਕੇ ਔਰ ਵੇਟ ਕਰਕੇ ਤੋਲ ਕੇ ਲਿਆਉਂਦੀ ਹੈ ਅਤੇ ਉਸ ਗੋਹੇ ਦੀ ਬਣੀ ਜਿਹੜੀ ਗੈਸ ਆ ਲੋਕਾਂ ਦੀਆਂ ਰਸੋਈਆਂ ਤੱਕ ਸਪਲਾਈ ਕਰਕੇ ਮਹੀਨੇ ਪਿੱਛੋਂ ਇਹ ਵੇਖਦੀ ਆ ਕਿ ਗੋਹਾ ਕਿੰਨੇ ਪੈਸਿਆਂ ਦਾ ਅਸੀਂ ਖਰੀਦਿਆ ਜੀ। ਇਹਨਾਂ ਲੋਕਾਂ ਦਾ ਗੋਹਾ ਸਾਡੇ ਕੋਲ ਵੱਧ ਆਇਆ, ਇਹਨਾਂ ਦੇ ਜਾਨਵਰਾਂ ਦਾ, ਜਾਂ ਇਹਨਾਂ ਜਿਹੜੀ ਗੈਸ ਵੱਧ ਵਾਲੀ ਹੈ ਉਹਦਾ ਲੇਖਾ ਪਤਾ ਕਰਦੀ ਹੈ। ਬਹੁਤ ਸਾਰੇ ਕੰਮ ਉਸ ਲਾਂਬੜਾ ਕਾਂਗੜੀ ਸੁਸਾਇਟੀ ਨੇ ਕੀਤੇ ਸਨ ਜੀ, ਅਸੀਂ ਉਹ ਵਿਖਾਇਆ ਸੀ। ਤੀਸਰੇ ਸਾਲ ਵਿੱਚ ਇਸ ਤਰ੍ਹਾਂ ਦਾ ਕੁਝ ਹੋਰ ਉਪਰਾਲਾ ਕੀਤਾ ਸੀ, ਇਸ ਵਕਤ ਇੱਕਦਮ ਮੇਰੇ ਦਿਮਾਗ ਵਿੱਚ ਨਹੀਂ ਆ ਰਿਹਾ। ਹੁਣ ਚੌਥਾ ਸਾਲ ਹੈ, ਇਹਦੇ ਵਿੱਚ ਅਸੀਂ ਫਿਰ ਨਵੇਂ ਸਾਲ ਦੇ ਉੱਤੇ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਕੁਝ ਪੋਜ਼ੀਟਿਵ, ਕੁਝ ਇਹੋ ਜਿਹਾ ਵਿਖਾਇਆ ਜਾਵੇ ਕਿ ਤੁਹਾਡਾ ਪੰਜਾਬ ਵੱਸਦਾ ਅਤੇ ਇਹਨੂੰ ਹੋਰ ਸੋਹਣਾ ਬਣਾਇਆ ਜਾ ਸਕਦਾ। ਕਿੱਦਾਂ ਬਣਾਇਆ ਜਾ ਸਕਦਾ? ਇਹਦੇ ਵਿੱਚ ਸਾਡੀ ਟੀਮ ਨੇ ਬੈਠ ਕੇ ਫੈਸਲਾ ਕੀਤਾ ਕਿ ਪਹਿਲਾਂ ਤਾਂ ਕਿਉਂਕਿ ਕਿਸਾਨਾਂ ਦਾ ਇਸ ਵੇਲੇ ਸੰਘਰਸ਼ ਚੱਲਦਾ ਪਿਆ ਜੀ, ਇਹ ਦੱਸਿਆ ਜਾਵੇ ਕਿ ਕਿਸਾਨ ਸਿਰਫ ਸੰਘਰਸ਼ ਨਹੀਂ ਕਰਦੇ, ਕਿਸਾਨ ਜੇ ਖੇਤੀ ਵੀ ਕਰਨ 'ਤੇ ਆ ਜਾਣ ਤੇ ਉਹ ਕੁਝ ਕਰ ਵਿਖਾਉਂਦੇ ਆ ਜਿਹੜਾ ਕਿਸੇ ਨੇ ਸੁਣਿਆ ਨਹੀਂ। ਬਿਲਕੁਲ ਸਹੀ। 2, ਅਸੀਂ ਕੁਦਰਤੀ ਖੇਤੀ ਵਾਲੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦਾ ਤਜਰਬਾ ਬਕਾਇਦਾ ਜੋ ਕੁਝ ਉਹ ਕਰਦੇ ਪਏ ਨੇ ਖੇਤਾਂ 'ਚ, ਉਹ 2 ਕਿਸਾਨ ਪਰਿਵਾਰਾਂ ਦਾ ਉਹ ਤਜਰਬਾ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹਾਂ, ਆਪਣੇ ਦਰਸ਼ਕਾਂ ਸਾਹਮਣੇ। ਇੱਕ ਅਸੀਂ ਪਿੰਡ ਇਹੋ ਜਿਹਾ ਲੋਕਾਂ ਸਾਹਮਣੇ ਪੇਸ਼ ਕੀਤਾ ਜਿਹੜਾ ਪਿੰਡ ਫਿਰ ਵਿਦੇਸ਼ ਵਿੱਚ ਵਸਦੇ NRIs ਨੇ ਇੱਥੇ ਆ ਕੇ ਉਸੇ ਤਰ੍ਹਾਂ ਹੀ ਨਮੂਨੇ ਦਾ ਪਿੰਡ ਬਣਾਤਾ ਜਿਵੇਂ ਅਸੀਂ ਪਹਿਲੇ ਸਾਲ ਸੰਘੇ ਖਾਲਸਾ ਪਿੰਡ ਵਿਖਾਇਆ ਸੀ ਜੀ। ਇੱਕ ਦੋਵਾਂ ਦੀ ਸਾਂਝੀ ਗੱਲ ਇਹ ਆ, ਸਾਂਝੀਆਂ ਗੱਲਾਂ ਬਹੁਤ ਨੇ। ਉਹਨਾਂ ਨੇ ਵੀ ਸੀਵਰੇਜ ਪਾਇਆ ਸੀ, ਇਹਨਾਂ ਵੀ ਪਾਇਆ। ਉਹਨਾਂ ਨੇ ਵੀ ਪਿੰਡ 'ਚ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ, ਇਹਨਾਂ ਨੇ ਵੀ ਕੀਤੀਆਂ, ਸਾਰਾ ਕੁਝ ਕੀਤਾ। ਸਾਂਝੀ ਗੱਲ ਇਹ ਆ ਕਿ ਸੰਘੇ ਖਾਲਸਾ ਦੇ ਵਿੱਚ ਵੀ 3 ਜਣੇ ਸਨ ਉਸ ਪਿੰਡ ਦੇ ਵਿਦੇਸ਼ ਵਾਸਤੇ ਜਿਹਨਾਂ ਆਪੋ ਸਲਾਹ ਕੀਤੀ ਸੀ, ਅਤੇ ਇਸ ਪਿੰਡ ਦੇ ਵਿੱਚ ਵੀ 3 ਜਣੇ ਨੇ। ਅਸੀਂ ਉਹ ਪਿੰਡ ਪੇਸ਼ ਕੀਤਾ, ਅੱਜ ਅਸੀਂ ਵਿਖਾਵਾਂਗੇ ਆਪਣੇ ਦਰਸ਼ਕਾਂ ਨੂੰ। ਅਤੇ ਚੌਥਾ, ਜਿਹੜੀ ਬੀਬੀ ਮਹਿੰਦਰ ਕੌਰ ਦੇ ਬਾਰੇ 'ਚ ਕੰਗਣਾ ਰਣੌਤ ਨੇ ਬਹੁਤ ਪੁੱਠਾ ਸਿੱਧਾ ਬੋਲਿਆ ਸੀ, ਉਸ ਬੀਬੀ ਅਤੇ ਉਹਦੇ ਪਤੀ ਨੇ ਜਿਹੜੀਆਂ ਖੜਕਵੀਆਂ ਗੱਲਾਂ ਕੀਤੀਆਂ ਕੰਗਣਾ ਰਣੌਤ ਬਾਰੇ, ਆਪਣੇ ਪਰਿਵਾਰ ਬਾਰੇ, ਖੇਤੀ ਬਾਰੇ, ਉਹ ਸਾਰਾ ਕੁਝ ਪੇਸ਼ ਕਰਨ ਦਾ ਯਤਨ ਕੀਤਾ। ਬਿਲਕੁਲ ਉਹ ਚੀਜ਼ਾਂ ਨੇ
ਤੇ ਜੇ ਤੁਸੀਂ ਹੁਕਮ ਕਰੋ ਤੇ ਆਪਾਂ ਹੌਲੀ ਹੌਲੀ ਉਸ ਪਾਸੇ ਨੂੰ ਵਧੀਏ। ਹਾਂ, ਮੇਰਾ ਖਿਆਲ ਸਭ ਤੋਂ ਪਹਿਲਾਂ ਅਸੀਂ ਬਟਾਲਾ ਜ਼ਿਲ੍ਹੇ ਦੇ ਰੰਗੀਲਪੁਰ ਪਿੰਡ ਵੱਲ ਹੀ ਚੱਲੀਏ। ਜੀ ਜੀ। ਸੋ ਬਟਾਲਾ ਜ਼ਿਲ੍ਹੇ ਦੇ ਵਿੱਚ ਰੰਗੀਲਪੁਰ ਪਿੰਡ ਹੈ ਜੀ। ਉੱਥੇ ਆਮ ਤੌਰ ਤੇ ਤੁਸੀਂ ਉਹ ਸ਼ਬਦ ਤਾਂ ਸੁਣਿਆ ਹੋਣਾ ਕਿ ਭਾਈ ਲਾਲੋ ਦੀ ਇੱਕ ਰੋਟੀ ਸੀ, ਕੋਧਰੇ ਦੀ ਰੋਟੀ, ਤੇ ਉਹਦੇ 'ਚ ਦੁੱਧ ਕੱਢਿਆ ਸੀ। ਉਹ ਗੁਰੂ ਨਾਨਕ ਸਾਹਿਬ ਨਾਲ ਕਹਾਣੀ ਸਾਖੀ ਤਾਂ ਜੁੜੀ ਹੈ, ਪਰ ਉਹ ਕੋਧਰਾ ਬਹੁਤ ਸਾਰੇ ਲੋਕਾਂ ਨੇ ਨਹੀਂ ਸੀ ਦੇਖਿਆ। ਤੁਸੀਂ ਉਹ ਕੋਧਰਾ ਵੀ ਦੇਖ ਲਓ ਤੇ ਉਹਦੀ ਖੇਤੀ ਕਰਨ ਵਾਲਾ ਸਰਦਾਰ ਵੀ ਦੇਖ ਲਓ। ਆਓ ਚੱਲਦੇ ਹਾਂ ਆਪਾਂ ਨਵਜੀਤ ਸਿੰਘ ਦੇ ਨਾਲ ਉਸ ਰਿਪੋਰਟ ਵਾਲੇ ਪਾਸੇ। ਖੇਤੀ ਜਿਹੜੀ ਆ ਉਹ ਕੁਦਰਤ ਦੇ ਨਾਲ ਜੁੜ ਕੇ ਹੀ ਹੋ ਸਕਦੀ ਆ, ਤੇ ਕੁਦਰਤ ਕਿਤੇ ਵੀ ਜ਼ਹਿਰਾਂ ਦੀ ਜਿਹੜੀ ਆ ਨਾ ਉਹ ਇਜਾਜ਼ਤ ਨਹੀਂ ਦਿੰਦੀ। ਤੇ ਇਹ ਸਾਡੇ ਵਿਰਾਸਤੀ ਅਨਾਜ ਨੇ ਸਾਰੇ, ਜਿਹੜੇ ਸਾਡੇ ਬਜ਼ੁਰਗ ਖਾਇਆ ਕਰਦੇ ਸੀ, ਤੰਦਰੁਸਤ ਜੀਵਨ ਜਿਉਂਦੇ ਸੀ। ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਨਵਜੀਤ। ਇਸ ਵਕਤ ਖੜੇ ਹਾਂ ਅਸੀਂ ਬਟਾਲੇ ਦੇ ਪਿੰਡ ਰੰਗੀਲਪੁਰ ਵਿੱਚ। ਇਸ ਪਿੰਡ ਵਿੱਚ ਕਿਸਾਨ ਨੇ ਗੁਰਮੁਖ ਸਿੰਘ, ਜਿਨ੍ਹਾਂ ਨੂੰ ਗੁਰਮੁਖ ਸਿੰਘ ਕੋਧਰਾ ਵੀ ਕਿਹਾ ਜਾਂਦਾ ਹੈ। ਕੋਧਰਾ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਕੋਧਰੇ ਦੀ ਖੇਤੀ ਕਰਦੇ ਨੇ, ਉਸਦੇ ਨਾਲ ਨਾਲ ਕੰਗਣੀ, ਰਾਗੀ ਦੀ ਖੇਤੀ ਵੀ ਕਰਦੇ ਨੇ। ਬਹੁਤ ਸਾਰੀ ਨੌਜਵਾਨ ਪੀੜ੍ਹੀ ਅੱਜ ਅਜਿਹੀ ਹੋਵੇਗੀ ਜਿਸ ਨੇ ਇਹ ਨਾਮ ਕਦੀ ਸੁਣੇ ਵੀ ਨਹੀਂ ਹੋਣਗੇ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਸਰੀਰ ਦੇ ਲਈ ਇਹ ਸਭ ਚੀਜ਼ਾਂ ਕਿਵੇਂ ਫਾਇਦੇਮੰਦ ਨੇ, ਕੁਦਰਤੀ ਖੇਤੀ ਕਿਵੇਂ ਕੀਤੀ ਜਾ ਸਕਦੀ ਹੈ। ਜੇਕਰ ਕਿਸਾਨ ਚਾਹੁਣ ਕੁਦਰਤੀ ਖੇਤੀ ਕਰਨਾ ਤੇ ਉਹਦੇ ਲਈ ਕੀ ਕੀ ਕਰਨਾ ਪਵੇਗਾ, ਅਸੀਂ ਗੱਲਬਾਤ ਕਰਦੇ ਹਾਂ ਗੁਰਮੁਖ ਸਿੰਘ ਕੋਧਰਾ ਹੋਣਾ ਦੇ ਨਾਲ। ਕੁਦਰਤੀ ਖੇਤੀ ਉਹ ਖੇਤੀ ਆ ਜਿਹਦੇ 'ਚ ਆਪਾਂ ਕੋਈ ਵੀ ਕਿਸੇ ਕਿਸਮ ਦਾ ਜ਼ਹਿਰ, ਕੋਈ ਐਸੀ ਦਵਾਈ ਜਿਵੇਂ ਆਪਾਂ ਖੇਤਾਂ 'ਚ ਆਪਾਂ ਨਹੀਂ ਵਰਤਦੇ, ਚਾਹੇ ਉਹ ਫਸਲੀ ਕੀੜਿਆਂ ਦੇ ਨਾਲ ਸੰਬੰਧਿਤ ਹੋਵੇ ਜਾਂ ਆਪਣੀਆਂ ਨਦੀਨਾਂ ਦੇ ਰੋਕਥਾਮ ਵਾਸਤੇ ਅਸੀਂ ਜਿਹੜੀਆਂ ਜ਼ਹਿਰਾਂ ਵਰਤਦੇ ਹਾਂ, ਉਹ ਇਸ ਖੇਤੀ ਵਿਧੀ 'ਚ ਨਹੀਂ ਵਰਤੀਆਂ ਜਾਂਦੀਆਂ। ਕਿਉਂਕਿ ਇਹ ਅਸਲ 'ਚ ਖੇਤੀ ਇਹ ਕੁਦਰਤ ਦੇ ਨਾਲ ਜੁੜ ਕੇ ਹੀ ਹੋ ਸਕਦੀ ਆ, ਤੇ ਕੁਦਰਤ ਕਿਤੇ ਵੀ ਜ਼ਹਿਰਾਂ ਦੀ ਜਿਹੜੀ ਆ ਨਾ ਉਹ ਇਜਾਜ਼ਤ ਨਹੀਂ ਦਿੰਦੀ। ਇਹ ਜ਼ਹਿਰਾਂ ਜਿਹੜੀਆਂ ਨੇ ਅਸੀਂ ਆਪਣੇ ਮਫਾਦਾਂ ਵਾਸਤੇ ਤਿਆਰ ਕੀਤੀਆਂ। ਅਸੀਂ ਚਾਹੁੰਦੇ ਹਾਂ ਵੀ ਸਿਰਫ ਜੋ ਸਾਡੇ ਖੇਤ ਵਿੱਚ ਹੋਵੇ ਉਹ ਸਿਰਫ ਸਾਨੂੰ ਹੀ ਮਿਲੇ। ਇੱਕ ਚੀਜ਼ ਹੋਰ ਸਮਝਾਓ ਕਿ ਤੁਸੀਂ ਕੋਧਰੇ ਦੀ ਖੇਤੀ ਕਰਦੇ ਹੋ, ਤੁਹਾਡੇ ਨਾਂ ਦੇ ਪਿੱਛੇ ਵੀ ਹੁਣ ਗੁਰਮੁਖ ਸਿੰਘ ਕੋਧਰਾ ਵੀ ਲੱਗ ਗਿਆ। ਕੋਧਰੇ ਦੀ ਖੇਤੀ ਬਾਬਾ ਨਾਨਕ ਜੀ ਨੇ ਵੀ ਕੀਤੀ ਸੀਗੀ। ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਖੇਤੀ ਕਰਦੇ ਹੋ? ਤੇ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਤੁਸੀਂ ਕੀਤੀ ਸੀ? ਜੀ, ਇਹ ਮੈਂ ਪਿਛਲੇ 4 ਸਾਲ ਤੋਂ ਇਸ ਖੇਤੀ ਨੂੰ ਕਰਦਾ ਆ ਰਿਹਾ ਹਾਂ, ਔਰ ਅਸੀਂ ਪਿਛਲੇ ਸਾਲ 550 ਸਾਲਾ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸੀਗਾ, ਉਹ ਸੁਲਤਾਨਪੁਰ ਲੋਧੀ ਅਸੀਂ ਜਾ ਕੇ ਇਹਦਾ ਬੀਜ ਦੀ ਵੰਡ ਵੀ ਕੀਤੀ ਉੱਥੇ, ਔਰ ਨਾਲ ਹੀ ਅਸੀਂ ਉੱਥੇ ਜਿਹੜਾ ਵਾ ਲੰਗਰ ਵੀ ਲਾਇਆ ਸੀਗਾ। ਤੇ ਕਿਉਂਕਿ ਅਜੇ ਲੋਕ ਇਸ ਖੇਤੀ ਨੂੰ, ਇਸ ਅਨਾਜ ਨੂੰ ਭੁਲਾ ਚੁੱਕੇ ਸੀਗੇ, ਤੇ ਅਸੀਂ ਇਸ ਦੀ ਸ਼ੁਰੂਆਤ ਫਿਰ ਉੱਥੋਂ ਬਾਬੇ ਨਾਨਕ ਦੇ ਦਰ ਤੋਂ ਆਸ਼ੀਰਵਾਦ ਲੈ ਕੀਤੀ, ਕਿ ਲੋਕਾਂ ਨੂੰ ਉੱਥੇ ਜਾਣਕਾਰੀ ਦਿੱਤੀ ਵੀ ਇਹ ਅਨਾਜ ਕੀ ਹੈਗਾ ਆ। ਤੇ ਬਾਬੇ ਨਾਨਕ ਦਾ ਉਹ ਅਨਾਜ ਹੈ ਜਿਹੜਾ ਪਹਿਲੇ ਉਦਾਸੀ ਵੇਲੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਭਾਈ ਲਾਲੋ ਦੇ ਘਰ ਜਾਂਦੇ ਨੇ, ਤੇ ਉੱਥੇ ਇਹ ਜਿਹੜਾ ਪ੍ਰਸ਼ਾਦਾ ਨੂੰ ਛਕਣ ਨੂੰ ਮਿਲਦਾ ਹੈ ਭਾਈ ਲਾਲੋ ਦੇ ਘਰ। ਤੇ ਉਹ ਫਿਰ ਆਪਾਂ ਉਹ ਜਿਹੜਾ ਆਪਾਂ ਇਸ ਵਿਰਸੇ ਦੇ ਨਾਲ ਲੋਕਾਂ ਨੂੰ ਜੋੜਨ ਵਾਸਤੇ ਉੱਥੋਂ ਇਹ ਆਰੰਭਤਾ ਕੀਤੀ। ਤੇ ਇਸ ਤੋਂ ਇਲਾਵਾ ਇਹਦੇ ਨਾਲ ਜਿਹੜੇ ਹੋਰ ਪੁਰਾਤਨ ਫਸਲਾਂ ਨੇ ਸਾਰੀਆਂ, ਮੂਲ ਅਨਾਜ ਵੀ ਆਪਾਂ ਕਹਿ ਸਕਦੇ ਇਹਨਾਂ ਨੂੰ, ਕੋਧਰੇ ਦੇ ਨਾਲ ਕੰਗਣੀ, ਸਵਾਂਕ, ਸਵਾਂਕ ਨੂੰ ਜਿਹਨੂੰ ਵਰਤਾਂ ਦੇ ਚੌਲ ਵੀ ਕਿਹਾ ਜਾਂਦਾ, ਆਮ ਲੋਕ ਜਾਣਦੇ ਨੇ, ਤੇ ਕੁਟਕੀ, ਤੇ ਇਸੇ ਤਰ੍ਹਾਂ ਇੱਕ ਹਰੀ ਕੰਗਣੀ ਦੇ ਨਾਂ ਦੇ ਬਰੀਕ ਅਨਾਜ ਨੇ ਸਾਰੇ, ਲੇਕਿਨ ਇਹਨਾਂ ਨੂੰ ਮੋਟਾ ਅਨਾਜ ਕਿਹਾ ਜਾਂਦਾ। ਸਾਈਜ਼ ਵਿੱਚ ਬਰੀਕ ਨੇ, ਲੇਕਿਨ ਇਹਨਾਂ ਨੂੰ ਪਛਾਣ ਵਾਸਤੇ ਜਾਂ ਆਮ ਤੌਰ 'ਤੇ ਇਹਨਾਂ ਪ੍ਰਚਲਿਤ ਨਾਂ ਇਹਨਾਂ ਦਾ ਮੋਟੇ ਅਨਾਜ, ਮੂਲ ਅਨਾਜ। ਤੇ ਇਹ ਸਾਡੇ ਵਿਰਾਸਤੀ ਅਨਾਜ ਨੇ ਸਾਰੇ, ਜਿਹੜੇ ਸਾਡੇ ਬਜ਼ੁਰਗ ਖਾਇਆ ਕਰਦੇ ਸੀ, ਤੰਦਰੁਸਤ ਜੀਵਨ ਜਿਉਂਦੇ ਸੀ, ਔਰ ਸਾਡਾ ਤੰਦਰੁਸਤ ਸਮਾਜ ਸੀਗਾ ਸਾਰਾ। ਇੱਕ ਰਾਗੀ ਅਨਾਜ ਵੀ ਹੈ, ਤੁਸੀਂ ਉਸਦੀ ਵੀ ਖੇਤੀ ਵੀ ਕਰਦੇ ਹੋ ਨਾ? ਬਿਲਕੁਲ। ਇੱਕ ਉਹ ਰਾਗੀ ਜਿਹਨੂੰ ਪੰਜਾਬੀ ਵਿੱਚ ਮੱਡਲ ਕਹਿੰਦੇ ਆ, ਤੇ ਇੰਗਲਿਸ਼ ਵਿੱਚ ਉਹਨੂੰ ਫਿੰਗਰ ਮਿਲਟ ਕਹਿੰਦੇ ਨੇ। ਇਹ ਉਹ ਅਨਾਜ ਆ ਜਿਨ੍ਹਾਂ ਦੀ ਖੇਤੀ ਅਸੀਂ ਪਿਛਲੇ 5 ਸਾਲ ਤੋਂ ਮੈਂ ਕਰ ਰਿਹਾ, ਔਰ ਉਹ ਅਸੀਂ ਆਪਣੇ ਘਰ ਉਹਨੂੰ ਖਾਂਦੇ ਵੀ ਹਾਂ। ਇਹਦਾ ਜਿਹੜਾ ਵਾ ਡਾਇਰੈਕਟ ਤੁਸੀਂ ਆਟਾ ਪੀਸ ਕੇ ਖਾ ਸਕਦੇ ਹੋ, ਔਰ ਇਹ ਬਹੁਤ ਵਧੀਆ ਅਨਾਜ ਨੇ ਸਾਰੇ। ਇਹਨਾਂ ਅਨਾਜਾਂ ਨੂੰ ਖਾਣ ਦੇ ਨਾਲ ਸਾਡੇ ਸਰੀਰ ਦੇ ਅੰਦਰ ਕਿਸੇ ਕਿਸਮ ਦੀ ਕੋਈ ਕਮਜ਼ੋਰੀ, ਕਮੀ ਨਹੀਂ ਰਹਿੰਦੀ। ਕੋਈ ਵੀ ਜਿੰਨੇ ਵੀ ਦੁਨੀਆ ਦੀਆਂ ਦਵਾਈਆਂ ਬਣੀਆਂ ਨੇ, ਤਾਕਤ ਦੀਆਂ ਦਵਾਈਆਂ ਬਣੀਆਂ ਨੇ, ਉਹ ਗੈਰ ਕੁਦਰਤੀ ਤਰੀਕੇ ਦੇ ਨਾਲ ਉਹਨਾਂ ਨੂੰ ਕੈਮੀਕਲੀ ਜਿਹੜੇ ਤੱਤ ਪੂਰੇ ਕੀਤੇ ਜਾਂਦੇ ਨੇ, ਜਦ ਕਿ ਇਹਨਾਂ ਅਨਾਜਾਂ 'ਚ ਉਹ ਕੁਦਰਤੀ ਸ਼ੇਪ 'ਚ ਜਿਹੜੇ ਨਾ ਅਨਾਜ ਪਏ ਹੋਏ ਨੇ। ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਰਸਾਇਣਿਕ ਆ, ਖਾਦਾਂ ਆ, ਬਹੁਤ ਸਾਰੀਆਂ ਚੀਜ਼ਾਂ ਤੇ ਰਸਾਇਣਿਕ ਖਾਦਾਂ ਪਾਉਂਦੇ ਆ। ਤੁਹਾਡੀ ਇਸ ਜੋ ਫਸਲ ਤੁਸੀਂ ਬੀਜਦੇ ਹੋ, ਇਹਦੇ ਵਿੱਚ ਕਦੀ ਨਾ ਕਦੀ ਕਿਤੇ ਜ਼ਰੂਰਤ ਪਈ ਹੈ ਜਾਂ ਬਿਲਕੁਲ ਹੀ ਕੁਦਰਤੀ ਆ ਇਹ? ਬਿਲਕੁਲ ਜੀ, ਆਪਾਂ ਆਪਣੀ ਇਸ ਖੇਤੀ ਵਿੱਚ ਕਿਸੇ ਕਿਸਮ ਦਾ ਕੋਈ ਜ਼ਹਿਰ ਨਹੀਂ ਵਰਤਦੇ। ਇਹਦੇ 'ਚ ਅਸੀਂ ਕੋਈ ਵੀ ਐਸੀ ਕੋਈ ਜਿਹਨੂੰ ਆਪਾਂ ਦਵਾਈ ਕਹਿ ਲਓ, ਉਹ ਬਿਲਕੁਲ ਨਹੀਂ ਵਰਤਦੇ, ਜਿਹੜੀ ਕੈਮੀਕਲੀ ਜਿਹੜੀ ਤਿਆਰ ਹੋਈ ਹੋਏ। ਅਗਰ ਸਾਨੂੰ ਸਾਡੀ ਖੇਤੀ ਵਿੱਚ ਕਿਤੇ ਸਾਨੂੰ ਲੋੜ ਪੈਂਦੀ ਵੀ ਆ,
ਸਾਨੂੰ ਅਗਰ ਲੋੜ ਪੈਂਦੀ ਆ ਕਿ ਆਪਾਂ ਨੂੰ ਉਹਦੇ 'ਚ ਕੋਈ ਕੀੜਾ ਮੰਨ ਲਓ ਪੈ ਗਿਆ ਫਸਲ ਨੂੰ, ਕੋਈ ਸੁੰਡੀ ਪੈ ਗਈ, ਆਪਾਂ ਉਹਦਾ ਜਿਹੜਾ ਵਾ ਦੇਸੀ ਚੀਜ਼ਾਂ ਦੇ ਨਾਲ ਉਹਦਾ ਜਿਹੜਾ ਵਾ ਇਲਾਜ ਕਰਦੇ ਆ। ਜਿੱਦਾਂ ਨਿੰਮ ਦਾ ਜਿਹੜਾ ਵਾ ਵਰਤੋਂ ਕੀਤੀ ਜਾਂਦੀ ਆ, ਮਿਰਚਾਂ ਦੀ ਵਰਤੋਂ ਕੀਤੀ ਜਾਂਦੀ ਆ, ਉਹਦੇ 'ਚ ਫਿਰ ਅਦਰਕ ਲਸਣ ਦੀ ਵਰਤੋਂ ਕੀਤੀ ਜਾਂਦੀ ਆ। ਇਹਨੂੰ ਭਿਉਂ ਕੇ ਕੁਝ ਦਿਨ ਵਾਸਤੇ ਪਸ਼ੂਆਂ ਦੇ ਮੂਤਰ ਵਿੱਚ ਉਹ ਇੱਕ ਬਣਾ ਲਿਆ ਜਾਂਦਾ ਘੋਲ, ਜਿਹਨੂੰ ਅਸੀਂ ਜਿਹੜਾ ਵਾ ਉਹ ਇਹਨਾਂ ਨੂੰ ਪੈਸਟੀਸਾਈਡ ਦੇ ਰੂਪ 'ਚ ਅਸੀਂ ਵਰਤਦੇ ਹਾਂ। ਕਿਹੜੇ ਮੌਸਮ ਦੀ ਖੇਤੀ ਹੈ ਇਹ? ਕਿਉਂਕਿ ਇਹ ਵੀ ਬਹੁਤ ਸਾਰੇ ਕਿਸਾਨ ਵੀਰ ਸਾਡੇ ਦਰਸ਼ਕ ਨੇ ਉਹ ਜਾਣਨਾ ਚਾਹਣਗੇ ਕਿ ਇਹ ਕਿਹੜੇ ਸੀਜ਼ਨ ਦੀ ਖੇਤੀ ਆ। ਹਾਂਜੀ, ਜੇ ਤਾਂ ਤੁਸੀਂ ਗੱਲ ਕਰਦੇ ਆ ਕੋਧਰਾ, ਕੰਗਣੀ, ਸਵਾਂਕ, ਕੁਟਕੀ, ਜਿਹੜੇ ਮਿਲਟਸ ਦੀ ਗੱਲ ਕਰਦੇ ਆ, ਮੋਟੇ ਅਨਾਜ, ਮੂਲ ਅਨਾਜਾਂ ਦੀ ਗੱਲ ਕਰਦੇ ਆ, ਉਹ ਸਾਉਣੀ ਦੀਆਂ ਫਸਲਾਂ ਨੇ। ਇਹਨਾਂ ਦੀ ਆਮ ਤੌਰ 'ਤੇ ਬਿਜਾਈ ਜਿਹੜੀ ਆ ਉਹ ਅਪ੍ਰੈਲ ਮਹੀਨੇ ਤੋਂ ਹੀ ਸ਼ੁਰੂ ਕਰ ਦਿੰਦੇ ਆ, ਅਤੇ ਅਪ੍ਰੈਲ ਮਹੀਨੇ 'ਚ ਅਸੀਂ ਕੰਗਣੀ ਦੀ ਬਿਜਾਈ ਕਰਦੇ ਹਾਂ, ਅਤੇ ਮਈ ਦੇ ਮਹੀਨੇ 'ਚ ਜਿਹੜਾ ਵਾ ਨਾ ਅਸੀਂ ਉਹਦੀ ਕੋਧਰੇ ਦੀ ਖੇਤੀ ਕਰਦੇ ਹਾਂ। ਉਹ ਜਿਹੜੀ ਆ ਫਸਲ ਦੀ ਡਿਊਰੇਸ਼ਨ ਦੇਖ ਕੇ ਔਰ ਉਹਦਾ ਪੱਕਣ ਦਾ ਸਮਾਂ ਦੇਖ ਕੇ ਉਹਦੀ ਖੇਤੀ ਕੀਤੀ ਜਾਂਦੀ ਆ ਵੀ ਪੱਕਣ ਦੇ ਸਮੇਂ ਮੌਸਮ ਬਰਸਾਤੀ ਨਹੀਂ ਹੋਣਾ ਚਾਹੀਦਾ, ਅਤੇ ਉਸ ਵੇਲੇ ਜਿੱਦਾਂ ਹੁਣ ਕੰਗਣੀ ਆ, ਇਹਦੀ ਬਿਜਾਈ ਅਗਰ ਲੇਟ ਹੋਵੇ ਤਾਂ ਉਹ ਝਾੜ ਘੱਟ ਦਿੰਦੀ ਹੈ, ਇਸ ਕਰਕੇ ਇਹਦੀ ਅਪ੍ਰੈਲ ਵਿੱਚ ਖੇਤੀ ਕੀਤੀ ਜਾਂਦੀ ਹੈ। ਅਤੇ ਇਹਦੇ ਵੀ ਕੋਈ 110 ਦਿਨ ਦੀ 120 ਦਿਨ ਦੀ ਫਸਲਾਂ ਨੇ, ਅਤੇ ਜਿਹੜਾ ਕੋਧਰਾ ਆ 5 ਮਹੀਨੇ ਦੀ ਫਸਲ ਆ, ਉਹ ਮਈ ਵਿੱਚ ਅਸੀਂ ਇਸ ਕਰਕੇ ਲਾਉਂਦੇ ਹਾਂ ਵੀ ਇੱਕ ਤਾਂ ਉਦੋਂ ਜਿਹੜਾ ਵਾ ਨਾ ਉਹਦਾ ਜਾ ਕੇ ਸਤੰਬਰ ਅਖੀਰ ਜਾਂ ਅਕਤੂਬਰ 'ਚ ਫਸਲ ਪੱਕ ਜਾਵੇ, ਜਦੋਂ ਮੌਸਮ 'ਚ ਗਰਮੈਸ਼ ਹੋਣੀ ਚਾਹੀਦੀ ਹੈ। ਅਤੇ ਜੇ ਆਪਾਂ ਲੇਟ ਕਰਦੇ ਹਾਂ ਤਾਂ ਫਿਰ ਠੰਡਕ ਵਿੱਚ ਫਸਲ ਚੰਗੀ ਤਰ੍ਹਾਂ ਪੱਕਦੀ ਨਹੀਂ ਗੀ, ਅਤੇ ਇਸ ਕਰਕੇ ਉਹ ਸਾਰਾ ਚੀਜ਼ਾਂ ਦੇਖ ਕੇ ਆਪਾਂ ਇਹ ਬਿਜਾਈ ਦੀ ਵਿਧੀ ਜਿਹੜੀ ਆ ਨਾ ਸਮਾਂ ਨਿਯਤ ਕਰਦੇ ਹਾਂ। ਅਤੇ ਜਿਹੜੇ ਕੁਟਕੀ, ਸਵਾਂਕ ਅਤੇ ਹਰੀ ਕੰਗਣੀ ਆ, ਇਹਨੂੰ ਜਿਹੜਾ ਵਾ ਅਸੀਂ ਜੂਨ ਦੇ ਵਿੱਚ ਬਿਜਾਈ ਕਰ ਦਿੰਦੇ ਹਾਂ। ਇਹ ਸਾਰੀਆਂ ਫਸਲਾਂ ਜਿਹੜੀਆਂ ਸਤੰਬਰ ਤੱਕ ਆਪਣੇ ਕੋਲ ਖੇਤ 'ਚ ਸਾਡਾ ਖੇਤ ਵਿਹਲਾ ਕਰ ਦਿੰਦੀਆਂ ਨੇ। ਕਿਸਾਨ ਵੀਰਾਂ ਨੇ ਜੇਕਰ ਇਹ ਖੇਤੀ ਸ਼ੁਰੂ ਕਰਨੀ ਹੋਵੇ ਤਾਂ ਕੀ ਕਰਨ ਉਹ ਲੋਕ, ਜਾਂ ਸੰਪਰਕ ਕਿੱਦਾਂ ਕੀਤਾ ਜਾ ਸਕਦਾ, ਜਾਂ ਫਿਰ ਬੀਜ ਕਿੱਥੋਂ ਲਏ ਜਾ ਸਕਦੇ ਨੇ? ਅਸੀਂ ਜਿਹੜਾ ਅਪ੍ਰੈਲ ਮਈ ਸੀਗਾ ਜੀ ਸਾਡਾ 2020 ਦਾ, ਇਹਦੇ 'ਚ ਅਸੀਂ ਕੋਈ ਪਿਛਲੇ ਜਿਹੜਾ ਇਹ ਸਾਲ ਲੰਘਿਆ ਵਾ, ਕਿਉਂਕਿ ਇਹ ਖੇਤੀ ਸਾਰੀ ਸਾਉਣੀ ਦੀ ਖੇਤੀ ਆ, ਗਰਮੀਆਂ ਦੀ ਫਸਲ ਹੈਗੀਆਂ ਨੇ ਫਸਲਾਂ ਨੇ, ਅਤੇ ਇਹਦੀ ਜਿਹੜੀ ਹੈਗੀ ਆ ਆਪਾਂ ਉਦੋਂ ਵੀ ਜਿਹੜਾ ਵਾ ਨਾ 2000 ਤੋਂ ਉੱਪਰ ਕਿਸਾਨਾਂ ਤੱਕ ਬੀਜ ਜਿਹੜਾ ਪੁੱਜਦਾ ਕੀਤਾ, 2-2.5 ਕਿਸਾਨ ਤੱਕ ਬੀਜ। ਉਦੋਂ ਲੋਕਡਾਊਨ ਦੇ ਦੌਰਾਨ ਵੀ ਜਿਹੜੇ ਤੁਹਾਡੇ ਵਰਗੇ ਪ੍ਰੈਸ ਵਾਲੇ ਵੀਰ ਜਾਂ ਹੋਰ ਜਿਹੜੇ ਮੁਲਾਜ਼ਮ ਨੇ, ਪੁਲਿਸ ਮੁਲਾਜ਼ਮ, ਜਿਨ੍ਹਾਂ ਨੂੰ ਆਉਣ ਜਾਣ ਦੀ ਛੋਟ ਸੀਗੀ, ਇਹ ਬੀਜ ਤੇਰੇ ਕੋਲ ਲੈ ਜਾਂਦੇ ਸੀ ਵੱਖ-ਵੱਖ ਜ਼ਿਲ੍ਹਿਆਂ 'ਚ, ਬਹੁਤ ਉਹਨਾਂ ਸੇਵਾ ਕੀਤੀ ਹੈ। ਔਰ ਆਪਾਂ ਉਹ ਬੀਜ ਅੱਜ ਵੀ ਉਹ ਬੀਜ ਜਿਹੜੇ ਆ ਕੋਧਰੇ ਦਾ ਬੀਜ ਮੈਂ ਆਪਣੀ ਜਿੰਨੀ ਰਹਿੰਦੀ ਉਮਰ ਆ ਉਹ ਤੱਕ ਮੈਂ ਫ੍ਰੀ ਵੰਡਣ ਨੂੰ ਆਪਾਂ ਇੱਕ ਆਪਣੇ ਕਹਿ ਲਈ ਬਾਬਾ ਨਾਨਕ ਨੇ ਮਿਹਰ ਕੀਤੀ ਹੋਈ ਆ ਵੀ ਆਪਾਂ ਇਹ ਵਾਅਦਾ ਕੀਤਾ ਆ ਬਾਬੇ ਨਾਨਕ ਦੇ ਨਾਲ ਵੀ ਆਪਾਂ ਜਿੰਨਾ ਚਿਰ ਜੀਵਾਂਗੇ ਕੋਧਰੇ ਦਾ ਬੀਜ ਫ੍ਰੀ ਆਫ ਕਾਸਟ ਦਿਆਂਗੇ। ਉਹ 100 ਗ੍ਰਾਮ ਬੀਜ ਕੋਧਰੇ ਦਾ ਅਸੀਂ ਦਿੰਦੇ ਹਾਂ ਫ੍ਰੀ, ਜਿਹਦੇ ਨਾਲ ਇੱਕ ਨਾਲ ਜਗ੍ਹਾ ਜਿਹੜੀ ਬੀਜੀ ਜਾਂਦੀ ਆ, ਔਰ ਉਹ ਤੋਂ ਬਾਅਦ ਇਹਦੇ ਨਾਲ ਤੁਸੀਂ ਜਿੰਨਾ ਮਰਜ਼ੀ ਇਹਨੂੰ ਵਧਾ ਲਓ, ਕਿਉਂਕਿ ਇਹਦੇ ਕਿੱਲੇ ਦਾ ਕਿੱਲੋ ਸਵਾ ਕਿੱਲੋ ਬੀਜ ਜਿਹੜਾ ਵਾ ਨਾ 1 ਏਕੜ ਦਾ ਲੱਗਦਾ ਆ। ਅਤੇ ਜੇ 100 ਗ੍ਰਾਮ ਦੇ ਨਾਲ ਤੁਹਾਡਾ ਉਹਦੇ ਨਾਲ ਤੁਹਾਡਾ ਕੋਈ 50-60 ਕਿੱਲੋ 100 ਕਿੱਲੋ ਤੱਕ ਦਾ ਉਹਦਾ ਜਿਹੜੀ ਝਾੜ ਹੋ ਜਾਂਦਾ ਆ, ਜੇ ਸੰਭਾਲ ਚੰਗੀ ਤਰ੍ਹਾਂ ਕੀਤੀ ਹੈ 100 ਕਿੱਲੋ ਤੋਂ ਵੱਧ ਝਾੜ ਹੋ ਜਾਂਦਾ ਵਾ। ਅਤੇ ਅਗਰ ਉਹ ਤੁਸੀਂ ਉਹਦੀ ਸੰਭਾਲ ਕਰ ਲਓ ਅਤੇ ਉਹ ਤੁਸੀਂ ਉਹਦਾ ਬੀਜ ਜਿੰਨਾ ਮਰਜ਼ੀ ਅਗਲੇ ਆਉਂਦੇ ਸਾਲਾਂ ਨੂੰ ਬੀਜੋ। ਅਤੇ ਇਸ ਤੋਂ ਇਲਾਵਾ ਜਿਹਨਾਂ ਵੀਰਾਂ ਨੂੰ ਮੈਂ ਪਿਛਲੇ ਸਾਲ ਬੀਜ ਦਿੱਤਾ ਸੀਗਾ, ਸਾਰਿਆਂ ਕੋਲੋਂ ਇੱਕ ਮੈਂ ਵਾਅਦਾ ਲਿਆ ਸੀਗਾ ਕਿ ਤੁਸੀਂ ਇਹ ਬੀਜ ਜਿੱਦਾਂ ਮੈਂ ਤੁਹਾਨੂੰ ਫ੍ਰੀ ਮਿਲਿਆ ਵਾ, ਇਸ ਤਰ੍ਹਾਂ ਤੁਸੀਂ ਵੀ ਘੱਟੋ ਘੱਟ 10-20 ਕਿਸਾਨਾਂ ਨੂੰ ਫ੍ਰੀ ਬੀਜ ਦਿਓ। ਰਿਪੋਰਟ ਤੁਸੀਂ ਦੇਖ ਲਈ ਜੀ ਕਿ ਕੰਗਣਾ, ਸਵਾਂਕ, ਕੋਧਰਾ, ਕੁਟਕੀ, ਕਈ ਕੁਛ, ਅਤੇ ਗੁਰਮੁਖ ਸਿੰਘ ਹੋਰਾਂ ਦੀ ਇਸ ਖੇਤੀ ਦੇ ਬਾਰੇ 'ਚ ਕੀ ਕਹੋਗੇ ਸਾਹਿਬ? ਦੇਖੋ, ਮੈਂ ਬਚਪਨ ਦੇ ਵਿੱਚ ਕੰਗਣੀ ਦੀ ਖੀਰ ਵੀ ਖਾਧੀ ਹੈ ਜੀ, ਅਤੇ ਮੈਂ ਸਵਾਂਕ ਦੇ ਦਾਣਿਆਂ ਦੀ ਖੀਰ ਵੀ ਖਾਧੀ ਹੋਈ ਆ, ਗੁੜ ਵਿੱਚ ਪਾ ਕੇ ਬਣਾਈ ਸੀ, ਜਿਸ ਤਰ੍ਹਾਂ ਅਸੀਂ ਲੋਹੜੀ 'ਤੇ ਬਣਾ ਕੇ ਮਾਘੀ ਵਾਲੇ ਦਿਨ ਖਾਂਦੇ ਹਾਂ, ਰੋਹ ਵਾਲੇ ਗੰਨੇ ਦੇ ਰਸ ਵਾਲੇ ਚੌਲ, ਉਸ ਤਰ੍ਹਾਂ ਦੀ। ਪਰ ਕੋਧਰਾ ਅੱਜ ਜਦੋਂ ਕਰੋਨਾ ਵਾਇਰਸ ਆਇਆ ਉਦੋਂ ਅਸੀਂ ਲੋਕਾਂ ਨੇ ਖਾਣਾ ਸ਼ੁਰੂ ਕੀਤਾ, ਕਦੇ ਰਾਗੀ ਵੀ ਉਦੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਵਰਤਿਆ ਜੀ। ਇਹ ਕੁਝ ਚੀਜ਼ਾਂ ਨਵੀਆਂ ਨੇ ਜਿਹੜੀਆਂ ਸਾਨੂੰ ਪਤਾ ਲੱਗੀਆਂ। ਗੁਰਮੁਖ ਸੋਹਰਾ ਨੇ ਰੰਗੀਲਪੁਰ ਪਿੰਡ, ਇੱਥੋਂ ਜਦੋਂ ਜਾਈਏ ਬਾਬੇ ਬਕਾਲੇ ਵੱਲੋਂ, ਮਹਿਤਾ ਚੌਕ ਵੱਲੋਂ, ਅਤੇ ਬਟਾਲਾ ਸ਼ਹਿਰ ਵੜਨ ਤੋਂ ਪਹਿਲਾਂ ਖੱਬੇ ਪਾਸੇ ਨੂੰ ਲਹਿੰਦੇ ਵੱਲ ਨੂੰ ਜਿਹੜਾ ਬਾਈਪਾਸ ਨਿਕਲਦਾ, ਉੱਥੇ ਰੰਗੀਲਪੁਰ ਪਿੰਡ ਹੈ। ਗੁਰਮੁਖ ਸੋਹਰਾ ਨੇ ਉੱਥੇ ਜਿਸ ਤਰ੍ਹਾਂ ਖੇਤੀ ਕੀਤੀ, ਜਿਵੇਂ ਉਹ ਉੱਥੋਂ ਦੀ ਸਾਰੀ ਵੇਸਟੇਜ ਜਿਹੜੀ ਆ ਖੇਤਾਂ ਦੀ, ਉਹਦੇ ਤੋਂ ਖਾਦ ਵੀ ਬਣਾਉਂਦੇ ਆ, ਉਹ ਸਾਰਾ ਕੁਝ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਆ। ਅਸੀਂ ਹੁਣੇ ਵਿਖਾ ਕੇ ਹਟੇ ਆਪਣੇ ਦਰਸ਼ਕਾਂ ਨੂੰ ਜੀ। ਇਹਦੇ ਨਾਲ ਵੀ ਵੱਡੀ ਮਿਸਾਲ ਇਹ ਆ ਕਿ ਗੁਰਮੁਖ ਸੋਹਰਾ ਨੇ ਆਖਿਆ ਕਿ ਮੈਂ ਜੋ ਕੁਝ ਇਹ 'ਚੋਂ ਕੀਤਾ, ਮੈਂ ਇਹਦਾ ਬੀਜ ਪੰਜਾਬ ਭਰ 'ਚ ਕਿਤੇ ਕੋਈ ਹੋਵੇ ਉਹਨੂੰ ਮੁਫਤ ਦੇਣਾ, ਔਰ ਉਹਨੂੰ ਸਮਝਾਉਣਾ ਵੀ ਆ ਕਿ ਕਿਸ ਤਰ੍ਹਾਂ ਵਰਤਣਾ, ਕਿਸ ਤਰ੍ਹਾਂ ਦੀ ਫਸਲ ਕੱਢਣੀ ਆ। ਅਤੇ ਨਾਲ ਇੱਕ ਬੇਨਤੀ ਕਰਦਾ ਕਿ ਤੁਹਾਨੂੰ ਮੁਫਤ ਮੈਂ ਦਿੱਤਾ, ਤੁਸੀਂ ਅੱਗੇ ਫਸਲ ਵੇਚਿਓ, ਬੀਜ ਨਾ ਕਿਸੇ ਨੂੰ ਵੇਚਿਓ ਜੀ।
ਬੀਜ ਜਿਹਨੂੰ ਵੀ ਦੇਣਾ ਮੁਫਤ ਦੇ ਕੇ ਜੋਤ ਸੇ ਜੋਤ ਜਗਾਤੇ ਚਲੋ, ਇਹ ਜਿਹੜਾ ਹੈਗਾ ਲੋਕਾਂ ਤੱਕ ਇੱਕ ਸੰਦੇਸ਼ ਪਹੁੰਚਾਉਣ ਦਾ ਉਹਨਾਂ ਨੇ ਕੰਮ ਕੀਤਾ। ਜੀ ਜੀ, ਇਹ ਆਪਣੇ ਆਪ 'ਚ ਹੋਰ ਵੱਡੀ ਗੱਲ ਹੈ। ਇਹਦੇ 'ਚ ਸਾਹਿਬ ਇੱਕ ਚੀਜ਼ ਤੇ ਇਹ ਵੀ ਹੈ, ਦੇਖੋ ਬਿਮਾਰੀਆਂ ਦੇ ਵਿੱਚ ਆਪਾਂ ਘਿਰੇ ਹਾਂ ਤੇ ਇੱਕ ਪਾਸੇ ਆਪਾਂ ਲੱਭਦੇ ਹਾਂ ਵੀ ਆਪਾਂ ਨੂੰ ਕੋਈ ਐਸਾ ਫੂਡ ਮਿਲੇ ਜਿਹੜਾ ਕਿ ਬਿਮਾਰੀਆਂ ਤੋਂ ਬਚਾ ਸਕੇ, ਤੇ ਉਹ ਫੂਡ ਆਪਣੇ ਪੁਰਖਿਆਂ ਕੋਲੇ ਸੀਗਾ ਤੇ ਹੌਲੀ ਹੌਲੀ ਪੰਜਾਬ ਵਾਲੇ ਆਪ ਹੀ ਛੱਡ ਗਏ। ਅਖੀਰ ਉਹਨਾਂ ਨੇ ਦੱਸਤਾ ਵੀ ਆਹ ਤੇ ਉਹ ਚੀਜ਼ਾਂ ਜਿਹੜੀਆਂ ਖਾਣ ਵਾਲੀਆਂ। ਮੇਰੇ ਵਰਗਾ ਬੰਦਾ ਜਿਹੜਾ ਇਸ ਉਮਰ ਦੇ ਵਿੱਚ ਪੂੜੀਆਂ ਅਤੇ ਭਟੂਰੇ ਮਿਲ ਜਾਣ, ਮੈਨੂੰ ਵੀ ਬੜੇ ਸਵਾਦ ਲੱਗਦੇ ਆ ਜੀ। ਅਟਲ ਬਿਹਾਰੀ ਵਾਜਪਾਈ ਨੂੰ ਡਾਕਟਰ ਕਹਿੰਦੇ ਰਹੇ ਕਰਾਰੀਆਂ ਚੀਜ਼ਾਂ ਨਾ ਖਾ, ਪਰ ਉਹਦਾ ਦਿਲ ਕਰਦਾ ਸੀ ਤੇ ਕਰਾਰੀਆਂ ਚੀਜ਼ਾਂ ਮੰਗਾ ਕੇ ਵੀ ਖਾਂਦਾ ਸੀ। ਇੱਕ ਵਾਰੀ ਕਨਾਟ ਪਲੇਸ ਦੇ ਵਿੱਚ ਸਾਰਾ ਗੱਡੀਆਂ ਦਾ ਕਾਫਲਾ ਲੈ ਕੇ ਉਸ ਦੁਕਾਨ ਤੇ ਚਲਾ ਗਿਆ ਜਿੱਥੇ 1956 ਤੋਂ ਲੈ ਕੇ ਹੁਣ ਤੱਕ ਉਹ ਜਲੇਬੀਆਂ ਖਾਂਦਾ ਰਿਹਾ ਸੀ ਜੀ। ਕੁਝ ਲੋਕ ਚਸਕਾ ਨਹੀਂ ਛੱਡ ਸਕਦੇ, ਪਰ ਸੱਚੀ ਗੱਲ ਇਹ ਹੈ ਕਿ ਚਸਕੇ ਵਾਲੀਆਂ ਚੀਜ਼ਾਂ ਸਾਡੀ ਸਿਹਤ ਲਈ ਫਾਇਦੇਮੰਦ ਨਹੀਂ। ਕੋਧਰਾ ਭਾਈ ਲਾਲੋ ਨੇ, ਜਿਹਦੀ ਰੋਟੀ ਭਾਈ ਲਾਲੋ ਦੀ ਪਤਨੀ ਨੇ ਗੁਰੂ ਨਾਨਕ ਸਾਹਿਬ ਨੂੰ ਖਵਾਈ ਸੀ, ਕਹਿੰਦੇ ਉਹਦੇ 'ਚ ਦੁੱਧ ਨਿਕਲਿਆ ਸੀ ਜੀ। ਉਹ ਕੋਧਰਾ ਅਸੀਂ ਪੰਜਾਬ ਵਾਲਿਆਂ ਨੇ ਬੀਜਣਾ ਵੀ ਬੰਦ ਕਰਤਾ ਤੇ ਖਾਣਾ ਵੀ ਬੰਦ ਕਰਤਾ। ਹੁਣ ਉਹ ਦੱਖਣ ਦੇ ਸੂਬਿਆਂ ਵਿੱਚ ਸੀਗਾ, ਇਹ ਗੁਰਮੁਖ ਸਿੰਘ ਹੋਰੀ ਕੋਧਰਾ ਬੀਜਦੇ ਆ। ਇਹਨਾਂ ਨੇ ਜੇ ਕੋਧਰਾ ਫੇਰ ਲਿਆਂਦਾ ਤੇ ਇਹ ਭਾਵੇਂ ਗੁਰੂ ਸਾਹਿਬ ਦਾ ਨਾਂ ਲੈ ਕੇ ਵਰਤੋ, ਬੀਜੋ, ਖਾਓ, ਭਾਵੇਂ ਕੁਛ ਕਰੋ, ਅਸਲ ਵਿੱਚ ਤੇ ਮਨੁੱਖ ਵਾਸਤੇ ਇਹ ਬਹੁਤ ਫਾਇਦੇਮੰਦ ਹੈ ਜੀ। ਤੇ ਮੇਰਾ ਖਿਆਲ ਹੈ ਕਿ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਮੈਨੂੰ ਦੱਸੀਆਂ ਨੇ ਔਰ ਜਿਵੇਂ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਸੰਭਾਲਣਾ ਚਾਹੀਦਾ, ਉਹ ਸਾਰਾ ਕੁਝ ਆਪਣੇ ਆਪ 'ਚ ਇੱਕ ਇਹੋ ਜਿਹਾ ਸੰਦੇਸ਼ ਹੈ ਜਿਹਦੇ ਬਾਰੇ ਅਸੀਂ ਆਪ ਬਹੁਤਾ ਨਾ ਬੋਲੀਏ। ਜੇ ਲੋੜ ਪਵੇ ਤਾਂ ਦਰਸ਼ਕ ਦੋਹਰੀ ਵਾਰੀ ਇਹੀ ਐਪੀਸੋਡ ਫਿਰ ਚਲਾ ਕੇ ਦੇਖ ਲੈਣ। ਅੱਛਾ, ਇੱਕ ਚੀਜ਼ ਜ਼ਰੂਰ ਉੱਥੇ ਬਨੋ ਸਾਹਿਬ ਮੈਨੂੰ ਜਿਹੜੀ ਚੰਗੀ ਲੱਗੀ ਉਹ ਇਹ ਸੀ ਕਿ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ ਉਹ ਸੰਦ ਹੈ ਹੱਥੀਂ ਖੇਤੀ ਗੋਡੀ ਕਰਨ ਵਾਲਾ, ਜਿਹੜਾ ਪਹਿਲਾਂ ਰੰਬੀ ਨਾਲ ਕਰਦੇ ਹੁੰਦੇ ਸੀ, ਖੁਰਪੀਆਂ ਨਾਲ ਬਹਿ ਬਹਿ ਕੇ ਕਰਨੀ ਪੈਂਦੀ ਸੀ, ਉਹਦੇ ਬਜਾਏ ਮੇਰਾ ਖਿਆਲ ਉੱਥੇ ਆਉਣ ਦੀ ਲੋੜ ਹੈ ਨਾ, ਕਿਉਂਕਿ ਜਿਹੜਾ ਆਪਾਂ ਨੂੰ ਇਹ ਲੱਗਦਾ ਕਿ ਵੱਡੇ ਵੱਡੇ ਟਾਇਰਾਂ ਵਾਲੇ ਟਰੈਕਟਰ ਚਾਹੀਦੇ, ਸ਼ਾਇਦ ਉਸ ਖੇਤੀ ਵਾਲ ਮੁੜ ਗਏ ਕਰਕੇ ਆਪਾਂ ਇਹ ਸਾਰਾ ਕੁਝ ਛੱਡ ਗਏ। ਹਾਂਜੀ। ਤੇ ਆਪਾਂ ਹੁਣ ਅਗਲੀ ਜਿਹੜੀ ਰਿਪੋਰਟ ਹੈ ਜੀ ਉਹਦੇ ਵਾਲੇ ਪਾਸੇ ਵੱਧਦੇ ਹਾਂ। ਉਹ ਜਿਹੜੀ ਰਿਪੋਰਟ ਹੈ ਉਹਦੇ 'ਚ ਤੁਹਾਨੂੰ ਇਹ ਪਤਾ ਲੱਗੇਗਾ ਕਿ ਵੀ ਪਹਿਲਾਂ ਆਪਾਂ ਇਹ ਉਡੀਕਦੇ ਸੀ ਵੀ ਅਸੀਂ ਫਸਲ ਤਾਂ ਪੈਦਾ ਕਰਦੇ ਹਾਂ ਪਰ ਉਸ ਫਸਲ ਨੂੰ ਖਰੀਦਦਾ ਕੋਈ ਨਹੀਂ, ਪਰ ਇਸ ਰਿਪੋਰਟ 'ਚ ਤੁਹਾਨੂੰ ਇਹ ਪਤਾ ਲੱਗੇਗਾ ਕਿ ਪਹਿਲਾਂ ਤੋਂ ਆਰਡਰ ਆ ਜਾਂਦੇ ਨੇ ਜੇ ਵਾਕਈ ਬੰਦਾ ਕੋਈ ਚੀਜ਼ ਪੈਦਾ ਕਰਨ ਜੋਗਾ ਹੋ ਜਾਵੇ। ਆਓ ਵੱਧਦੇ ਇੱਕ ਹੋਰ ਰਿਪੋਰਟ ਵਾਲੇ ਪਾਸੇ। ਗੁੜ ਵਧੀਆ ਕੁਆਲਿਟੀ ਦਾ ਸੀਗਾ, ਆਪ ਬਣਾਉਂਦੇ ਆ ਔਰ ਕੋਈ ਮਿਲਾਵਟ ਨਹੀਂ ਕਰਦੇ, ਬਿਲਕੁਲ ਕੁਦਰਤੀ ਤਰੀਕੇ ਨਾਲ ਅਸੀਂ ਗੰਨਾ ਪੈਦਾ ਕਰਦੇ ਹਾਂ। ਔਰ ਆਪਣੇ ਆਪਣੇ ਏਰੀਏ ਦੇ ਵਿੱਚ ਬਹੁਤ ਡਿਮਾਂਡ ਹੈਗੀ ਗੁੜ ਦੀ ਇਸ ਵੇਲੇ, ਕਿਉਂਕਿ ਪਿਓਰ ਚੀਜ਼ ਨਹੀਂ ਮਿਲ ਰਹੀ ਕਿਸੇ ਨੂੰ ਖਾਣ ਵਾਲੀ। ਖੇਤਾਂ ਵਿੱਚ ਜ਼ਹਿਰਾਂ ਨਹੀਂ ਪਾਉਣੀਆਂ, ਝਾੜ ਘਟਦਾ ਘਟ ਜੇ ਕੋਈ ਗੱਲ ਨਹੀਂ। ਭੋਪਰ ਦੇ ਨਜ਼ਦੀਕ ਪਿੰਡ ਹੈ ਚਾੜਕੇ, ਲੋਹਾਰਾਂ ਚਾੜਕੇ ਵੀ ਕਿਹਾ ਜਾਂਦਾ ਹੈ। ਉੱਥੇ ਦੇ ਇੱਕ ਕਿਸਾਨ ਵੀਰ ਨੇ ਅਮਰਜੀਤ ਸਿੰਘ ਭੰਗੂ, ਜੋ ਕਿ ਕੁਦਰਤੀ ਤਰੀਕੇ ਨਾਲ ਖੇਤੀ ਕਰਦੇ ਨੇ। ਅਸੀਂ ਉਹਨਾਂ ਦੇ ਅੱਜ ਇਸ ਫਾਰਮ ਦੇ ਉੱਪਰ ਖੜੇ ਹਾਂ। ਦ੍ਰਿਸ਼ ਤੁਸੀਂ ਦੇਖ ਸਕਦੇ ਹੋ। ਮੈਂ ਖੇਤੀ ਕਰਦਾ ਕੁਦਰਤੀ, ਮੈਨੂੰ ਆਪਣੀ ਕਿਰਤ ਤੇ ਮਾਣ, ਮੇਰੀ ਮਿੱਟੀ ਵਹਿਕਾਂ ਵੰਡਦੀ, ਮੇਰੇ ਖੇਤ ਵਸੇ ਭਗਵਾਨ। ਭੰਗੂ ਕੁਦਰਤੀ ਫਾਰਮ ਪਿੰਡ ਚਾੜਕੇ ਵਿੱਚ ਅਸੀਂ ਖੜੇ ਹਾਂ। ਕਿਸਾਨ ਵੀਰ ਵੀ ਸਾਡੇ ਨਾਲ ਨੇ, ਅਮਰਜੀਤ ਸਿੰਘ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਦੋਂ ਤੋਂ ਇਹ ਖੇਤੀ ਕਰ ਰਹੇ ਨੇ ਤੇ ਉਹਨਾਂ ਦਾ ਕੀ ਕਹਿਣਾ ਹੈ, ਕਿਉਂਕਿ ਬਹੁਤ ਸਾਰੇ ਲੋਕ ਅੱਜ ਉਹਨਾਂ ਦੇ ਇਸ ਫਾਰਮ ਦੇ ਉੱਪਰ ਆਉਂਦੇ ਨੇ। ਸਵਾਗਤ ਹੈ ਜੀ ਪ੍ਰਾਈਮ ਏਸ਼ੀਆ ਟੀਵੀ ਤੇ। ਮੇਰੇ ਵੱਲੋਂ ਜੀ ਸਾਰੇ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਔਰ ਪ੍ਰਾਈਮ ਏਸ਼ੀਆ ਟੀਮ ਨੂੰ ਚੈਨਲ ਨੂੰ ਦੇਖਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਭੰਗੂ ਸਾਹਿਬ, ਕਦੋਂ ਦੀ ਤੁਸੀਂ ਇਹ ਕੁਦਰਤੀ ਤਰੀਕੇ ਨਾਲ ਖੇਤੀ ਕਰਨਾ ਸ਼ੁਰੂ ਕੀਤੀ ਆ? ਸਰ ਅਸੀਂ ਸੰਨ 2005 ਤੱਕ ਬਹੁਤ ਜ਼ਹਿਰਾਂ ਵਾਲੀ ਖੇਤੀ ਕਰਦੇ ਸੀ। ਜ਼ਹਿਰਾਂ ਵਾਲੀ ਕਹਿ ਸਕਦੇ ਹਾਂ ਕਿਉਂਕਿ ਆਪਾਂ ਖਾਦਾਂ ਜਿੰਨੇ ਕੀੜੇ ਮਾਰ ਦਵਾਈਆਂ ਪਾਉਂਦੇ ਜ਼ਹਿਰਾਂ ਹੀ ਆ ਜੀ। ਸੋ 2004 ਦੇ ਵਿੱਚ ਮੇਰੇ ਚਾਚਾ ਜੀ ਦੇ ਬੇਟੇ ਦੀ ਡੈਥ ਹੋਈ ਸੀ ਬਲੱਡ ਕੈਂਸਰ ਨਾਲ। ਤਾਂ ਪਿਤਾ ਜੀ ਮੇਰੇ ਸਾਡੇ ਬਹੁਤ ਜਾਗਰੂਕ ਸੀਗੇ, ਤਾਂ ਉਹਨਾਂ ਦੇ ਮਨ ਵਿੱਚ ਆਇਆ ਕਿ ਜਿਹੜੀ ਇਹ ਕੁਦਰਤੀ ਖੇਤੀ ਹੈਗੀ ਇੱਕ ਵਧੀਆ ਹੈਗਾ, ਕਿਉਂਕਿ ਕੈਮੀਕਲ ਖੇਤੀ ਦੇ ਵਿੱਚ ਜਿਹੜੀਆਂ ਆਪਾਂ ਜ਼ਹਿਰਾਂ ਵਰਤਦੇ ਹਾਂ ਇਹ ਵੀ ਕਿਤੇ ਨਾ ਕਿਤੇ ਸਾਡਾ ਵਾਤਾਵਰਨ ਖਰਾਬ ਕਰਦੀਆਂ। ਅਸੀਂ ਜ਼ਮੀਨ ਵੀ, ਆਪਣੀ ਸਿਹਤ ਵੀ ਖਰਾਬ ਕਰ ਲਈ ਜ਼ਮੀਨ ਦੀ, ਤੇ ਇਹ ਵੀ ਕਿਤੇ ਨਾ ਕਿਤੇ ਸਾਡੇ ਬਿਮਾਰੀਆਂ ਦਾ ਕਾਰਨ ਹੈਗਾ ਕਿ ਜਿਹੜਾ ਜ਼ਿਆਦਾ ਜ਼ਹਿਰਾਂ ਦੀ ਵਰਤੋਂ। ਤੇ 2006 ਦੇ ਵਿੱਚ ਫਿਰ ਅਸੀਂ ਆਪਣੀ 2.5 ਏਕੜ ਜ਼ਮੀਨ ਜਿਹੜੀ ਆ ਉਹ ਕੁਦਰਤੀ ਖੇਤੀ ਵਾਲੇ ਪਾਸੇ ਲਿਆਂਦੀ। ਉਸ ਤੋਂ ਬਾਅਦ ਦੇ ਵਿੱਚ 2007 ਵਿੱਚ ਜਿਹੜੀ ਸਾਡੇ ਕੋਲ 12 ਏਕੜ ਜ਼ਮੀਨ ਆ ਉਹ ਸਾਰੀ ਦੀ ਸਾਰੀ ਇਸ ਪਾਸੇ ਮਤਲਬ ਅਸੀਂ ਕੁਦਰਤੀ ਖੇਤੀ ਵਾਲੇ ਪਾਸੇ ਲਿਆਂਦੀ। ਪਿਤਾ ਜੀ ਕਹਿਣ ਲੱਗੇ ਕਿ ਮਤਲਬ ਆਪਾਂ ਕਸਮ ਹੀ ਖਾਣੀ ਆ, ਮੈਨੂੰ ਔਰ ਮੇਰੇ ਬ੍ਰਦਰ ਕਰਮਜੀਤ ਸਿੰਘ ਨੂੰ ਬਿਠਾ ਕੇ ਕਹਿੰਦੇ ਕਿ ਆਪਾਂ ਹੁਣ ਖੇਤਾਂ ਵਿੱਚ ਜ਼ਹਿਰਾਂ ਨਹੀਂ ਪਾਉਣੀਆਂ, ਝਾੜ ਘਟਦਾ ਘਟ ਜੇ ਕੋਈ ਗੱਲ ਨਹੀਂ। ਸੋ ਉਦੋਂ ਤੋਂ ਅਸੀਂ ਇਸ ਪਾਸੇ ਫਿਰ ਤੁਰ ਪਏ ਜੀ। ਕਿਸ ਕਿਸ ਚੀਜ਼ ਦੀ ਖੇਤੀ ਕਰਦੇ ਹੋ ਤੁਸੀਂ? ਸ਼ੁਰੂ ਦੇ ਵਿੱਚ ਤਾਂ ਅਸੀਂ ਕਣਕ ਤੇ ਝੋਨੇ ਦੀ ਕਰਦੇ ਸੀ, ਥੋੜ੍ਹੇ ਆਲੂ। ਹੁਣ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਚੇਂਜ ਆਈ,
ਅਸੀਂ ਨਾਲ ਦੀ ਨਾਲ ਹਲਦੀ ਥੋੜ੍ਹੀ ਜਿਹੀ ਬੀਜਣੀ ਸ਼ੁਰੂ ਕੀਤੀ, ਜਿਵੇਂ 10 ਮਰਲੇ ਜਾਂ 1 ਕਨਾਲ ਹਲਦੀ ਬੀਜਣੀ ਔਰ ਕਣਕ ਵੀ ਦੇਣੀ ਜਿੱਦਾਂ ਪੈਦਾ ਕਰਕੇ। ਗੁੜ ਵੀ ਬੜਾ ਮਸ਼ਹੂਰ ਆ ਤੁਹਾਡਾ। ਹਾਂ, ਉਹ ਬਾਅਦ ਦੇ ਵਿੱਚ ਹੀ, ਸੋ ਸਨ 2012 ਦੇ ਵਿੱਚ ਅਸੀਂ ਸ਼ੁਰੂ ਹੋਏ ਨਾ। ਪਹਿਲੇ ਸਾਲ ਡਰ ਲੱਗਦਾ ਸੀ ਕਿ ਗੁੜ ਕੱਢਣ ਦਾ ਕੰਮ ਬੜਾ ਮਤਲਬ ਬੰਦਿਆਂ ਦਾ, ਜ਼ਿਆਦਾ ਬੰਦੇ ਚਾਹੀਦੇ ਆ, ਇਹ ਬੜੀ ਟੈਨਸ਼ਨ ਵਾਲਾ ਕੰਮ ਆ, ਵੇਚਾਂਗੇ ਕਿੱਥੇ। ਸੋ 1 ਏਕੜ ਪੀੜ ਹੈ ਜੀ ਸਨ 2012 ਦੇ ਵਿੱਚ। ਤੋ ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਕਿ ਮਤਲਬ ਗੁੜ ਵਧੀਆ ਕੁਆਲਿਟੀ ਦਾ ਸੀਗਾ, ਆਪ ਬਣਾਉਂਦੇ ਆ ਔਰ ਕੋਈ ਮਿਲਾਵਟ ਨਹੀਂ ਕਰਦੇ, ਬਿਲਕੁਲ ਕੁਦਰਤੀ ਤਰੀਕੇ ਨਾਲ ਅਸੀਂ ਗੰਨਾ ਪੈਦਾ ਕਰਦੇ ਹਾਂ। ਦੋਨੋਂ ਭਰਾ ਅਸੀਂ ਨਾਲ ਹੁੰਦੇ ਹਾਂ, ਮੁੰਡੇ ਜਿਹੜੇ ਸਾਡੇ ਵਰਕਰ ਕੰਮ ਕਰਦੇ ਆ ਉਹਨਾਂ ਦੇ ਨਾਲ, ਅਤੇ ਆਪਣੀ ਨਿਗਰਾਨੀ 'ਚ ਗੁੜ ਪੈਦਾ ਕਰਦੇ ਹਾਂ। ਔਰ ਹੁਣ ਅਸੀਂ ਜਿਹੜੀ ਹਲਦੀ ਹੈਗੀ ਆ ਉਹ ਤਕਰੀਬਨ 7 ਕਨਾਲ 8 ਕਨਾਲ ਯਾਨੀ 1 ਏਕੜ ਇੰਨੀ ਕੁ ਹਲਦੀ ਜਿਹੜੀ ਸਾਡੀ ਸਾਰੇ ਸਾਲ ਦੇ ਵਿੱਚ ਜਿਹੜੀ ਉਹ ਹਲਦੀ ਪਾਊਡਰ ਇਹਦਾ ਵਿਕ ਜਾਂਦਾ ਸਾਰਾ ਜੀ। ਇੱਕ ਚੀਜ਼ ਹੋਰ ਦੱਸਿਓ ਕਿ ਤੁਸੀਂ ਦੱਸਿਆ ਕਿ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਖੇਤੀ ਕਰਦੇ ਨੇ, ਕਣਕ ਦੀ ਖੇਤੀ ਕਰਦੇ, ਝੋਨਾ ਬੀਜ ਲੈਂਦੇ ਜਾਂ ਫਿਰ ਗੰਨਾ ਬੀਜ ਲੈਂਦੇ ਨੇ। ਤੁਹਾਨੂੰ ਕੀ ਲੱਗਦਾ ਅੱਜ ਦੇ ਸਮੇਂ ਵਿੱਚ ਤੁਸੀਂ ਇਹ ਖੇਤੀ ਨਹੀਂ ਕਰਦੇ, ਜੇ ਕਰਦੇ ਤਾਂ ਕੁਦਰਤੀ ਤਰੀਕੇ ਨਾਲ ਕਰਦੇ ਆ, ਕੀ ਫਰਕ ਨਜ਼ਰ ਆਇਆ? ਫ਼ਰਕ ਇਹੀ ਆ ਜੀ, ਕਿਉਂਕਿ ਜਦੋਂ ਕੁਦਰਤੀ ਖੇਤੀ ਦੇ ਵਿੱਚ ਇਹ ਹੈ ਕਿ ਜੇ ਆਪਾਂ ਕੁਦਰਤੀ ਖੇਤੀ ਸ਼ੁਰੂ ਕਰਨੀ ਆ ਅਤੇ ਕਿਸਾਨ ਨੂੰ ਮਾਰਕੀਟ ਕਰਨੀ ਮਤਲਬ ਜਿਹੜੀ ਆ ਉਹ ਆਪ ਕਰਨੀ ਪਊਗੀ ਮਾਰਕੀਟ, ਕਿਉਂਕਿ ਆਪ ਮਾਰਕੀਟਿੰਗ ਕਰਾਂਗੇ ਅਤੇ ਸਾਡੀ ਜਿਹੜੀ ਫਸਲ ਦੀ ਉਪਜ ਆ ਉਹ ਸਿੱਧੀ ਕੰਜ਼ਿਊਮਰ ਤੱਕ, ਖਪਤਕਾਰ ਤੱਕ ਜਾਊਗੀ ਔਰ ਸਾਨੂੰ ਉਹਦੇ ਵਿੱਚ ਪ੍ਰੋਫਿਟ ਮਿਲੂਗਾ। ਜਿਹੜੀ ਕੈਮੀਕਲ ਖੇਤੀ ਹੈਗੀ ਆ ਉਹ ਸਾਨੂੰ ਮੰਡੀ ਦੇ ਵਿੱਚ ਵੇਚਣੀ ਪੈਂਦੀ ਆ, ਬਲਕ ਦੇ ਵਿੱਚ ਅਸੀਂ ਪੈਦਾ ਕਰਕੇ ਮੰਡੀ 'ਚ ਲੈ ਕੇ ਜਾਂਦੇ ਆ। ਉਹ ਸਰਕਾਰ ਦੀ ਮਰਜ਼ੀ ਹੁੰਦੀ ਆ ਕਿ ਉਹਦੇ 'ਤੇ MSP ਦਿੰਦੀ ਆ, ਜਿਵੇਂ ਮਤਲਬ ਪ੍ਰਾਈਵੇਟ ਏਜੰਸੀਆਂ ਖਰੀਦਦੀਆਂ, ਘੱਟ ਵੱਧ ਕਰਕੇ ਖਰੀਦਦੀਆਂ, ਜਿਵੇਂ ਮੱਕੀ ਦੀ ਫਸਲ ਆ ਉਹ ਵੀ ਝਾੜ ਵੱਧ ਘੱਟ ਰੇਟ ਵਧਾ ਘਟਾ ਲੈਂਦੇ ਹੈ ਨਾ। ਸੋ ਇਸ ਕਰਕੇ ਕੁਦਰਤੀ ਖੇਤੀ ਦੇ ਵਿੱਚ ਆਪਾਂ ਇਹ ਆ ਕਿ ਆਪਣੀਆਂ ਚੀਜ਼ਾਂ ਅਸੀਂ ਆਪ ਵੇਚਦੇ ਹਾਂ, ਸਾਨੂੰ ਜਿਹੜਾ ਪ੍ਰੋਫਿਟ ਆ ਉਹ ਸਿੱਧਾ ਸਾਨੂੰ ਮਿਲਦਾ ਜੀ। ਇਹੀ ਫਰਕ ਆ ਕਿ ਜੇ ਅਗਰ ਥੋੜ੍ਹਾ ਬਹੁਤ ਝਾੜ ਘਟਦਾ ਤੇ ਉਹਦੀ ਜਿਹੜੀ ਆ ਵੱਧ ਰੇਟ ਤੇ ਸਾਡੀ ਫਸਲ ਵਿਕ ਕੇ ਸਾਡਾ ਜਿਹੜਾ ਪ੍ਰੋਫਿਟ ਉਹਨਾਂ ਨਾਲੋਂ ਮਤਲਬ ਮੁਨਾਫਾ ਹੈ ਇਸ ਚੀਜ਼ ਦੇ ਵਿੱਚ। ਬਿਲਕੁਲ ਜੀ ਬਿਲਕੁਲ। ਮਤਲਬ ਮਿਹਨਤ ਵੀ ਪੂਰੀ ਹੈ ਤੇ ਸਰੀਰਕ ਸਮੱਸਿਆਵਾਂ ਵੀ ਖਤਮ ਹੁੰਦੀਆਂ ਨੇ ਜੋ ਅੱਜ ਦੇ ਸਮੇਂ ਦੀ ਜ਼ਰੂਰਤ ਹੈ। ਹਾਂਜੀ ਬਿਲਕੁਲ ਜੀ, ਕਿਉਂਕਿ ਅਸੀਂ ਜਿਵੇਂ ਸਪਰੇਅ ਕਰਦੇ ਹਾਂ ਜੀ ਫਸਲ ਨੂੰ, ਉਹ ਸਾਡੀ ਅੱਧੀ ਦਵਾਈ ਤਾਂ ਫਸਲ ਦੇ ਉੱਤੇ ਛਿੜਕ ਹੁੰਦੀ, ਅੱਧੀ ਹਵਾ ਦੇ ਵਿੱਚ ਰਲਦੀ ਆ। ਉਹ ਸਾਡੇ ਜੇ ਅਸੀਂ ਜ਼ਹਿਰ ਛਿੜਕਦੇ ਹਾਂ ਤਾਂ ਸਾਡੇ ਅੰਦਰ ਵੀ ਜਾ ਰਹੀ ਨਾ, ਸਾਨੂੰ ਕਿਤੇ ਨਾ ਕਿਤੇ ਉਹ ਨੁਕਸਾਨ ਪਹੁੰਚਾ ਰਹੀ ਆ। ਔਰ ਖਾਦਾਂ ਵੀ ਪਾਉਂਦੇ ਆ ਜ਼ਮੀਨ ਦੇ ਵਿੱਚ, ਅਥਾਹ ਖਾਦਾਂ ਪਾ ਕੇ ਜ਼ਮੀਨ ਦੀ ਜਿਹੜੀ ਸਿਹਤ ਆ ਉਹ ਇਸ ਵੇਲੇ ਬਹੁਤ ਖਰਾਬ ਹੋ ਚੁੱਕੀ ਆ। ਇੱਕ ਚੀਜ਼ ਹੋਰ ਸਮਝਾਇਓ ਕਿ ਤੁਸੀਂ ਹੁਣ ਜਿਸ ਤਰ੍ਹਾਂ ਕੁਦਰਤੀ ਖੇਤੀ ਕਰਦੇ ਹੋ, ਹੋਰ ਵੀ ਕਿਸਾਨ ਵੀਰ ਤੁਹਾਡੇ ਵੱਲ ਦੇਖ ਕੇ ਉਤਸ਼ਾਹਿਤ ਹੋਏ ਹੋਣਗੇ, ਤੁਹਾਡੇ ਵੱਲ ਦੇਖ ਕੇ ਪ੍ਰੇਰਨਾ ਲਈ ਹੋਊਗੀ। ਕਿੰਨੇ ਕੁ ਲੋਕ ਹੁਣ ਇਸ ਖੇਤੀ ਨੂੰ ਸ਼ੁਰੂ ਕਰ ਚੁੱਕੇ ਨੇ ਤੁਹਾਡੇ ਵੱਲ ਦੇਖ ਕੇ? ਵੈਸੇ ਸਾਡੇ ਵੱਲ ਦੇਖ ਕੇ ਲਾਗੇ ਦੇ ਕਿਸਾਨ ਹੈਗੇ ਜੀ ਕਾਫੀ। ਸਾਡੇ ਇੱਕ ਮੇਰਾ ਬ੍ਰਦਰ ਆ, ਚਾਚੇ ਦੇ ਬੇਟਿਆਂ ਨੇ, ਇਹਨਾਂ ਨੇ ਮਤਲਬ ਖੇਤ 'ਚ ਅੱਗ ਲਾਉਣੀ ਬੰਦ ਕਰ ਦਿੱਤੀ, ਅਤੇ ਭੂਆ ਜੀ ਦਾ ਬੇਟਾ ਖੇਤੀ ਕਰਦਾ। ਸਾਡੇ ਹੋਰ ਅੰਕਲ ਹੈਗੇ ਨੇ ਨਾਲ ਦੇ ਪਿੰਡਾਂ ਤੋਂ, ਉਹ ਕਰ ਰਹੇ ਨੇ। ਬਾਕੀ ਸਾਡੇ ਹੋਰ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਹੈਗੇ ਆ। ਅਸੀਂ ਹਰ ਇੱਕ ਦੂਸਰੇ ਦੇ ਨਾਲ ਜਿਹੜਾ ਹੈਗਾ ਗਰੁੱਪ ਬਣਿਆ ਵਾ, ਸਲਾਹ ਕਰਦੇ ਰਹਿੰਦੇ ਹਾਂ। ਗੁੜ ਦੀ ਜੇ ਗੱਲ ਕਰੀਏ ਤਾਂ ਇਸ ਵਾਰੀ ਸਾਡੇ ਮਤਲਬ ਰਾਹੀਂ ਕਹਿ ਲਓ ਕਿ ਜਾਂ ਵੀ ਸਾਡੇ ਵੱਲ ਵੇਖ ਕੇ ਅਸੀਂ 5 ਵੇਲਣੇ ਜਿਹੜੇ ਹੈਗੇ ਆ ਉਹ ਹੋਰ ਨਵੇਂ ਲਵਾਏ ਆ ਜੀ। ਉਹ ਕਿਸਾਨ ਉਤਸ਼ਾਹਿਤ ਹੋਏ ਅਤੇ ਅਸੀਂ ਵੀ ਉਹਨਾਂ ਦਾ ਹੌਸਲਾ ਵਧਾਉਂਦੇ ਹਾਂ ਕਿ ਕਰੋ ਯਾਰ, ਤੁਸੀਂ ਮਿਲ ਤੇ ਤੁਹਾਨੂੰ 2-2 ਸਾਲ ਪੈਸੇ ਨਹੀਂ ਮਿਲਦੇ, ਤੁਸੀਂ ਇਹ ਗੁੜ ਦਾ ਕੰਮ ਕਰੋ। ਔਰ ਆਪਣੇ ਏਰੀਏ ਦੇ ਵਿੱਚ ਬਹੁਤ ਡਿਮਾਂਡ ਹੈਗੀ ਗੁੜ ਦੀ ਇਸ ਵੇਲੇ, ਕਿਉਂਕਿ ਪਿਓਰ ਚੀਜ਼ ਨਹੀਂ ਮਿਲ ਰਹੀ ਕਿਸੇ ਨੂੰ ਖਾਣ ਵਾਲੇ ਨੂੰ। ਸੋ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਬੇਲਣੇ ਤੇ ਰਸ ਕੱਢੀ ਜਾਂਦੀ ਹੈ, ਉਸ ਤੋਂ ਬਾਅਦ ਕੀ ਪ੍ਰਕਿਰਿਆ ਹੁੰਦੀ ਹੈ। ਬਾਈ ਅਮਰਜੀਤ ਹੋਣਾ ਕੋ ਅਸੀਂ ਪੁੱਛਾਂਗੇ, ਸਮਝਾਂਗੇ। ਬਾਈ ਜੀ, ਬੇਲਣੇ ਤੇ ਰਸ ਉੱਧਰ ਨਿਕਲ ਗਈ ਆ, ਉਸ ਤੋਂ ਬਾਅਦ ਕਿੱਥੇ ਕਿੱਥੇ ਜਾਂਦੀ ਹੈ? ਇੱਧਰਲੇ ਪਾਸੇ ਕਿੱਧਰ ਆਉਂਦੀ ਹੈ? ਪਹਿਲਾਂ ਤੁਸੀਂ ਦੇਖਿਆ ਕਿ ਉੱਥੇ ਵੇਲਣੇ ਦੇ ਕੋਲ ਅਸੀਂ ਚਬੱਚੀ ਬਣਾਈ ਆ, ਉੱਥੇ ਡਬਲ ਫਿਲਟਰ ਲਾਇਆ। ਔਰ ਉੱਥੇ ਜੇ ਕੋਈ ਉਹਦੇ ਵਿੱਚ ਰੇਤ ਦਾ ਕਣ ਵੀ ਹੈਗਾ, ਚਬੱਚੀ ਇਸ ਹਿਸਾਬ ਨਾਲ ਬਣਾਈ ਕਿ ਉੱਥੇ ਹੀ ਬੈਠ ਜਾਏਗਾ ਰੇਤ ਦਾ ਕਣ। ਇੱਧਰ ਵਾਲਾ ਪਾਈਪ ਉੱਚਾ ਲਗਾਇਆ ਔਰ ਉੱਥੋਂ ਪਾਈਪ ਲਾਈਨ ਲਿਆ ਕੇ ਅਤੇ ਸਾਰੀ ਇੱਥੇ ਬਿਲਕੁਲ ਇਸ ਚਬੱਚੇ ਦੇ ਵਿੱਚ ਪੈਂਦੀ ਆ। ਔਰ ਇਹ ਅਸੀਂ ਬਿਲਕੁਲ ਕਵਰ ਕੀਤਾ ਹੋਇਆ, ਅਤੇ ਨਾ ਇਹਦੇ ਵਿੱਚ ਕੋਈ ਮੱਖੀ ਆਏਗੀ, ਨਾ ਮੱਛਰ, ਕੋਈ ਕੁਛ ਵੀ ਨਹੀਂ। ਔਰ ਅੰਦਰ ਵੀ ਟਾਈਲਾਂ ਲਗਾਈਆਂ ਹੋਈਆਂ, ਬਾਹਰ ਵੀ, ਕਿ ਤਾਂ ਕਿ ਇਹਦੇ ਵਿੱਚ ਕੋਈ ਫੰਗਸ ਵਗੈਰਾ ਦਾ ਕੋਈ ਨਾ ਹੋ ਸਕੇ। ਕਦੀ ਸਵਾਲ ਤਾਂ ਨਹੀਂ ਉੱਠੇ, ਕਿਉਂਕਿ ਬਹੁਤ ਸਾਰੇ ਸਿਹਤ ਵਿਭਾਗ ਵਾਲੇ ਕਰਮਚਾਰੀ ਹੁੰਦੇ ਨੇ, ਕਮੀਆਂ ਕੱਢਣ ਲੱਗ ਪੈਂਦੇ ਨੇ, ਕੁਛ ਇੱਦਾਂ ਦਾ ਕਦੀ ਚੱਕਰ ਤਾਂ ਨਹੀਂ ਪਿਆ? ਦੇਖੋ ਸਰ, ਗੱਲ ਇੱਦਾਂ ਕਿ ਅਸੀਂ ਨਾ ਬੜੇ ਸਾਰੇ ਡਿਪਾਰਟਮੈਂਟ ਨਾਲ ਜੁੜੇ ਹਾਂ, ਜਿਵੇਂ ਐਗਰੀਕਲਚਰ ਡਿਪਾਰਟਮੈਂਟ ਹੈਗਾ, ਬਾਗਬਾਨੀ ਡਿਪਾਰਟਮੈਂਟ ਹੈਗਾ, ਫਿਰ ਕ੍ਰਿਸ਼ੀ ਵਿਗਿਆਨ ਕੇਂਦਰ ਯੂਨੀਵਰਸਿਟੀ ਦਾ ਹੈਗਾ,
ਤੇ PAU ਤੋਂ ਵੀ ਸਾਰੇ ਉਹ ਸਭ ਤੋਂ ਟ੍ਰੇਨਿੰਗ ਲਈਆਂ ਜੀ ਅਸੀਂ। ਖੇਤੀ ਵਿਰਾਸਤ ਮਿਸ਼ਨ ਹੈਗਾ ਜੀ ਆਪਣੇ ਜੈਤੋ, ਸਾਰਿਆਂ ਤੋਂ ਜਿੱਥੋਂ ਵੀ ਸਾਨੂੰ ਸਿੱਖਣ ਨੂੰ ਮਿਲਿਆ ਅਸੀਂ ਉਹ ਸਿੱਖ ਕੇ ਇਹ ਸਾਰਾ ਨਿਚੋੜ ਕੱਢ ਕੇ ਤੇ ਅਸੀਂ ਬਿਲਕੁਲ ਕੋਈ ਇਸ 'ਤੇ ਉਂਗਲ ਚੁੱਕ ਨਹੀਂ ਸਕਦਾ ਜੀ। ਮਤਲਬ ਵੀ ਕੋਈ ਅਸੀਂ ਕਹਿੰਦੇ ਕਿ ਜੇ ਕਿਸੇ ਨੇ ਟੈਸਟ ਕਰਾਉਣਾ ਤਾਂ ਟੈਸਟ ਵੀ ਕਰਾ ਸਕਦਾ ਜੀ, ਕਿਉਂਕਿ ਇਹ ਗੁੜ ਜਦੋਂ ਅਸੀਂ ਬਣਾਉਂਦੇ ਹਾਂ ਬਿਲਕੁਲ ਤਾੜੀ ਦੀ ਤਰ੍ਹਾਂ ਖੜਕਦੀਆਂ ਪੇਸੀਆਂ। ਸੋ ਪਾਣੀ ਅਸੀਂ ਪੂਰਾ ਸੁਕਾ ਕੇ ਲਾਉਂਦੇ ਹਾਂ, ਮਿਲਾਵਟ ਕੋਈ ਕਰਦੇ ਨਹੀਂ ਗੇ, ਤੇ ਸਾਨੂੰ ਮਤਲਬ ਸਾਡੇ ਵੱਲੋਂ ਪੂਰਾ ਜੀ ਅਸੀਂ ਪਿਓਰ ਤਿਆਰ ਕਰਦੇ ਹਾਂ ਅਸੀਂ ਬਿਲਕੁਲ। ਗੁੜ ਜਦੋਂ ਉਧਰ ਤਿਆਰ ਹੁੰਦਾ ਤੇ ਉਸ ਨੂੰ ਲੱਕੜ ਦੇ ਇਸ ਚੀਜ਼ 'ਚ ਪਾਇਆ ਗਿਆ ਤੇ ਇਹਨੂੰ ਹੁਣ ਗੋਡਿਆ ਜਾ ਰਿਹਾ। ਐਸੇ ਬਾਈ ਜੀ ਹੁਣਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਸਮਝਾਉਣਗੇ ਨਾਲ ਸਾਰਾ ਕੁਝ। ਬਾਈ ਜੀ ਇਹਨੂੰ ਗੋਡਿਆ ਜਾ ਰਿਹਾ ਹੈ? ਹਾਂਜੀ, ਇਹਨੂੰ ਗੋਡਿਆ ਜਾ ਰਿਹਾ ਜੀ। ਮਤਲਬ ਉਹਦੇ 'ਚ ਪਾ ਕੇ ਨਾ, ਤੇ ਇਹਦੇ 'ਚ ਜਿਹੜਾ ਸੀਰਾ ਹੁੰਦਾ ਨਾ ਉਹ ਮਰ ਜਾਂਦਾ, ਤੇ ਫਿਰ ਇਹ ਗੁੜ ਤੇ ਕਹਿ ਲਓ ਵੀ ਪੂਰਾ ਤਿਆਰ ਹੋ ਜਾਂਦਾ ਪੇਸੀਆਂ ਲਾਉਣ ਵਾਸਤੇ। ਇਹਦੇ ਵਿੱਚ ਸੀਰਾ ਖਤਮ ਹੋ ਗਿਆ ਜਿਹੜਾ ਉਹਦੇ ਵਿੱਚੋਂ ਨਿਕਲ ਕੇ ਇੱਧਰ ਆਇਆ ਸੀ। ਹਾਂਜੀ ਹਾਂਜੀ ਹਾਂਜੀ, ਹੁਣ ਇਹਨੂੰ ਮਤਲਬ ਇਹਦੇ 'ਚ ਕਹਿ ਲਓ ਵੀ ਕਣ ਆ ਗਿਆ। ਹੁਣ ਉਹ ਜਿਹੜਾ ਇਹਦੇ 'ਚ ਪਾਇਆ ਸੀ ਨਾ ਤਾਂ ਲੇਸਦਾਰ ਸੀ, ਹੁਣ ਇਹ ਖੜਕਵਾਂ ਬਣ ਗਿਆ ਜੀ, ਪੂਰਾ ਖੁਸ਼ਕ ਹੋ ਗਿਆ, ਯਾਨੀ ਕਿ ਸੀਰਾ ਮਿਕਸ ਹੋ ਗਿਆ ਜੀ, ਸਾਰਾ ਮਿਕਸ ਹੋ ਗਿਆ ਜੀ। ਕੀਤਾ ਚਾਸ਼ਣੀ ਜਿਹੀ ਲੱਗਦੀ ਹੈ ਵਿੱਚ। ਹਾਂਜੀ ਹਾਂਜੀ, ਹੁਣ ਦੇਖੋ ਇਹ ਪੂਰਾ ਖੁਸ਼ਕ ਲੱਗੇਗਾ। ਜਦੋਂ ਇੱਥੇ ਅਸੀਂ ਪੇਸੀਆਂ ਲਾਵਾਂਗੇ ਤੇ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ। ਜਦੋਂ ਤੁਸੀਂ ਦੇਖਦੇ ਆ ਕਿ ਹੁਣ ਆ ਪੇਸੀਆਂ ਬਣ ਰਹੀਆਂ ਹੈ, ਬਾਈ ਜੀ ਹੁਣਾਂ ਨਾਲ ਗੱਲ ਵੀ ਕਰਦੇ ਆ ਆਪਾਂ। ਵੈਸੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿਅਸਤ ਨੇ, ਪਰ ਫਿਰ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਈ ਜੀ ਹੁਣ ਪੇਸੀਆਂ ਬਣ ਗਈਆਂ ਤੇ ਹੁਣ ਤਿਆਰ ਆ ਪੂਰਾ ਇਹ? ਬਿਲਕੁਲ ਤਿਆਰ ਹੈ ਜੀ। ਇਹ ਬਸ ਜਿੱਦਾਂ ਹੁਣ ਗੋਡਦਿਆਂ ਨਾਲ ਹੀ ਜੰਮ ਗਿਆ। ਇਹ ਗੁੜ ਵਿੱਚ ਜਦੋਂ ਕਣ ਹੁੰਦਾ ਨਾ ਤੇ ਉਸੇ ਟਾਈਮ ਹੀ ਜੰਮ ਜਾਂਦਾ ਆ। ਤੇ ਹੁਣ ਇਹ ਪੇਸੀਆਂ ਲਾਉਣੀਆਂ। ਪੇਸੀਆਂ ਦੇਖ ਲਓ ਤੁਸੀਂ, 2 ਮਿੰਟ ਬਾਅਦ ਇਹ ਦੇਖੋ ਪੇਸੀ ਬਣ ਕੇ ਪੂਰੀ ਤਿਆਰ ਹੋ ਗਈ ਜੀ, ਖੜਕ ਗਈ, ਸੁੱਕ ਗਈ ਜੀ ਨਾਲੋਂ ਨਾਲ ਹੀ। ਹਾਂਜੀ, ਦੇਖ ਸਕਦੇ ਕਿ ਨਾਲੋਂ ਨਾਲ ਹੁਣ ਜਿਹੜਾ ਹੈ ਸਖਤ ਹੋ ਗਿਆ, ਪੇਸੀ ਬਣਦੀ, ਤਾਜ਼ਾ ਗੁੜ ਹੈ। ਸੋ ਦੇਖ ਹੀ ਲਿਆ ਜੀ ਤੁਸੀਂ ਕਿ ਕਿਵੇਂ ਉਹ ਬਣਾਉਂਦੇ ਨੇ ਗੁੜ। ਤੇ ਮੇਰਾ ਖਿਆਲ ਉਹ ਵੇਖਦੇ ਹੋ ਸਕਦਾ ਮਨ 'ਚ ਵੀ ਆ ਗਿਆ ਵੀ ਯਾਰ ਇਹੋ ਜਿਹੀ ਚੀਜ਼ ਚਾਹੀਦੀ ਹੈ। ਤੇ ਪੰਨੂ ਸਾਹਿਬ ਫਿਰ ਇਹ ਵੀ ਤੇ ਇੱਕ ਉਦਾਹਰਨ ਹੈ ਹੀ ਹੈ ਨਾ ਕਿ ਕਿੱਥੇ ਆਪਾਂ ਇਹ ਭਾਲਦੇ ਹਾਂ ਕਿ ਵੀ ਸਾਡੀਆਂ ਫਸਲਾਂ ਦੇ ਮੁੱਲ ਸਰਕਾਰਾਂ ਨਹੀਂ ਦਿੰਦੀਆਂ, ਤੇ ਕਿੱਥੇ ਉਹ ਕਹਿੰਦੇ ਆ ਵੀ ਸਾਨੂੰ ਤਾਂ ਲੋੜ ਹੀ ਨਹੀਂ ਪੈਂਦੀ ਕਿਸੇ ਨੂੰ ਕਹਿਣ ਦੀ, ਲੋਕ ਵਧੋ ਵਧੀ ਜਾਂਦੇ ਵੀ ਸਾਨੂੰ ਦੇ ਦਿਓ ਸਾਨੂੰ ਦੇ ਦਿਓ। ਸੋ ਮਾਰਕੀਟਿੰਗ ਦੇ ਲਈ ਜਿਹੜੀ ਚੀਜ਼ ਇਸ ਵਕਤ ਉਡੀਕੀ ਜਾ ਰਹੀ ਉਹਦਾ ਕਿੱਡੀ ਵਧੀਆ ਉਦਾਹਰਨ ਉਹਦੀ। ਦੇਖੋ ਗੱਲ ਇਹ ਹੈ ਕਿ ਭੋਗਪੁਰ ਦੇ ਨਾਲ ਲਹਿੰਦੇ ਪਾਸੇ ਪਿੰਡ ਹੈ ਚਾੜਕ ਜੀ। ਉਹ ਜਿਹੜਾ ਰੰਗੀਲਪੁਰ ਸੀ ਉਹ ਵੀ ਮੇਨ ਲਾਈਨ ਤੋਂ ਲਹਿੰਦੇ ਪਾਸੇ ਸੀ। ਵੀ ਜਿਹੜੀ ਜਲੰਧਰ ਪਠਾਨਕੋਟ ਰੋਡ ਤੇ ਭੋਗਪੁਰ ਤੋਂ ਲਹਿੰਦੇ ਪਾਸੇ ਪਿੰਡ ਆ ਚਾੜਕ। ਉੱਥੋਂ ਦੇ 2 ਭਰਾ ਨੇ, ਅਮਰਜੀਤ ਤੇ ਕਰਮਜੀਤ ਸਿੰਘ, ਦੋਵੇਂ। ਉਹ ਕੁਦਰਤੀ ਖੇਤੀ ਕਰਦੇ ਨੇ। ਕੁਦਰਤੀ ਖੇਤੀ ਕਰਨੀ ਉਹਨਾਂ ਦੇ ਪਿਤਾ ਜੀ ਨੇ ਸਿਖਾਈ ਸੀ ਜੀ। ਉਹਨਾਂ ਦੇ ਪਿਤਾ ਜੀ ਧਾਰਮਿਕ ਵੀ ਸਨ, ਕਾਮਰੇਡ ਵੀ ਸਨ, ਦੋਵੇਂ ਗੱਲਾਂ ਸੀ। ਔਰ ਉਹ ਇਸ ਕਿਸਮ ਦਾ ਆਪਣੇ ਇਲਾਕੇ 'ਚ ਜਾਣਿਆ ਪਛਾਣਿਆ ਨਾ ਸੀ ਕਿ ਲੋਕੀ ਉਹਦਾ ਸਤਿਕਾਰ ਬਹੁਤ ਕਰਦੇ ਸਨ। ਕਿਸਾਨ ਸੰਘਰਸ਼ਾਂ ਵਿੱਚ ਵੀ ਹਮੇਸ਼ਾ ਅੱਗੇ ਵੱਧ ਕੇ ਕੰਮ ਕਰਦਾ ਰਿਹਾ। ਉਹਨੇ ਅੱਜ ਤੋਂ 12-13 ਸਾਲ ਪਹਿਲਾਂ ਇੱਕ ਕੁਦਰਤੀ ਖੇਤੀ ਸ਼ੁਰੂ ਕੀਤੀ ਸੀ ਜੀ। ਥੋੜ੍ਹੀ ਜ਼ਮੀਨ ਤੋਂ ਕੰਮ ਸ਼ੁਰੂ ਕੀਤਾ। ਜਦੋਂ ਕੁਦਰਤੀ ਖੇਤੀ ਸ਼ੁਰੂ ਕੀਤੀ ਪਹਿਲੇ ਸਾਲ ਕੁ ਤੱਕ ਸਮਝ ਨਹੀਂ ਸੀ, ਕੁਝ ਘਾਟਾ ਵੀ ਪਿਆ, ਪਰ ਬਾਅਦ ਵਿੱਚ ਉਹਨੇ ਕੰਮ ਕਰਕੇ ਕਮਾਲ ਦਾ ਵਿਖਾਇਆ। ਉਹ ਜੋ ਕੁਝ ਉਹਨੇ ਵਿਖਾਇਆ, ਹੁਣ ਅੱਗੋਂ ਉਹਦੇ ਪੁੱਤਰ ਉਸ ਰਵਾਇਤ ਨੂੰ ਅੱਗੇ ਵਧਾ ਰਹੇ ਨੇ। ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਦੀ, ਦੋਵਾਂ ਸਰਕਾਰਾਂ ਦੇ ਵਕਤ ਪ੍ਰਸ਼ਾਸਨ ਨੂੰ ਉੱਥੇ ਆ ਕੇ ਰਿਪੋਰਟ ਲੈਣੀ ਪੈਂਦੀ, ਸਰਕਾਰ ਨੂੰ ਭੇਜਣੀ ਪੈਂਦੀ ਹੈ ਜੀ। ਤੇ ਉਹਨਾਂ ਨੂੰ ਹਰ ਵਾਰੀ ਇਸ ਗੱਲ ਵਾਸਤੇ ਸਨਮਾਨਿਤ ਕੀਤਾ ਜਾਂਦਾ ਕਿ ਉਹ ਕੁਦਰਤੀ ਖੇਤੀ ਕਰਦੇ ਆ, ਨਾ ਕਿਸੇ ਕਿਸਮ ਦੀ ਇੱਕ ਵੀ ਕੋਈ ਕੀੜੇਮਾਰ ਦਵਾਈ ਪਾਉਂਦੇ ਆ, ਨਾ ਕੈਮੀਕਲ ਵਾਲੀ ਕੋਈ ਖਾਦ ਪਾਉਂਦੇ ਆ, ਦੇਸੀ ਤਰੀਕੇ ਨਾਲ ਸਾਰਾ ਕੁਝ ਕਰਦੇ ਨੇ। ਇਹ ਵੀ ਮੈਂ ਜਦੋਂ ਉੱਥੇ ਜਾ ਕੇ ਵੇਖ ਕੇ ਆਇਆ ਤੇ ਹੈਰਾਨ ਇਸ ਗੱਲ 'ਤੇ ਹੋਇਆ ਕਿ ਕਹਿੰਦੇ ਜੀ ਆ ਪਰਾਲੀ ਹੋਈ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਨਾ ਸਾੜਦੇ ਹਾਂ ਨਾ ਸੁੱਟਦੇ ਹਾਂ, ਅਗਲੀ ਫਸਲ ਬੀਜੀ ਹੈ, ਬੀਜ ਕੇ ਉਹਦੇ ਉੱਤੇ ਉਹ ਪਰਾਲੀ ਵਿਛਾ ਦਈਦੀ। ਸਮੇਂ ਦੇ ਨਾਲ ਹੌਲੀ ਹੌਲੀ ਪਰਾਲੀ ਉਹ ਗਲ ਕੇ ਮਿੱਟੀ ਬਣ ਜਾਂਦੀ ਹੈ, ਪਰ ਜਦ ਤੱਕ ਪਰਾਲੀ ਉੱਤੇ ਪਈ ਰਹਿੰਦੀ ਹੈ। ਸਾਡੇ ਇੱਥੇ ਉਧਰੋਂ ਕਣਕ ਬੀਜੀ ਹੋਵੇ, ਉਧਰੋਂ ਕਣੀਆਂ ਪੈ ਜਾਣ, ਕਹਿੰਦੇ ਕਰੰਡ ਹੋ ਗਈ ਜੀ। ਪਰ ਉਹ ਕਹਿੰਦੇ ਜਦੋਂ ਸਾਡੀ ਇਹ ਪਰਾਲੀ ਵਿਛਾਈ ਹੋਵੇ, ਕਣਕ ਦੇ ਸੂਏ ਤਾਂ ਇਹਦੇ ਵਿੱਚ ਦੀ ਵੀ ਤਾਂ ਨਿਕਲਣ ਆਪਣਾ ਬਣਾ ਲੈਣਾ, ਪਰ ਕਣੀਆਂ ਨਾਲ ਕਰੰਟ ਨਹੀਂ ਹੋਵੇਗੀ ਜੀ। ਮੈਂ ਦੇਖ ਕੇ ਆਇਆ, ਉਹ ਹਲਦੀ ਵੀ ਬੀਜਦੇ ਆ, ਉਹ ਇਦਾਂ ਦੀਆਂ ਕਿੰਨੀਆਂ ਸਾਰੀਆਂ ਚੀਜ਼ਾਂ, ਰਾਗੀ ਵੀ ਬੀਜਦੇ ਨੇ।
ਜਿਹੜੀਆਂ ਆਮ ਲੋਕਾਂ ਵਾਸਤੇ ਅਰੋਕਾਰ ਨੇ, ਉਹ ਸਾਰੀਆਂ ਚੀਜ਼ਾਂ ਬੀਜਦੇ। ਜੀ। ਆਪਣਾ ਵੇਲਣਾ ਲਾਇਆ, ਹੁਣ ਮਸ਼ੀਨੀ ਵੇਲਣਾ ਲਾਤਾ, ਉਹਦੇ ਵਿੱਚ ਉਹ ਆਪਣਾ ਕਮਾਦ ਜਿਹੜਾ ਉਹਦਾ ਇੱਕ ਵੀ ਗੰਨਾ ਮਿਲ ਵੱਲ ਨੂੰ ਜਾਂ ਕਿਸੇ ਹੋਰ ਪਾਸੇ ਨਹੀਂ ਜਾਣ ਦਿੰਦੇ, ਸਾਰਾ ਗੁੜ ਉੱਥੇ ਕੱਢਦੇ ਨੇ। ਔਰ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਫਾਜ਼ਿਲਕਾ ਅਬੋਹਰ ਤੋਂ ਲੈ ਕੇ ਮਾਨਸਾ ਬੁਢਲਾਡਾ ਤੱਕ, ਤੇ ਉਹ ਮੋਹਾਲੀ ਤੋਂ ਲੈ ਕੇ ਤੇ ਆ ਮੁਕੇਰੀਆਂ ਪਠਾਨਕੋਟ ਤੇ ਆ ਅਟਾਰੀ ਬਾਰਡਰ ਤੱਕ ਲੋਕੀ ਪਹਿਲਾਂ ਇਹਨਾਂ ਨੂੰ ਫੋਨ ਕਰ ਦਿੰਦੇ, ਜੀ ਅਸੀਂ ਆਉਣਾ, ਸਾਡੇ ਵਾਸਤੇ ਇੰਨਾ ਕੁ ਕੁਦਰਤੀ ਖੇਤੀ ਵਾਲਾ ਸਮਾਨ ਰੱਖਿਓ। ਕੀ ਰੱਖਿਓ? ਇੰਨਾ ਸਾਨੂੰ ਗੁੜ ਚਾਹੀਦਾ, ਇੰਨੀ ਸਾਨੂੰ ਸ਼ੱਕਰ ਚਾਹੀਦੀ ਹੈ, ਇਹਦੇ ਵਾਸਤੇ ਇੰਨੀ ਸਾਨੂੰ ਹਲਦੀ ਚਾਹੀਦੀ ਹੈ। ਕੁਦਰਤੀ ਹਲਦੀ ਉੱਥੇ ਬੀਜੀ ਜਿਹੜੀ ਆਪਣੀ ਆ, ਜੀ। ਉਹ ਜਦੋਂ ਲੈ ਕੇ ਜਾਂਦੇ ਲੋਕ, ਉਹ ਆਪਣੇ ਆਪ 'ਚ ਆ ਬਾਜ਼ਾਰ ਵਾਲੀ ਹਲਦੀ ਨਾਲੋਂ ਸਵਾਦ ਦਾ ਵੀ ਫਰਕ ਆ। ਆਪਣੀ ਸਰੋਂ ਦਾ ਉੱਥੇ ਕੱਢਿਆ ਤੇਲ, ਉਹ ਜਦੋਂ ਲੈ ਕੇ ਜਾਂਦੇ ਉਹਨਾਂ ਨੂੰ ਪਤਾ ਲੱਗਦਾ ਇਹਦਾ ਤੇ ਬਾਜ਼ਾਰ ਵਾਲੇ ਦਾ, ਕੰਪਨੀਆਂ ਦੇ ਤੇਲ ਦਾ ਕੀ ਫਰਕ ਹੈ। ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜੋ ਕੁਝ ਉੱਥੇ ਵੇਖ ਕੇ ਆਏ ਸਾਡੇ ਨਵਜੀਤ ਸਿੰਘ ਹੋਰੀ, ਮੈਂ ਚਾਹੁੰਦਾ ਕਿ ਇਹਦੇ ਤੋਂ ਲੋਕ ਇਹ ਸਿੱਖਣ, ਸਾਡੇ ਦਰਸ਼ਕ ਸਿੱਖਣ, ਬਾਹਰ ਬੈਠੇ ਜਿਹੜੇ ਦਰਸ਼ਕ ਆ ਉਹ ਵੀ ਇਹ ਜਾਣਨ ਕਿ ਉਹਨਾਂ ਦੇ ਆਪਣੇ ਪੰਜਾਬ ਦੇ ਵਿੱਚ ਇਹੋ ਜਿਹਾ ਵਿਲੱਖਣ ਤਜਰਬਾ ਵੀ ਹੋ ਰਿਹਾ, ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਹਾਂ ਪੱਖੀ ਆ, ਬੜੀ ਪੋਜ਼ਿਟਿਵ ਅਪਰੋਚ ਆ, ਇਹ ਲੋਕਾਂ ਸਾਹਮਣੇ ਜਾਣੀ ਚਾਹੀਦੀ। ਸੋ ਇਹ ਜਿਹੜੀ ਚੀਜ਼ ਹੈ ਜੀ, ਇਸ ਕਰਕੇ ਅਸੀਂ ਆਪ ਜੀ ਦੇ ਸਨਮੁਖ ਕਰ ਰਹੇ ਹਾਂ, ਤਾਂ ਜੋ ਜਿਹੜਾ ਆਪਾਂ ਨੂੰ ਇਹ ਲੱਗਦਾ ਹੈ ਕਿ ਵੀ ਜਿਹੜੀ ਚੀਜ਼ ਸਾਡੇ ਕੋਲ ਹੈ ਸ਼ਾਇਦ ਇਹਦਾ ਮੁੱਲ ਹੀ ਕੋਈ ਨਹੀਂ ਹੈਗਾ, ਪਰ ਮੁੱਲ ਪਾਉਣ ਵਾਲਾ ਬੰਦਾ ਚਾਹੀਦਾ। ਸੋ ਮੁੱਲ ਪੈਂਦਾ ਜੇ ਆਪਾਂ ਉਹਦਾ ਪਾਉਣਾ ਜਾਣ ਲਈਏ। ਇਸੇ ਕਰਕੇ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਦੇ 'ਚ ਇੱਕ ਗੱਲ ਗੁਰਪ੍ਰੀਤ ਜੀ ਮੈਂ ਹੋਰ ਦੱਸਣੀ ਚਾਹੁੰਦਾ। ਜੀ। ਇਹ ਜਿਹੜੇ ਚਾੜਕਿਆਂ ਵਾਲੇ ਦੋਵੇਂ ਨੌਜਵਾਨ ਨੇ, ਅਮਰਜੀਤ ਸਿੰਘ ਤੇ ਕਰਮਜੀਤ ਸਿੰਘ, ਇਹਨਾਂ ਦੀ ਭੈਣ ਵੀ ਹੈ ਇੱਕ ਰੁਪਿੰਦਰ ਕੌਰ, ਪੜ੍ਹੀ ਲਿਖੀ, MA ਪਾਸ ਹੈ। ਇਹਨਾਂ ਦੇ ਪਿਤਾ ਜੀ ਅਵਤਾਰ ਸਿੰਘ ਇਸ ਤਰ੍ਹਾਂ ਦੇ ਸਮਾਜ ਸੇਵੀ ਸਨ ਕਿ ਉਹਨਾਂ ਨੇ 10-12 ਸਾਲ ਪਹਿਲਾਂ ਹੀ ਇਹ ਲਿਖ ਕੇ ਫਾਰਮ ਭਰਤਾ ਸੀ ਕਿ ਮੈਂ ਮਰ ਜਾਵਾਂ ਤੇ ਮੇਰਾ ਸੰਸਕਾਰ ਨਾ ਕਰਿਓ, ਅੰਤਿਮ ਸੰਸਕਾਰ ਨਹੀਂ ਕਰਨਾ, ਮੈਨੂੰ ਸਾੜਨਾ ਨਹੀਂ। ਮੈਡੀਕਲ ਕਾਲਜ ਵਿੱਚ ਜਾ ਕੇ ਮੇਰੀ ਲਾਸ਼ ਤੇ ਮੇਰੇ ਮ੍ਰਿਤਕ ਸਰੀਰ ਦੇ ਉੱਤੇ ਮੈਂ ਚਾਹੁੰਦਾ ਕਿ ਡਾਕਟਰੀ ਕਰਨ ਵਾਲੇ ਬੱਚੇ ਉਹ ਜੋ ਵੀ ਤਜਰਬੇ ਕਰਨੇ ਆ ਉਹ ਕਰਨ, ਤਾਂ ਕਿ ਮੇਰੇ ਲਾਸ਼ ਦੇ ਉੱਤੇ ਕੀਤੇ ਤਜਰਬੇ, ਮੇਰੇ ਸਰੀਰ ਤੇ ਕੀਤੇ ਤਜਰਬੇ ਅੱਗੋਂ ਮਨੁੱਖਤਾ ਦੇ ਕੰਮ ਆਉਣ। ਮੈਨੂੰ ਪਤਾ ਸੀ ਜਦੋਂ ਉਹਨਾਂ ਦਾ ਦੇਹਾਂਤ ਹੋਇਆ, ਮੈਂ ਉਦੋਂ ਬਿਮਾਰ ਸਾਂ, ਘਰ ਪਿਆ, ਮੇਰੀ ਸਪੌਂਡਿਲਾਈਟਿਸ ਦੀ ਪ੍ਰੋਬਲਮ ਸੀ। ਇਹਨਾਂ ਦੋਵਾਂ ਨੌਜਵਾਨਾਂ ਦਾ ਮੈਨੂੰ ਫੋਨ ਆਇਆ ਕਿ ਅੰਕਲ ਡੈਡੀ ਪੂਰੇ ਹੋ ਗਏ ਆ। ਮੈਂ ਕਿਹਾ ਬੜਾ ਮੁਸ਼ਕਿਲ, ਮੇਰੇ ਕੋਲੋਂ ਤਾਂ ਪਿੰਡ ਪਤਾ ਨਹੀਂ ਸੰਸਕਾਰ ਤੇ, ਕਹਿੰਦੇ ਸੰਸਕਾਰ ਤੇ ਉਹਨਾਂ ਕਰਨਾ ਨਹੀਂ, ਤੁਹਾਨੂੰ ਭੁੱਲ ਗਿਆ ਕਿ ਉਹਨਾਂ ਨੇ ਆਪਣੀ ਬਾਡੀ ਡੋਨੇਟ ਕੀਤੀ ਸੀ। ਮੈਂ ਕਿਹਾ ਹਾਂ। ਕਹਿੰਦੇ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਤੁਹਾਨੂੰ ਨਾਲ ਲੈ ਕੇ ਜਾਓ ਤੇ ਜਾ ਕੇ ਕਾਲਜ ਵਿੱਚ, ਮੈਡੀਕਲ ਕਾਲਜ ਵਿੱਚ ਬਾਡੀ ਉੱਥੇ ਡੋਨੇਟ ਕਰਕੇ ਆਓ। ਫਿਰ ਮੈਂ ਨਾਲ ਉਹਨਾਂ ਦੇ ਗਿਆ। ਉਦੋਂ ਤੱਕ ਮੈਂ ਉਹਨਾਂ ਦੇ ਘਰ ਨਹੀਂ ਸੀ ਕਦੇ ਗਿਆ ਜੀ, ਮੈਂ ਉੱਦਾਂ ਜਾਣਦਾ ਸੀ। ਆਪਣੇ ਹੱਥੀਂ ਉਹਨਾਂ ਦੀ ਡੈੱਡ ਬਾਡੀ ਜਲੰਧਰ ਮੈਡੀਕਲ ਕਾਲਜ ਜਿਹੜਾ ਪਿਮਸਨ ਕਹਿੰਦੇ ਨੇ, ਉਹਦੇ ਵਿੱਚ ਜਾ ਕੇ ਡੋਨੇਟ ਕਰਕੇ ਆ। ਸਾਰਾ ਕੁਝ ਮੈਂ ਆਪਣੇ ਹੱਥੀਂ ਕੀਤਾ ਤੇ ਉਹਨਾਂ ਦੇ ਭੋਗ ਤੇ ਪਹਿਲੀ ਵਾਰੀ ਮੈਂ ਉੱਥੇ ਗਿਆ ਸੀ। ਉਹ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਪੰਜਾਬ ਭਰ 'ਚ ਜਿੱਥੇ ਜਿੱਥੇ ਕੁਦਰਤੀ ਖੇਤੀ ਕਰਨ ਵਾਲੇ ਆ ਜੀ, ਉਹ ਸਾਰੇ ਲੋਕ, ਭਾਵੇਂ ਜੈਤੋ ਵਿੱਚ ਖੇਤੀ ਵਿਰਾਸਤ ਮਿਸ਼ਨ ਵਾਲੇ ਆ, ਭਾਵੇਂ ਕੁਝ ਹੋਰ, ਤਾਂ ਉਹ ਸਾਰੇ ਉੱਥੇ ਆਏ ਸੀ ਔਰ ਉਹ ਸਾਰੇ ਕਹਿੰਦੇ ਸੀ ਕਿ ਅਸੀਂ ਅਵਤਾਰ ਸਿੰਘ ਹੋਰਾਂ ਤੋਂ ਸਿੱਖਿਆ ਲੈਂਦੇ ਰਹੇ, ਬੜਾ ਕੁਝ ਇਹਨਾਂ ਤੋਂ ਸਿੱਖਿਆ। ਇਹ ਬਹੁਤ ਵੱਡੀ ਗੱਲ ਹੈ। ਸੋ ਇਹ ਉਹ ਚੀਜ਼ਾਂ ਨੇ ਕਿ ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ ਜੇ ਅੱਗੇ ਤੁਰੇਗਾ ਤੇ ਫਿਰ ਹੀ ਗੱਲ ਪਹੁੰਚਦੀ ਹੈ। ਤੇ ਸਾਡੇ ਇਸ ਪ੍ਰੋਗਰਾਮ ਦਾ ਮਕਸਦ ਵੀ ਇਹ ਹੈ ਕਿ ਉਹ ਗੱਲਾਂ ਜਿਹੜੀਆਂ ਕਿ ਆਮ ਤੌਰ ਤੇ ਤੁਹਾਡੇ ਧਿਆਨ 'ਚ ਨਹੀਂ ਆਉਂਦੀਆਂ, ਉਹ ਜ਼ਰੂਰ ਆਉਣ, ਤੇ ਹੋ ਸਕਦਾ ਕਿ ਕਿਸੇ ਹੋਰ ਨੂੰ ਵੀ ਚੰਗ ਲੱਗੇ ਕਿ ਆਪਾਂ ਵੀ ਇਹ ਕੰਮ ਕਰ ਸਕਦੇ ਹਾਂ। ਅਗਲੀ ਜਿਹੜੀ ਰਿਪੋਰਟ ਹੈ, ਉਹ ਉਸ ਰਿਪੋਰਟ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇਹ ਵੀ ਅਹਿਸਾਸ ਹੋ ਜਾਏਗਾ ਕਿ ਜੇ ਮਿਲ ਕੇ ਆਪਾਂ ਕੋਈ ਕੰਮ ਕਰਨ ਵਾਲੇ ਪਾਸੇ ਤੁਰ ਪਈਏ ਤੇ ਬਹੁਤ ਵੱਡੇ ਵੱਡੇ ਬਜਟ ਜਿਹੜੇ ਕਿ ਵਿਖਾਏ ਜਾਂਦੇ ਨੇ ਸਰਕਾਰਾਂ ਵੱਲੋਂ, ਕਈ ਵਾਰ ਉਹਨਾਂ ਦੀ ਲੋੜ ਨਹੀਂ ਪੈਂਦੀ। ਆਪਾਂ ਮਿਲ ਕੇ ਵੀ ਉਹ ਕੰਮ ਕਰ ਸਕਦੇ ਹਾਂ, ਜਿਹੜਾ ਕਿ ਕਈ ਵਾਰ ਬੜਾ ਔਖਾ ਲੱਗਦਾ। ਇੱਕ ਅਗਲੀ ਰਿਪੋਰਟ ਵਾਲੇ ਪਾਸੇ ਵੱਧਦੇ ਹਾਂ, ਉਸ ਤੋਂ ਬਾਅਦ ਕੰਟੀਨਿਊ ਕਰਾਂਗੇ। ਇਸ ਪ੍ਰੋਜੈਕਟ ਨੂੰ ਪਿੰਡ ਵਾਸੀਆਂ ਨੇ ਕਿਵੇਂ ਸਹਿਯੋਗ ਦਿੱਤਾ ਤੇ ਪ੍ਰਵਾਸੀ ਭਾਰਤੀਆਂ ਦਾ ਜਿਹੜਾ ਸੁਨੇਹਾ ਹੈ ਉਸ ਨੂੰ ਕਿਵੇਂ ਉਹਨਾਂ ਨੇ ਕਲਾਵੇ 'ਚ ਲਿਆ, ਔਰ ਪ੍ਰਵਾਸੀ ਭਾਰਤੀਆਂ ਨੇ ਕਿਉਂ ਇਸ ਪਿੰਡ ਵੱਲ ਆਪਣੀ ਜਿਹੜੀ ਵਾਗਡੋਰ ਹੈ ਉਹ ਮੋੜੀ, ਉਸ ਦਾ ਕੀ ਕਾਰਨ ਰਿਹਾ, ਪਿੰਡ ਦੇ ਵੱਖ-ਵੱਖ ਲੋਕਾਂ ਨਾਲ ਕੀਤੀ ਗੱਲਬਾਤ ਤੇ ਉਹਨਾਂ ਦਾ ਤਜਰਬਾ ਕੀ ਕਹਿੰਦਾ ਹੈ। ਇੱਕ ਗੱਲ ਮੈਨੂੰ ਜ਼ਰੂਰ ਮਹਿਸੂਸ ਹੁੰਦੀ ਸੀ ਜਦੋਂ ਕਿਤੇ ਗੱਲ ਚੱਲਦੀ ਸੀ ਡਿਵੈਲਪਮੈਂਟ ਦੀ, ਸਾਡੇ NRI ਭਰਾਵਾਂ ਦੇ ਸਹਿਯੋਗ ਦੀ, ਤਾਂ ਉਦੋਂ ਸਾਡੇ ਪਿੰਡ ਦਾ ਜ਼ਿਕਰ ਨਹੀਂ ਸੀ ਹੁੰਦਾ। ਉਦੋਂ ਜ਼ਿਕਰ ਹੁੰਦਾ ਸੀ ਚੱਕਰ ਪਿੰਡ ਦਾ, ਜਿਨ੍ਹਾਂ ਨੇ ਪਿੰਡ NRI ਬੰਦੇ ਆਪਣੇ ਜਿਹੜੇ ਸੀਗੇ NRI ਬੰਦੇ ਉੱਥੋਂ ਦੇ ਚੱਕਰ ਪਿੰਡ ਦੇ ਵਸਨੀਕ ਜਿਹੜੇ ਬਾਹਰ ਗਏ ਹੋਏ ਆ,
ਉਹਨਾਂ ਦੇ ਸਹਿਯੋਗ ਨਾਲ ਉਸ ਪਿੰਡ 'ਚ ਸੀਵਰੇਜ ਪਿਆ ਸੀ। ਤੇ ਜਾਂ ਇੱਕ ਪਿੰਡ ਹੋਰ ਆ ਕੋਈ ਨੂਰ ਮਹਿਲ ਕੋਲੇ, ਉਹਦਾ ਨਾਮ ਮੈਂ ਸੁਣਦਾ ਸੀ, ਤੇ ਮੈਂ ਪੰਨੂ ਸਾਹਿਬ ਕੋਲੇ ਬੇਨਤੀ ਕੀਤੀ ਵੀ ਸਾਡੇ ਰੋਡੇ ਪਿੰਡ ਦੇ ਜਿਹੜੇ NRI ਵੀਰ ਆ ਸਾਡੇ ਜਿਹੜੇ ਗਏ ਆ, ਵੀ ਉਹਨਾਂ ਨੇ ਸਾਡੇ ਪਿੰਡ ਵਿੱਚ ਵੀ ਸੀਵਰੇਜ ਪਾਇਆ ਤੇ ਹੋਰ ਵੀ ਇੱਕ ਪਾਰਕ ਬਣਾਏ ਆ। ਸਾਡੀਆਂ ਗਲੀਆਂ ਜਿਹੜੀਆਂ ਜਾਂ ਹੋਰ ਬਹੁਤ ਉਹਨਾਂ ਦੀ ਦੇਣ ਹੈ ਸਾਡੇ ਪਿੰਡ ਨੂੰ, ਤੇ ਕਿਰਪਾ ਕਰਕੇ ਉਹਨਾਂ ਦਾ ਵੀ ਜ਼ਿਕਰ ਕਰਨਾ ਬਣਦਾ ਹੈ। ਤੇ ਇਸ ਜਿਸ ਜਗ੍ਹਾ ਤੇ ਖੜੇ ਆ, ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ। ਜਦੋਂ ਇਹਦੇ ਅਸੀਂ ਕੋਲ ਦੀ ਲੰਘਦੇ ਹੁੰਦੇ, ਜਦੋਂ ਮੈਂ ਇੱਥੇ ਪਿੰਡ 'ਚ ਰਹਿੰਦਾ ਸੀ, ਤੇ ਬਹੁਤ ਡੂੰਘਾ ਛੱਪੜ ਸੀ। ਇਹ ਘੱਟੋ ਘੱਟ 20-25 ਫੁੱਟ ਡੂੰਘਾ ਛੱਪੜ ਸੀ ਤੇ ਬਦਬੂ ਮਾਰਦਾ ਸੀ ਪਾਣੀ। ਤੇ ਆਸੇ-ਪਾਸੇ ਵਾਲੇ ਘਰ ਦੇ ਜਿਹੜੇ ਸੀਗੇ ਉਹ ਸਾਰੇ ਬੜੇ ਤੰਗ ਪਰੇਸ਼ਾਨ ਸੀ। ਇੱਥੇ ਮੱਛਰ ਦੀ ਭਰਮਾਰ ਸੀ, ਜਿਹੜਾ ਪਾਣੀ ਸੀ ਨਲਕਿਆਂ ਦਾ ਪਾਣੀ ਵੀ ਗੰਦਾ ਪਾਣੀ ਹੋ ਗਿਆ ਸੀ। ਤੇ ਇਹ ਪਿੰਡ ਵਾਸੀਆਂ ਨੇ ਇੰਨੀ ਹਿੰਮਤ ਮਾਰੀ ਵੀ ਇੰਨੀ ਭਰਤ ਪਾਉਣੀ ਕੋਈ ਸੌਖੀ ਨਹੀਂ ਹੈ ਗੱਲ ਕੋਈ। ਤੇ ਇੱਥੇ ਜਿਹੜੇ ਪਾਰਕ ਜਿਹੜੇ ਸੀ, ਅਸੀਂ ਸ਼ਹਿਰਾਂ 'ਚ ਬਹਿੰਦੇ ਸੀ, ਉੱਥੇ ਜਿਹੜੇ ਸ਼ਹਿਰੀ ਲੋਕ ਆ ਤੜਕੋ ਤੜਕੀ ਸੁਬਾਹ ਉੱਠ ਕੇ ਸੈਰ ਕਰਦੇ ਸੀਗੇ। ਤੇ ਇਹ ਸਾਡਾ ਉਹ ਸੁਪਨਾ ਇੱਕ ਸਾਡੇ ਸਾਕਾਰ ਹੋ ਗਿਆ। ਇਹ ਪਾਰਕ ਸ਼ਾਨਦਾਰ ਪਾਰਕ ਜਿਹੜਾ ਬਣਿਆ, ਭਰਤ ਪਾ ਕੇ ਵਿਚਾਲੇ ਟਰੈਕ ਬਣੇ ਆ, ਸਾਈਡਾਂ 'ਤੇ ਬੜੇ ਖੂਬਸੂਰਤ ਦਰਖਤ ਲੱਗੇ ਹੋਏ ਆ, ਹਰਿਆਵਲ ਹੈ, ਸੋਲਰ ਲਾਈਟਾਂ ਲੱਗੀਆਂ। ਤੇ ਅੱਜ ਬੜੀ ਤਸੱਲੀ ਖੁਸ਼ੀ ਅੱਜ ਦੇਖ ਕੇ। ਇਸੇ ਤਰ੍ਹਾਂ ਸਾਡੀਆਂ ਸਾਰੀਆਂ ਜਿਹੜੀਆਂ ਹੈਗੀਆਂ ਪਿੰਡ ਦੀਆਂ ਗਲੀਆਂ ਉਹ ਬਹੁਤ ਖੂਬਸੂਰਤ ਬਣ ਚੁੱਕੀਆਂ, ਇੰਟਰਲੋਕ ਟਾਇਲਸ ਲੱਗ ਚੁੱਕੀਆਂ। ਸਾਡੇ ਜਿਹੜੀ ਬਾਹਰ ਦੀ ਫਿਰਨੀ ਆ, ਜਿਹਦੇ ਤੋਂ ਹੀ ਬਾਹਰਲੇ ਲੋਕਾਂ ਨੇ ਆ ਕੇ ਲੰਘਦੇ ਆ ਗੁਜ਼ਰਦੇ ਆ, ਉਹ ਬੜਾ ਨਾਮ ਲੈਂਦੇ ਆ ਵੀ ਰੋਡੇ ਪਿੰਡ ਬੜਾ ਤਰੱਕੀ 'ਤੇ ਹੈ। ਔਰ ਸਾਡੇ NRI ਭਰਾ ਜਿਹੜੇ, ਮੈਂ ਹੁਣ ਉਹਨਾਂ ਦਾ ਜ਼ਿਕਰ ਕਰੂੰਗਾ, ਸਰਦਾਰ ਨਿਰਭੈ ਸਿੰਘ ਜੀ ਔਰ ਸਰਦਾਰ ਚਰਨਜੀਤ ਸਿੰਘ, ਸਾਡੇ ਉਹਨੂੰ ਚਰਨੀ ਨਾਂ ਲੈਂਦੇ ਪਿਆਰ ਨਾਲ ਉਹਨਾਂ ਦਾ, ਔਰ ਮੇਰੇ ਚਾਚਾ ਜੀ ਸਰਦਾਰ ਕਰਨੈਲ ਸਿੰਘ, ਉਹਨਾਂ ਨੇ ਤਿੰਨਾਂ ਨੇ ਦੀ ਮਤਲਬ ਮੁੱਢ ਬੰਨਿਆ ਸਾਡੇ ਪਿੰਡ 'ਚ ਸੀਵਰੇਜ ਪਾਉਣ ਦਾ। ਉਹਨਾਂ ਦੀ ਜਦੋਂ ਸਲਾਹ, ਉਹਨਾਂ ਦੇ ਮੁੱਢ ਬੰਨਣ ਨਾਲ ਜਦੋਂ ਬਾਹਰ ਉਹਨਾਂ ਨੇ ਆਪਣਾ ਦਾ ਜ਼ਿਕਰ ਕੀਤਾ ਇਸ ਗੱਲ ਦਾ, ਸੀਵਰੇਜ ਬਾਰੇ, ਇਹਦੇ ਫਾਇਦਿਆਂ ਬਾਰੇ ਗੱਲ, ਇਹਦੀ ਸਫਾਈ ਦੇ ਰਿਜ਼ਲਟ ਬਾਰੇ ਜੋ ਗੱਲ ਕੀਤੀ, ਤੇ ਫਿਰ ਜਿਹੜੇ NRI ਵੀਰ ਸਾਡੇ ਹੋਰ ਬੈਠੇ ਆ, ਇੱਕ ਲੰਮੀ ਲਿਸਟ ਹੈ ਜੇ ਉਹਨਾਂ ਦਾ ਨਾਂ ਲੈਣਾ ਹੋਵੇ, ਜਿਨ੍ਹਾਂ ਨੇ ਇਸ ਪ੍ਰੋਜੈਕਟ 'ਚ ਸਹਿਯੋਗ ਦਿੱਤਾ। ਰੋਡੇ ਪਿੰਡ ਦੇ ਸਰਦਾਰ ਨਾਜਰ ਸਿੰਘ ਸਾਡੇ ਨਾਲ ਨੇ। ਕੀ ਖਾਸ ਹੈ ਇਸ ਪਿੰਡ ਦੀ, ਵਿਲੱਖਣਤਾ ਕੀ ਹੈ, ਤੇ ਸਭ ਤੋਂ ਵੱਡਾ ਯੋਗਦਾਨ ਕਿਹਦਾ, ਪਿੰਡ ਦਾ, ਨੌਜਵਾਨਾਂ ਦਾ ਜਾਂ NRI ਦਾ? ਦੇਖੋ ਜੀ, ਇੱਥੇ ਸਾਰੀਆਂ ਤਰ੍ਹਾਂ ਦਾ ਹੀ ਹੈ। ਸਭ ਤੋਂ ਪਹਿਲਾਂ ਤਾਂ NRI ਦਾ, ਉਸ ਤੋਂ ਬਾਅਦ ਪਿੰਡ ਵਾਸੀਆਂ ਦਾ ਵੀ ਸਹਿਯੋਗ ਹੈਗਾ, ਫੇਰ ਹੀ ਇਹ ਸੀਵਰੇਜ ਸਾਡਾ ਸਿਰੇ ਚੜ੍ਹਿਆ ਹੈ। ਸੀਵਰੇਜ ਤੋਂ ਇਲਾਵਾ ਸੜਕਾਂ ਵੀ ਬਣਾਈਆਂ ਤੁਸੀਂ, ਪਾਰਕ ਵੀ ਬਣਾਇਆ, ਔਰ ਕਹਿੰਦੇ ਪ੍ਰੋਜੈਕਟ ਜਿਹੜਾ ਸਰਕਾਰ ਨੇ ਮੰਨ ਲਓ 30 ਕਰੋੜ ਦਾ ਦਿੱਤਾ ਸੀਗਾ ਤੇ ਤੁਸੀਂ ਉਹ 3 ਕਰੋੜ 'ਚ ਹੀ 10 ਪੈਸਿਆਂ 'ਚ ਪੂਰਾ ਕਰਤਾ। ਹਾਂਜੀ, ਇਹ ਸੱਚ ਹੈ। ਇਹ ਸੰਭਵ ਕਿਵੇਂ ਹੁੰਦਾ ਜੀ? ਉਹਦੇ ਵਿੱਚ ਕਰਪਸ਼ਨ ਹੈ, ਜਿਹੜਾ ਸਰਕਾਰੀ ਹੈ ਇਹਦੇ ਵਿੱਚ ਕਰਪਸ਼ਨ ਹੈ ਨਹੀਂ, ਇਸ ਕਰਕੇ ਇਹ ਘੱਟ ਪੈਸੇ 'ਚ ਬਣਿਆ, ਤੇ ਬਣਿਆ ਵੀ ਸਹੀ ਹੈ। ਸਾਲ ਸਵਾ ਸਾਲ ਦੇ ਵਿੱਚ ਇਹ ਮੁਕੰਮਲ ਹੋ ਗਿਆ। ਸ਼ਹਿਰਾਂ ਦੇ ਵਿੱਚ ਕਿੰਨੇ ਸਾਲ ਹੀ ਨਹੀਂ ਇਹ ਬਣਦਾ। ਪਿੰਡ ਦੇ ਲੋਕ ਆਪ ਵੀ ਕੰਮ ਕਰਦੇ ਸੀ, ਇਸ ਕਰਕੇ ਇਹਦੇ 'ਚ ਇਮਾਨਦਾਰੀ ਸੀ, ਤਾਂ ਇਹ ਛੇਤੀ ਸਿਰੇ ਚੜ੍ਹਿਆ। ਜਿਹੜੇ ਇਸ ਸੀਵਰੇਜ ਪਾਉਣ ਦੇ ਵਿੱਚ ਇਕੱਠੇ ਹੋਏ ਸੀ ਲੋਕ, ਉਹ ਤਕਰੀਬਨ ਅਗਾਂਹ ਵਧੂ ਸੋਚ ਵਾਲੇ ਤੇ ਚੰਗੀ ਸੋਚ ਵਾਲੇ ਸੀ, ਜਿਹੜੇ ਹਮੇਸ਼ਾ TV ਚੈਨਲਾਂ 'ਤੇ ਦੂਜੇ ਪਿੰਡਾਂ ਨੂੰ ਦੇਖਦੇ ਰਹਿੰਦੇ ਸੀ ਅਤੇ ਕਹਿੰਦੇ ਸੀ ਵੀ ਸਾਡਾ ਪਿੰਡ ਵੀ ਕਿਸੇ ਵੇਲੇ ਇਸ ਨਕਸ਼ੇ 'ਤੇ ਆਵੇ। ਅਸੀਂ ਇੱਕ ਮਨ ਹੋ ਕੇ ਪੂਰੇ ਭਰੋਸੇ ਦੇ ਨਾਲ ਇਹ ਕਮੇਟੀ ਬਣਾਈ, ਤਾਂ ਹੀ ਸਾਨੂੰ ਇਹਦੇ ਵਿੱਚ ਪੂਰਾ ਬੂਰ ਪਿਆ ਸਾਡੇ ਇਸ ਕੰਮ ਨੂੰ। ਤੁਹਾਡੀ ਇੱਛਾ ਹੈ ਕੰਮ 10 ਰੁਪਈਆਂ ਵਾਲਾ 1 ਰੁਪਈਏ 'ਚ ਕਰਾਉਣ ਦਾ, ਔਰ ਸਰਕਾਰੀ ਅੜਚਨ ਇਹ ਹੁੰਦੀ ਆ ਕਿ ਉਹਨਾਂ ਨੂੰ ਹੁੰਦਾ ਕਿ 2 ਰੁਪਈਏ ਸਾਨੂੰ ਕਮਿਸ਼ਨ ਬਣਨਾ ਸੀ, ਇਹਨਾਂ ਨੂੰ ਅਸੀਂ ਬਣ ਨਹੀਂ ਦੇਣਾ ਤੇ ਇਹਨਾਂ ਦਾ ਕੰਮ ਕੰਪਲੀਟ ਨਹੀਂ ਹੋਣ ਦੇਣਾ। ਇਸ ਤਰ੍ਹਾਂ ਦੀ ਮੁਸ਼ਕਲ ਵੀ ਆਈ? ਨਹੀਂ, ਇੱਥੇ ਪਤਾ ਕੀ ਹੈ, ਜਦੋਂ NRI ਬੰਦੇ ਜਿਨ੍ਹਾਂ ਨੇ ਮੂਹਰੇ ਲੱਗੇ, ਨਿਰਭੈ ਸਿੰਘ, ਸਰਦਾਰ ਨਿਰਭੈ ਸਿੰਘ ਬਰਾੜ ਹੈਗੇ, ਜਿਨ੍ਹਾਂ ਨੇ ਇਹ ਹੀਲਾ ਕੀਤਾ, ਉਹਨਾਂ ਨੇ ਕੀ ਕੀਤਾ, ਪਹਿਲਾਂ ਪਿੰਡ ਜਾ ਕੇ ਉਹਨਾਂ ਦਾ ਆਏ ਸੀ ਮੈਂ ਪਿੰਡ 'ਤੇ ਪੈਸੇ ਪਾਉਣੇ ਆ। ਪਹਿਲਾਂ ਉਹਦੇ ਮਨ 'ਚ ਇਹ ਗੱਲ ਹੈ ਵੀ ਮੈਂ ਪਿੰਡ 'ਤੇ ਪੈਸੇ ਲਾਉਣੇ ਆ। ਉਹਨੇ 2-3 ਸਾਲ ਟੂਰਨਾਮੈਂਟ ਕਰਾਏ ਇੱਥੇ ਬਹੁਤ ਭਾਰੇ। ਉਹਦੇ 'ਚ ਕੀ ਕੀਤਾ, ਉਹਨੂੰ ਐਂ ਲੱਗਾ ਵੀ ਪਲੇਅਰ, ਤੁਹਾਨੂੰ ਪਤਾ ਵੀ ਟੀਕੇ ਵਗੈਰਾ ਲਾਉਂਦੇ, ਉਹਨੂੰ ਜਦੋਂ ਉਹ ਨਿਰਾਸ਼ ਹੋ ਗਿਆ ਬੰਦਾ ਵੀ ਇਹਨਾਂ ਦਾ ਕੋਈ ਬੈਨੀਫਿਟ ਨਹੀਂ ਹੋ ਰਿਹਾ, ਉਹਨੇ ਫੇਰ ਇਕੱਠ ਕੀਤਾ ਵੀ ਮੈਂ ਪੈਸੇ ਲਾਉਣੇ ਚਾਹੁੰਦਾ, ਵੀ ਆਪਾਂ ਕੀ ਕੰਮ ਕੀਤਾ ਜਾਵੇ। ਉਹਨੇ ਆਪਦੇ ਘਰੇ ਇਕੱਠ ਕੀਤਾ। ਉਹ ਫਿਰ ਸਾਰਿਆਂ ਦੀ ਗੱਲ ਇਹ ਉੱਭਰੀ, ਪਿੰਡ ਵੱਡਾ ਹੈਗਾ, ਪਿੰਡ ਇਤਿਹਾਸਕ ਹੈ ਤੇ ਇਹਦੀ ਦੇਣ ਬਹੁਤ ਜ਼ਿਆਦਾ ਹੈ, ਇਹਦੇ ਪਿੰਡ ਦੇ ਵਿੱਚ ਸਫਾਈ ਪੂਰੀ ਹੈ ਨਹੀਂ। ਉਹਨੇ ਫਿਰ ਆਈਡੀਆ ਸਾਰਿਆਂ ਨਾਲ ਰਲ ਮਿਲ ਕੇ ਆਇਆ ਵੀ ਇਹਦੇ 'ਚ ਪਿੰਡ 'ਚ ਸੀਵਰੇਜ ਪਾਇਆ ਜਾਵੇ। ਉਹਨੇ ਸਾਰੀਆਂ ਧਿਰਾਂ ਨੂੰ ਵਿੱਚ ਸੱਦਿਆ, ਬੰਦੇ ਜਿਹੜੇ ਸੀਗੇ ਉਹਦੇ 'ਚ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਸੀ ਉਹ ਸਾਰੇ ਬੰਦੇ ਆਏ। ਫਿਰ ਉਸ ਤੋਂ ਬਾਅਦ ਪਲੈਨਿੰਗ ਇਹ ਬਣੀ ਵੀ ਆਪਾਂ ਅਗਰਾਹੀ ਕਰਨੀ ਹੈ, ਸਾਰੀਆਂ ਧਿਰਾਂ ਨੂੰ ਵਿੱਚ ਲਿਆ। ਜਿਹੜੇ ਵਿੱਚ ਨਹੀਂ ਆਉਣੇ ਚਾਹੁੰਦੇ ਸੀ ਚਲੋ ਨਹੀਂ ਆਏ, ਪਰ ਜ਼ਿਆਦਾ ਬੰਦੇ ਵਿੱਚ ਆ ਗਏ ਸਾਰੀਆਂ ਧਿਰਾਂ ਪਾਰਟੀਆਂ ਦੇ। ਫਿਰ ਸ਼ੁਰੂ ਹੋਇਆ ਕੰਮ। ਫਿਰ ਜਦੋਂ ਮੁੱਢ 'ਚ ਗੱਲ ਸ਼ੁਰੂ ਹੋਈ ਵੀ ਸਰਕਾਰ ਤੋਂ ਪਵਾਇਆ ਜਾਵੇ ਜਾਂ ਆਪ ਪਵਾਇਆ ਜਾਵੇ,
ਉਹ ਫਿਰ ਮਾਡਲ ਸਾਹਮਣੇ ਆਇਆ ਵੀ ਜਿਹੜਾ ਸੰਤ ਸੀਚੇਵਾਲ ਵਾਲਾ ਮਾਡਲ ਹੈ ਉਹ ਕਾਮਯਾਬ ਹੈ, ਉਹ ਸਹੀ ਢੰਗ ਨਾਲ ਚੱਲਦਾ ਹੈ, ਪੈਸੇ ਵੀ ਉਹਦੇ 'ਤੇ ਘੱਟ ਲੱਗਦੇ ਆ। ਫਿਰ ਸਾਰੇ ਜਦੋਂ ਕਮੇਟੀ ਬਣ ਕੇ ਤੇ ਉਹ ਸੰਤ ਸੀਚੇਵਾਲ ਕੋਲੇ ਗਏ ਸੀ ਅਸੀਂ, ਉਹਨਾਂ ਨੇ ਫਿਰ ਆਪਦਾ ਬੰਦਾ ਇੱਕ ਮਤਲਬ ਸਰਵੇ ਕਰਨ ਵਾਲਾ ਬੰਦਾ ਭੇਜਿਆ, ਉਹਨਾਂ ਨੇ ਸਾਰੇ ਪਿੰਡ ਦਾ ਲੈਵਲ ਕੀਤਾ, ਉਹਨਾਂ ਨੇ ਐਸਟੀਮੇਟ ਲਾਇਆ, ਅਗਰਾਈ ਬਾਅਦ ਸ਼ੁਰੂ ਕਰਦੇ ਆ ਵੀ ਤੁਹਾਡਾ ਇੰਨਾ ਖਰਚਾ ਆਊਗਾ, ਉਹਦੇ ਹਿਸਾਬ ਨਾਲ ਵੀ ਸਾਡੀ ਜ਼ਮੀਨ ਕਿੰਨੀ ਹੈ ਉਹਦੇ ਹਿਸਾਬ ਨਾਲ ਅਸੀਂ ਅਗਰਾਈ ਦਾ ਸਿਸਟਮ ਬਣਾਇਆ, ਫਿਰ ਅਗਰਾਈ ਕੀਤੀ, ਫਿਰ ਉਹ ਸਾਰਾ ਲੈਵਲ ਕਰਕੇ ਗਏ। ਫਿਰ ਉਹਨਾਂ ਨੇ ਪਹਿਲਾਂ ਉਹਨਾਂ ਨੇ ਆਪ ਵੀ ਸਾਡੇ ਨਾਲ ਕੰਮ ਕਰਾਇਆ, ਫਿਰ ਸਾਨੂੰ ਐਂ ਲੱਗਾ ਵੀ ਆਪਾਂ ਪ੍ਰਾਈਵੇਟ ਸ਼ੁਰੂ ਕਰਾ ਲਈਏ, ਠੀਕ ਹੈ, ਫਿਰ ਪ੍ਰਾਈਵੇਟ ਕਰਾਇਆ ਕੰਮ। ਇਸ ਤਰ੍ਹਾਂ ਸਾਡਾ ਕੰਮ ਕੰਪਲੀਟ ਹੋਇਆ। ਜਿਸ ਜਗ੍ਹਾ 'ਤੇ ਆਪਾਂ ਖੜੇ ਹਾਂ, ਇਸ ਪਰਿਵਾਰ ਤੋਂ ਇੱਥੋਂ ਹੀ ਇਹ ਕੰਮ ਚੱਲਿਆ ਸੀ ਪਿੰਡ ਵਿੱਚ ਸੀਵਰ ਪਾਉਣ ਦਾ। ਬਾਈ ਨਿਰਭੈ ਸਿੰਘ, ਅਮਰੀਕਾ ਵਾਲੇ ਬਾਈ ਚਰਨੀ, ਆਪਣੇ ਤਾਇਆ ਜੀ ਸੀਗੇ ਕਰਨੈਲ ਸਿੰਘ, ਹੋਰ ਵਗੈਰਾ। ਪਹਿਲੇ ਇਹਨਾਂ ਨੇ ਸ਼ੁਰੂ ਕੰਮ ਕੀਤਾ ਸੀ, ਉਸ ਤੋਂ ਬਾਅਦ NRI ਨਾਲ ਦੀ ਨਾਲ ਲੜੀਵਾਰ ਤੁਰੇ ਨਾਲ ਇਹਨੇ ਰਲ ਕੇ ਫਿਰ ਪਿੰਡ ਦੇ ਵਿੱਚ ਸੀਵਰੇਜ ਪਾਇਆ। ਪਹਿਲਾਂ ਕਬੱਡੀ ਕਰਾਉਂਦੇ ਸੀ, ਹਰ ਸਾਲ ਟੂਰਨਾਮੈਂਟ ਕਰਾਉਂਦੇ ਸੀ, ਕੁਛ ਉਹਦੇ ਵਿੱਚ ਤਰੁੱਟੀਆਂ ਆਈਆਂ, ਕੰਮ ਚੰਗਾ ਸੀ। ਉਸ ਤੋਂ ਬਾਅਦ 'ਚ ਇਹਨਾਂ ਨੇ ਸੋਚਿਆ ਵੀ ਚਲੋ ਅਸੀਂ ਕੰਮ ਕਰਦੇ ਹਾਂ ਪਿੰਡ ਦੇ ਵਿੱਚ, ਇਹੋ ਜਿਹਾ ਕੰਮ ਕਰੀਏ, ਹਮੇਸ਼ਾ ਇਸ ਸਾਡੀ ਛਵੀ ਅਤੇ ਸਾਡੀ ਯਾਦਾਸ਼ਤ ਬਣਦੀ। ਉਹਨਾਂ ਰਲ ਕੇ ਪਿੰਡ ਦੇ ਸੀਵਰੇਜ ਪਾਇਆ। ਸੀਵਰੇਜ ਦੇ ਨਾਲ ਨਾਲ ਮੁੜ ਕੇ ਸਾਰੇ ਪਿੰਡ ਵਾਲਿਆਂ ਨੇ ਸਾਥ ਦਿੱਤਾ, ਜ਼ਮੀਨ ਦੇ ਅਕੋਰਡਿੰਗ, ਜਾਂ ਕੋਈ ਜਿਹੜੀ ਡਿਪਾਰਟਮੈਂਟ ਦੇ ਵਿੱਚ ਸੀਗਾ, ਕੋਈ ਟੀਚਰ ਲੱਗਾ ਸੀ ਜਾਂ ਕੋਈ ਵੀ ਡਿਪਾਰਟਮੈਂਟ, ਉਸ ਹਿਸਾਬ ਨਾਲ ਢਾਲ ਲਿਆ। ਜਿਹੜੇ ਰਿਟਾਇਰ ਹੋਏ ਸੀ ਉਹ ਢਾਲੇ, ਦੁਕਾਨਾਂ ਵਾਲੇ ਉਸ ਢਾਲ 'ਤੇ, ਉਵੇਂ ਪੈਸੇ ਕਰਕੇ ਇਕੱਠੇ ਸਾਰਾ ਇਹ ਕੰਮ ਸਿਰੇ ਲਾਇਆ ਉਹਨਾਂ ਨੇ। ਇਹ ਸਾਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਇਹ ਚੀਜ਼ 'ਚੋਂ। ਪਿੰਡ ਸੀਵਰੇਜ ਪੈ ਗਿਆ, ਪਿੰਡ ਦੇ ਜਿਹੜੇ ਬੰਦੇ ਸੀ ਉਹਨਾਂ ਨੇ ਸਿਆਸੀ ਪਾਰਟੀਆਂ ਨੂੰ ਉੱਪਰ ਉੱਠ ਕੇ ਏਕੇ 'ਚ ਬੰਨ੍ਹ ਲਿਆ। NRI ਵੀਰਾਂ ਨੇ ਆਪਣਾ ਪਿਆਰ ਦਿਖਾਇਆ ਪਿੰਡ ਪ੍ਰਤੀ, ਤਾਂ ਸਾਨੂੰ ਇਕਜੁੱਟ ਹੋਣ ਦਾ ਮੌਕਾ ਦਿੱਤਾ ਅਤੇ ਵਧੀਆ ਪੰਚਾਇਤ ਚੁਣੀ ਗਈ ਉਸ ਢੰਗ ਦੇ ਨਾਲ, ਅਤੇ ਸਾਰੇ ਬੰਦੇ ਇੱਕ ਦੂਜੇ ਨਾਲ ਹੌਸਲੇ ਨਾਲ ਕੰਮ ਕਰਦੇ ਆ। ਅੱਗੇ ਵਧਣ ਦੀ ਹਰੇਕ ਬੰਦਾ ਕੋਸ਼ਿਸ਼ ਕਰਦਾ ਵੀ ਪਿੰਡ ਦੇ ਤਰੱਕੀ ਦੇ ਯੋਗਦਾਨ ਪਾਉਂਦਾ। ਅਕਸਰ ਹੁੰਦਾ ਕਿ ਪਿੰਡਾਂ ਦੇ ਵਿੱਚ ਬਹੁਤ ਸਾਰੀ ਧੜੇਬੰਦੀ ਹੁੰਦੀ ਹੈ, ਲੇਕਿਨ ਇਸ ਧੜੇਬੰਦੀ ਤੋਂ ਉੱਪਰ ਉੱਠ ਕੇ ਜਦੋਂ ਇਸ ਪਿੰਡ ਦੀ ਨੁਹਾਰ ਬਦਲਣ ਦੇ ਵਿੱਚ ਪਿੰਡ ਵਾਸੀਆਂ ਨੇ ਸਹਿਯੋਗ ਕੀਤਾ ਤੇ NRI ਭਰਾਵਾਂ ਦਾ ਵੀ ਮਨ ਖੁਸ਼ ਹੋਇਆ, ਔਰ ਉਹਨਾਂ ਨੇ ਇਸ ਗੱਲ ਦਾ ਤਹੱਈਆ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਪਿੰਡ ਦੇ ਵਿਕਾਸ ਦੀ ਕੋਈ ਗੱਲ ਹੋਏਗੀ ਤੇ ਉਹ ਘੱਟੋ ਘੱਟ 10 ਲੱਖ ਰੁਪਈਆ ਹਰ ਸਾਲ ਇਸ ਪਿੰਡ ਨੂੰ ਦੇਣਗੇ। ਨਿਰਭੈ ਸਿੰਘ ਦੀ ਇੱਛਾ ਸੀ ਕਿ ਪਿੰਡਾਂ ਦੇ ਵਿੱਚ ਜਿਹੜੇ ਟੂਰਨਾਮੈਂਟ ਹੁੰਦੇ ਨੇ, ਉਹਨਾਂ ਟੂਰਨਾਮੈਂਟਾਂ ਦੀ ਬਜਾਏ ਇਸ ਤਰ੍ਹਾਂ ਦੇ ਡਿਵੈਲਪਮੈਂਟ ਦੇ ਕੰਮ ਕੀਤੇ ਜਾਣ, ਜਿਨ੍ਹਾਂ ਦੇ ਮੱਦੇਨਜ਼ਰ ਸਕੂਲ, ਵਿੱਦਿਅਕ ਅਦਾਰੇ ਔਰ ਸਿਹਤ ਪੱਖੋਂ ਜਿਹੜੀਆਂ ਚੀਜ਼ਾਂ ਨੇ, ਔਰ ਪਾਣੀ, ਸੀਵਰੇਜ ਟਰੀਟਮੈਂਟ ਪਲਾਂਟ ਇਸ ਤਰ੍ਹਾਂ ਦੇ ਲਾਏ ਜਾਣ। ਇਸ ਤਰ੍ਹਾਂ ਦੇ ਸੀਵਰੇਜ ਟਰੀਟਮੈਂਟ ਪਲਾਂਟ ਲਾ ਕੇ ਉਹਨਾਂ ਨੇ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਪਿੰਡਾਂ ਦੀ ਜੇਕਰ ਮਿਸਾਲ ਪ੍ਰਵਾਸੀ ਭਾਰਤੀ ਬਦਲਦੇ ਰਹਿਣਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਬਾਕੀ ਵਿਕਸਿਤ ਮੁਲਕਾਂ ਦੇ ਨਾਲ ਵੀ ਆਪਣੇ ਪਿੰਡਾਂ ਦਾ ਮੁਕਾਬਲਾ ਕਰ ਸਕਾਂਗੇ। ਸੋ ਇਹ ਵੀ ਤੁਸੀਂ ਝਾਤੀ ਮਾਰ ਲਈ ਜੀ ਕਿ ਜਿਹੜਾ ਕੰਮ ਇਕੱਲਾ ਬੰਦਾ ਨਹੀਂ ਕਰ ਸਕਦਾ ਤੇ ਸਰਕਾਰਾਂ ਪੈਸੇ ਵੱਧ ਮੰਗਦੀਆਂ ਨੇ, ਉਹਨੂੰ ਮਿਲ ਕੇ ਕਿਵੇਂ ਕੀਤਾ ਜਾ ਸਕਦਾ। ਸੋ ਪੰਨੂ ਸਾਹਿਬ ਕੀ ਕਹਿਣਾ ਚਾਹੋਗੇ ਰੋਡਿਆਂ ਵਾਲੇ ਦੀ ਇਹ ਜੋ ਕੁਝ ਵੀ ਪਿੰਡ ਵਾਲਿਆਂ ਨੇ ਕੀਤਾ? ਦੇਖੋ, ਮੋਗੇ ਤੋਂ ਕੋਟਕਪੂਰੇ ਨੂੰ ਜਾਈਏ ਤੇ ਸੜਕ ਦੇ ਲਹਿੰਦੇ ਪਾਸੇ ਪਿੰਡ ਹੈ ਰੋਡੇ, ਜੋ ਕੁਝ ਉੱਥੋਂ ਦੀ ਰਿਪੋਰਟ ਹੁਣੇ ਤਾਂ ਵਿਖਾਈ ਹੈ ਜੀ। ਉੱਥੇ ਵੀ ਮੈਂ ਪਹਿਲਾਂ ਵੀ ਦੱਸਿਆ ਕਿ ਸੰਘੇ ਖਾਲਸਾ ਵਿੱਚ ਵੀ 2 ਚਾਚੇ ਤਾਏ ਦੇ ਪੁੱਤ ਸੀ ਤੇ ਇੱਕ ਉਹਨਾਂ ਦੀ ਭੂਆ ਦਾ ਪੁੱਤ ਨਾਨਕੇ ਢੇਰੀ ਰਹਿੰਦਾ ਸੀ, ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਜੀ। ਇੱਥੇ ਵੀ ਸਰਦਾਰ ਨਿਰਭੈ ਸਿੰਘ, ਚਰਨਜੀਤ ਸਿੰਘ ਤੇ ਕਰਨੈਲ ਸਿੰਘ ਨਾਲ ਜਿਹੜਾ ਬਾਹਰੋਂ ਸਲਾਹ ਕਰਕੇ ਕੰਮ ਸ਼ੁਰੂ ਕੀਤਾ। ਉਹਦੇ 'ਚ ਵਿਲੱਖਣ ਗੱਲ ਇਹ ਆ ਕਿ ਉਸ ਵਕਤ ਦੇ ਮੁੱਖ ਮੰਤਰੀ ਤੱਕ ਇਹਨਾਂ ਨੇ ਪਹੁੰਚ ਕੀਤੀ ਕਿ ਪਿੰਡ ਦਾ ਕੰਮ ਕਰਨਾ ਚਾਹੁੰਦੇ। ਮੁੱਖ ਮੰਤਰੀ ਨੇ ਆਖਿਆ ਵਧੀਆ ਗੱਲ ਹੈ, ਸਾਡੇ ਕੋਲ ਇੱਕ NRI ਸਕੀਮ ਹੈਗੀ ਹੈ ਜਿਸ 'ਚ ਅਸੀਂ ਪੈਸੇ ਦੇ ਸਕਦੇ, ਅੱਧੇ ਪੈਸੇ ਤੁਸੀਂ ਪਾਓ, ਅੱਧੇ ਅਸੀਂ ਪਾਵਾਂਗੇ। ਜਿਹੜੇ ਤੁਸੀਂ ਅੱਧੇ ਪਾਉਣੇ ਮੈਚਿੰਗ ਗ੍ਰਾਂਟ, ਉਹ ਤੁਸੀਂ ਪਹਿਲਾਂ ਤਿਆਰ ਕਰ ਲਓ ਤੇ ਸਰਕਾਰ ਵੱਲੋਂ ਅਸੀਂ ਦਵਾ ਦਿਆਂਗੇ। ਅੱਛਾ, ਉਹ ਹੋਇਆ ਇਹ ਕਿ ਜਦੋਂ ਅਫਸਰਾਂ ਨੇ ਆ ਕੇ ਐਸਟੀਮੇਟ ਬਣਾਇਆ, ਉਹਨਾਂ ਕੁੱਲ ਆਖਿਆ ਜੀ 32 ਕਰੋੜ ਰੁਪਈਆ ਲੱਗੇਗਾ ਜੀ। ਤੇ ਇਹਦਾ ਮਤਲਬ ਕਿ 16 ਕਰੋੜ ਦੀ ਤੁਸੀਂ ਮੈਚਿੰਗ ਗ੍ਰਾਂਟ ਪਹਿਲਾਂ ਜਮ੍ਹਾਂ ਕਰਾ ਦਿਓ ਤੇ ਬਾਕੀ 16 ਕਰੋੜ ਸਰਕਾਰ ਦੇ ਦਿਓ ਜੀ। ਇਹਨਾਂ ਸਲਾਹ ਕੀਤੀ ਕਿ ਇਹ ਨਹੀਂ ਆਪਾਂ ਨੂੰ ਪੁੱਗਣਾ, ਜਿੰਨਾ ਕਰ ਸਕਦੇ ਆਪਾਂ ਆਪਣੇ ਤੌਰ ਤੇ ਕਰ ਲਈਏ। ਇਹਨਾਂ ਨੇ ਕੀਤਾ 4 ਕਰੋੜ ਤੋਂ ਘੱਟ ਪੈਸਿਆਂ 'ਚ ਸਾਰਾ ਪਿੰਡ ਸੁਧਾਰ ਦਿੱਤਾ, ਸੀਵਰੇਜ ਵੀ ਪਾਤਾ। ਜਿੰਨੇ ਪ੍ਰੋਜੈਕਟ ਸਨ ਜਿਹੜੇ ਸਰਕਾਰ ਨੇ ਕੰਮ ਕਰਾਉਣੇ ਸੀ, ਉਹੀ ਸਾਰੇ ਪ੍ਰੋਜੈਕਟ, ਉਹ ਸਾਰਾ ਕੰਮ ਇਹਨਾਂ ਨੇ 4 ਕਰੋੜ ਤੋਂ ਘੱਟ ਕਰਾਤਾ ਜੀ। ਸੰਤ ਬਲਬੀਰ ਸਿੰਘ ਸੀਚੇਵਾਲ ਦਾ ਨਾਂ ਸਾਰੇ ਪੰਜਾਬ 'ਚ, ਕਾਲੀ ਵੇਈ ਦੀ ਜ਼ੋਨ ਸੁਧਾਰ ਦਿੱਤੀ ਉਹਨੇ, ਜਿਸ ਤਰ੍ਹਾਂ ਗੰਦ ਸਾਫ਼ ਕੀਤਾ ਜੀ ਜੀ। ਲੋਕੀ ਉਹਨੂੰ ਆਪਣਾ ਇੱਕ ਮਾਡਲ ਮੰਨਦੇ ਨੇ, ਉਹਨਾਂ ਦੀ ਮਦਦ ਲੈ ਲਈ। ਹੁਣ ਸਵਾਲ ਇਹ ਆ ਕਿ ਸਰਕਾਰ ਕਹਿੰਦੀ ਆ ਕਿ 32 ਕਰੋੜ ਰੁਪਈਆ ਲੱਗਣਾ ਤੇ ਉਹ 'ਚੋਂ 16 ਤੁਸੀਂ ਜਮ੍ਹਾਂ ਕਰਾਓ,
ਲੋਕ ਉਹ ਕੰਮ ਉਹਦੇ ਨਾਲੋਂ ਵਧੀਆ ਮਿਆਰ ਦਾ 4 ਕਰੋੜ 'ਚ ਕਰਵਾ ਲੈਂਦੇ ਆ। ਇਹ ਤੋਂ ਪਹਿਲਾਂ ਇੱਕ ਵਾਰੀ ਗੁਰਦਾਸਪੁਰ ਜ਼ਿਲ੍ਹੇ 'ਚ ਤੁਗਲ ਵਾਲੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਚੱਲਦਾ, ਮੈਨੂੰ ਉੱਥੇ ਅੱਜ ਤੋਂ 20 ਸਾਲ ਪਹਿਲਾਂ ਜਾਣ ਦਾ ਮੌਕਾ ਮਿਲਿਆ ਸੀ ਜੀ। ਉੱਥੇ ਸਰਕਾਰ ਨੇ ਆਖਿਆ ਸੀ ਮੈਚਿੰਗ ਗ੍ਰਾਂਟ ਦਿੰਦੇ ਆ, 15 ਲੱਖ ਰੁਪਇਆ ਦੇ ਦਿਆਂਗੇ, ਇੱਕ ਲੰਮਾ ਬਰਾਂਡਾ ਤੇ ਕਮਰੇ ਪਾਉਣੇ ਆ, 15 ਲੱਖ ਰੁਪਇਆ ਲੱਗੂਗਾ ਉੱਤੇ, ਇਹ 'ਚੋਂ ਅੱਧੇ ਤੁਸੀਂ ਪਾ ਲਓ। ਤੇ ਉਹਨੇ ਆਖਿਆ ਜੀ ਫਿਰ ਅਸੀਂ ਆਪਣੇ ਤੌਰ ਤੇ ਕਰ ਲੈਂਦੇ ਹਾਂ। ਸਕੂਲ ਦੇ ਵਿੱਚ ਕੁੜੀਆਂ ਪੜ੍ਹਦੀਆਂ ਨੇ, ਉਹ ਹੱਥੀਂ ਕਿਰਤ ਕਰਨਾ ਜਾਣਦੀਆਂ ਨੇ, ਉਹ ਵੀ ਨਾਲ ਲੱਗ ਪਈਆਂ, ਇੱਟਾਂ ਉਹਨਾਂ ਨੇ ਚੁੱਕ ਲਈਆਂ। ਉਹਦਾ ਕਿੰਨਾ ਕੁ ਖਰਚਾ ਆ ਸਕਦਾ ਸੀ ਇੱਟਾਂ ਢੋਣ ਦਾ, ਜਿਹੜਾ ਉਹਨਾਂ ਬਚਾ ਲਿਆ ਜੀ। ਬਾਕੀ ਸਾਰਾ ਸਮਾਨ ਆਪ ਜਾ ਕੇ ਲਿਆਂਦਾ। ਉਹ ਕਹਿੰਦੇ ਜਿਹੜਾ ਸਰਕਾਰ ਨੇ 15 ਲੱਖ ਦਾ ਬਜਟ ਬਣਾਇਆ ਸੀ, ਅਸੀਂ ਉਹ 1.5 ਲੱਖ 'ਚ ਸਾਰਾ ਕੁਝ ਕਰ ਲਿਆ। ਹੁਣ ਜਿਹੜਾ ਸਰਕਾਰ ਦਾ 15 ਲੱਖ ਤੇ ਇਹ 1.5 ਲੱਖ ਜੀ, ਰੋਡੇ ਪਿੰਡ ਦੇ ਵਿੱਚ ਸਰਕਾਰ ਕਹਿੰਦੀ ਹੈ 32 ਕਰੋੜ ਲੱਗੂਗਾ, ਅੱਧ ਤੁਸੀਂ 16 ਕਰੋੜ ਕਰਾਓ। ਇਹ ਉਹ 16 ਕਰੋੜ ਦੇ ਵਿੱਚੋਂ ਵੀ 4 ਕਰੋੜ 'ਚ ਕਰ ਲੈਂਦੇ ਆ। ਫਿਰ ਇੱਥੋਂ ਪਤਾ ਲੱਗਦਾ ਕਿ ਐਸਟੀਮੇਟ ਬਣਾਉਣ ਲੱਗਿਆ ਜਿਹੜੇ ਅਫਸਰ ਨੇ ਜੀ, ਉਹ ਪਹਿਲਾਂ ਰੱਖ ਲੈਂਦੇ ਆ ਕਿ ਇਹਦੇ 'ਚ ਮੰਤਰੀ ਦੇ ਇੰਨੇ, ਫਲਾਣੇ ਅਫਸਰ ਦੇ ਇੰਨੇ, ਠੇਕੇਦਾਰ ਦੇ ਇੰਨੇ, ਫਲਾਣੇ ਦੇ ਇੰਨੇ, ਉਹ ਸਾਰੀਆਂ ਵੰਡੀਆਂ ਪਹਿਲਾਂ ਹੀ ਪੈ ਕੇ ਤੇ ਜਿਹੜਾ 4 ਕਰੋੜ ਦਾ ਪ੍ਰੋਜੈਕਟ ਆ ਉਹਨੂੰ 8 ਗੁਣਾ ਮੁੱਲ ਦਾ ਬਣਾਉਂਦੇ ਆ। ਜਿਹੜਾ ਭਾਰਤ ਵਿੱਚ ਭ੍ਰਿਸ਼ਟਾਚਾਰ ਆ ਉਹਦੀ ਜੜ ਇੱਥੇ ਆ। ਔਰ ਇਸ ਜੜ ਨੂੰ ਵੀ ਸਰਦਾਰ ਨਿਰਭੈ ਸਿੰਘ, ਚਰਨਜੀਤ ਸਿੰਘ, ਕਰਨੈਲ ਸਿੰਘ ਹੋਰਾਂ ਨੇ, ਉਸ ਪਿੰਡ ਦੇ ਲੋਕਾਂ ਨੇ, ਉੱਥੋਂ ਦੀ ਪੰਚਾਇਤ ਨੇ, ਸਾਰਿਆਂ ਨੇ ਰਲ ਕੇ ਨੰਗਾ ਕਰ ਦਿੱਤਾ ਕਿ ਜੇ ਆਪ ਹਿੰਮਤ ਕਰੀਏ, ਹਿੰਮਤ ਕਰੇ ਇਨਸਾਨ ਤੋਂ ਕਿਆ ਕੋਈ ਹੋ ਨਹੀਂ ਸਕਦਾ। ਉਹਨਾਂ ਨੇ ਇਹ ਜਿਹੜਾ ਕੰਮ ਕਰਕੇ ਵਿਖਾਤਾ ਕਿ ਇੰਨੇ ਪੈਸਿਆਂ 'ਚ ਹੋ ਸਕਦਾ। ਹੁਣ ਸਰਕਾਰਾਂ ਨੂੰ ਇਹ ਤੋਂ ਸਬਕ ਸਿੱਖਣਾ ਚਾਹੀਦਾ ਤੇ ਵੇਖਣਾ ਚਾਹੀਦਾ ਕਿ ਤੁਹਾਡਾ ਜਿਹੜਾ ਪਾਣੀ ਜਾਂਦਾ ਉੱਪਰੋਂ ਚੰਡੀਗੜ੍ਹ ਤੋਂ ਪਿੰਡਾਂ ਵੱਲ ਨੂੰ, ਰਾਹ 'ਚ ਉਸ ਸੂਏ ਨੂੰ ਟੱਕੀਆਂ ਕਿੰਨੀਆਂ ਲੱਗਦੀਆਂ ਨੇ, ਟਿਊਬਾਂ ਕਿੰਨੀਆਂ ਪੈਂਦੀਆਂ ਤੇ ਖਾਲ ਵਿੱਚ ਸੀਰਾਂ ਕਿੰਨੀਆਂ ਪੈਂਦੀਆਂ, ਜਿਹੜਾ ਨਿਕਾਲ ਹੀ ਨਹੀਂ ਉਸ ਤੱਕ ਪਹੁੰਚਦਾ। ਉਹ ਇਹਨਾਂ ਨੇ ਦੱਸ ਦਿੱਤਾ ਕਿ ਕੰਮ ਕਰਨਾ ਹੋਵੇ ਇੱਦਾਂ ਕਰੀਦਾ। ਨਹੀਂ ਵੇਖਣਗੇ ਕਿਉਂ, ਉਹਨਾਂ ਨੂੰ ਤੇ ਪਤਾ ਜਿਹੜੇ ਕਰਾਉਂਦੇ ਉਹ ਤੇ ਸਗੋਂ ਇਹ ਕਹਿਣਗੇ ਵੀ ਇਹ ਕਦ ਲਈ ਵਿਖਾਈ ਜਾਂਦੇ ਜੇ, ਕਿਉਂ ਦੱਸੀ ਜਾਂਦੇ ਜੇ ਲੋਕਾਂ ਨੂੰ, ਦੱਸੀ ਜਾਂਦੇ ਢੱਕੀ ਰਹਿਣ ਦਿਓ ਸਗੋਂ। ਚਲੋ ਅਸੀਂ ਵਿਕਾਸ ਦੇ ਪੱਖ ਤੋਂ ਇਹ ਦੱਸਿਆ ਕਿ NRI ਭਰਾਵਾਂ ਨੇ ਇੱਥੇ ਆ ਕੇ ਜਿੰਨਾ ਕੰਮ ਕੀਤਾ ਉਹਦੀ ਸ਼ਲਾਘਾ ਕਰਨੀ ਬਣਦੀ ਹੈ। ਬਿਲਕੁਲ। ਔਰ ਇਹਦੇ 'ਚ ਪਿੰਡ ਵਾਲਿਆਂ ਦਾ ਵੀ, ਕੱਲਾ NRI ਨਹੀਂ, ਪਿੰਡ ਵਾਲਿਆਂ ਦਾ ਵੀ ਸਹਿਯੋਗ ਆ। ਉਹ ਬਾਹਰ ਬੈਠੇ ਸਨ, ਜੇ ਪਿੰਡ ਵਾਲੇ ਸਾਰੇ ਸਾਥ ਨਾ ਦਿੰਦੇ ਇੰਨਾ ਸੋਹਣਾ ਕੰਮ ਸ਼ਾਇਦ ਨਾ ਹੋ ਸਕਦਾ ਜੀ। ਸੋ ਇਹ ਵੀ ਇੱਕ ਉਦਾਹਰਨ ਹੈ ਜੀ ਕਿ ਜੇ ਇਸ ਵਕਤ ਖੇਤੀ ਅੰਦੋਲਨ ਜਿਹੜਾ ਹੈ ਉਹ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਕੀਤਾ ਜਾ ਸਕਦਾ, ਤੇ ਇਹ ਵੀ ਇੱਕ ਉਦਾਹਰਨ ਹੈ ਕਿ ਪਿੰਡ ਪੱਧਰ ਤੇ ਵੀ ਜੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ਤੇ ਕੋਈ ਕੰਮ ਕਰਨਾ ਹੋਵੇ ਤੇ ਉਹ ਵੀ ਹੋ ਸਕਦਾ। ਅਗਲੀ ਜਿਹੜੀ ਰਿਪੋਰਟ ਹੈ ਉਹ ਤੁਹਾਨੂੰ ਦਿਖਾਵਾਂਗੇ ਜੀ, ਜ਼ਿਲ੍ਹਾ ਮਾਨਸਾ ਬਾਦਰਗੜ੍ਹ ਜੰਡੀਆਂ ਵਾਲੀ ਉਹ ਮਾਤਾ ਮਹਿੰਦਰ ਕੌਰ ਦੇ ਨਾਲ ਤੇ ਉਹਨਾਂ ਦੇ ਪਤੀ ਦੇ ਨਾਲ ਹੋਈਆਂ ਗੱਲਾਂ ਬਾਤਾਂ। ਪਹਿਲਾਂ ਤੁਸੀਂ ਸੁਣ ਲਓ, ਬਾਕੀ ਗੱਲਾਂ ਬਾਤਾਂ ਆਪਾਂ ਬਾਅਦ 'ਚ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ੍ਰੀ ਅਕਾਲ ਭਾਈ। ਮਾਤਾ ਜੀ ਕਿੰਨੀ ਉਮਰ ਹੋ ਗਈ ਜੀ? ਉਮਰ ਹੋਊਗੀ ਬਈ 80 ਸਾਲ ਦੇ ਲਗਭਗ। ਮਾਤਾ ਜੀ ਕਿੰਨੀ ਪੈਲੀ ਆਪਣੇ ਕੋਲੇ ਇੱਥੇ, ਜਿਹੜਾ ਆਪਣਾ ਖੇਤੀਬਾੜੀ ਹੈ ਉਹ ਕਿਸ ਤਰ੍ਹਾਂ ਚੱਲਦੀ ਹੈ? ਪਹਿਲਾਂ ਤਾਂ ਨਰਮਾ ਸੀ, ਝੋਨਾ ਵੀ ਸੀ, ਹੁਣ ਕਣਕ ਬੀਜੀ ਉੱਗੀ ਖੜੀ ਆਵੇ। ਬਗਾਨੀਆਂ ਤੇ ਖੇਤੀ ਨਹੀਂ ਹੁੰਦੀ, ਬੱਤੀਆਂ ਤੇ ਖੇਤੀ। ਫਿਰ ਮੈਨੂੰ ਆਪ ਨੂੰ ਪਹਿਰਾ ਦੇਣਾ ਪਿਆ। ਫਿਰ ਭਾਈ ਉਸ ਜ਼ਮਾਨੇ 'ਚ ਤਾਂ ਨਾ ਦਾਤਰੀ ਨਾਲ ਹਾੜੀ ਵੱਢਦੇ ਹੁੰਦੇ ਸੀ, ਇਕੱਠੀ ਕਰਕੇ। ਉਸ ਤਰ੍ਹਾਂ ਮਸ਼ੀਨਾਂ ਹੜੰਬੇ 'ਚ ਚੱਲੇ ਸੀ ਤੇ ਰੁੱਗ ਲਾਉਂਦੇ ਕਿਸਾਨ, ਪੰਡ ਲੰਗ ਲਿਆ 200 ਮਣ ਦਾਣੇ ਹੱਥ ਨੂੰ ਕੱਢਦਾ ਹੜੰਬਾ। ਉਹ ਭਾਈ ਜਦੋਂ ਇਕੱਲੇ, ਹੁਣ ਤਾਂ ਸੁੱਖ ਦਾ ਟਾਈਮ ਆ ਗਿਆ, ਮਸ਼ੀਨਾਂ ਚੱਲ ਪਈਆਂ, ਕਿਰਪਾਨਾਂ, ਹੁਣ ਟਾਈਮ ਹੋਰ ਹੈ। ਉਦੋਂ ਭਾਈ ਨਾ ਤਾਂ ਟਿਊਬਵੈਲ ਹੁੰਦੇ ਸੀ, ਨਾ ਹੀ ਉਸ ਜ਼ਮਾਨੇ 'ਚ ਮੋਟਰਾਂ ਹੁੰਦੀਆਂ ਸੀ। ਨਹਿਰਾਂ ਦੀ ਵੀ ਬੰਦੀ ਹੋ ਜਾਂਦੀ ਸੀ ਤੇ ਨਰਮੇ ਦੇ ਟੀਂਡੇ ਸੁੱਕ ਜਾਂਦੇ ਸਨ ਤੇ ਬੱਲੀਆਂ ਵੀ ਕਣਕ ਦੀਆਂ ਸੁੱਕ ਜਾਂਦੀਆਂ ਤੇ ਫੁੱਲ ਜਾਂਦੀਆਂ ਕਣਕਾਂ, ਝਾੜ ਘੱਟ ਜਾਂਦੇ ਸੀ। ਬਸ ਇਸ ਤਰ੍ਹਾਂ ਮਸਾਂ ਪੇਟ ਗੁਜ਼ਾਰੇ ਜੇ ਹੁੰਦੇ ਸੀ। ਕਦੇ ਵੱਧ ਹੋ ਗਏ 4 ਮਣ ਦਾਣੇ, ਕਦੇ ਆੜ੍ਹਤੀਆਂ ਦੇ ਕਰਜ਼ੇ ਸਿਰ ਟੁੱਟ ਗਏ। ਬਸ ਲੈਸਾਂ ਦੇਸਾਂ ਤੁਰੀਆ ਹੀ ਭਾਈ, ਤੇ ਆਹ ਟਾਈਮ ਫਿਰ ਭਾਈ ਮੈਨੂੰ ਪਤਾ ਲੱਗਿਆ ਵੀ ਤੁਸੀਂ ਪਾਣੀ ਵਗੈਰਾ ਵੀ ਆਪ ਲਾਉਂਦੇ ਰਹੇ ਹੋ। ਪਹਿਲਾਂ ਕਹਿੰਦੇ ਵੀ ਖੇਤ ਚਲੇ ਜਾਂਦੇ ਹੁੰਦੇ ਸੀਗੇ। ਤੇ ਬਹੁਤ ਫਿਰ ਵੀ ਮੈਂ ਹੀ ਕਰਨਾ ਸੀ, ਖਾਲ ਸਵਾਰਨੇ, ਪਾਣੀ ਲਾਉਣੇ। 2 ਮੋਗਿਆਂ ਤੇ ਵਾਰੀ ਸੀ, ਰਾਤ ਦੇ 9 ਵਜੇ ਪਾਣੀ ਵੱਢਣਾ। ਇੱਕ ਉਹ ਕੰਗਣਾ ਰਣਾਵਤ ਨੇ ਤੁਹਾਨੂੰ ਕਿਹਾ ਵੀ ਪਤਾ ਨਹੀਂ ਉਹ 100 ਰੁਪਏ ਵਾਲੀ ਗੱਲਬਾਤ ਜੀ, ਤੇ ਜਦੋਂ ਉਹਨਾਂ ਨੇ ਇਹ ਗੱਲ ਆਖੀ ਤੇ ਤੁਹਾਡੇ ਦਿਲ ਤੇ ਕੀ ਬੀਤੀ, ਤੁਹਾਨੂੰ ਕੀ ਲੱਗਿਆ ਤੁਹਾਡੇ ਮਨ ਦੇ ਵਿੱਚ? ਇਹੋ ਜਿਹੇ ਵੀ ਕੋਈ ਖਰਾ ਹਕਾਰ ਦੀ ਭਰੀਏ ਮੋਦੀ ਸਾਹਿਬ, ਖਰਾ ਮੈਨੂੰ ਕੋਈ ਟਿਕਟ ਦੇਣਗੇ, ਖਰਾ ਕੀ ਅਹੁਦਾ ਦੇਣਗੇ। ਕਿਸਾਨਾਂ ਦੀ ਦਾਤਿਆਂ ਦੀ ਕਿਉਂ ਨਿੰਦਿਆ ਕਰਦੀ ਹੈ? ਮੋਦੀ ਸਾਹਿਬ ਵੀ ਉਹਨਾਂ ਦਾ ਅੰਨ ਖਾਂਦੇ ਹੈ, ਕੰਗਣਾ ਵੀ ਅੰਨ ਖਾਂਦੀ ਹੈ। ਨਾ ਇਹ ਤਾਂ ਨਿੰਦਿਆ ਕਰਦੇ ਹੈ ਤੇ ਨਾ ਇਹਦੇ ਹੁੰਦੇ ਕਿ ਵੀ ਨਾ ਗਦੀ ਖੇਤ ਖਾ ਗਈ ਤੇ ਨਾ ਟੀਡਨਾ ਚਲਾ ਗਈ। ਨਾ ਕਿਸਾਨਾਂ ਦੀ ਨਿੰਦਿਆ ਕਰਦੀ ਹੈ ਤੇ ਨਾ ਉਹਨਾਂ ਦਾ ਉਗਾਇਆ ਅੰਨ ਖਾਂਦੀ ਹੈ। ਕਿਸਾਨ ਤਾਂ ਅੰਨਦਾਤੇ ਹੈ, ਜੈ ਜਵਾਨ ਜੈ ਕਿਸਾਨ। ਮਾਤਾ ਜੀ ਹੁਣ ਜਦੋਂ ਤੁਹਾਡੇ ਕੋਲੇ ਇੱਥੇ ਲੋਕ ਫੋਟੋਆਂ ਖਿਚਾਉਣ ਲਈ ਵੀ ਆਉਂਦੇ ਆ, ਲੋਕ ਇੱਥੇ ਇੰਟਰਵਿਊਆਂ ਲੈਣ ਵਾਲੇ ਵਾਸਤੇ ਵੀ ਆਉਂਦੇ ਆ, ਗੱਲਾਂ ਬਾਤਾਂ ਕਰਦੇ ਆ, ਕਿਹੋ ਜਿਹਾ ਲੱਗਦਾ ਹੈ? ਹੌਸਲਾ ਅਫਜ਼ਾਈ ਵੱਧਦੀ ਹੈ ਕਿਤੇ ਨਾ ਕਿਤੇ? ਹੌਸਲਾ ਸਾਡੇ ਤਾਂ ਰੌਣਕ ਲੱਗੀ, ਜੀ ਲੱਗਿਆ ਹੋਇਆ ਭਾਈ।
ਕੱਲ ਵੀ ਮੁੰਡੇ ਨਿਊਜ਼ੀਲੈਂਡ ਤੋਂ ਵੀ ਪੈਡਲ ਪਾ ਕੇ ਵਿਚਾਰੇ ਸਨਮਾਨ ਕਰ ਗਏ ਵੀ ਜੀ ਆਇਆਂ ਨੂੰ, ਆਖਿਆ ਰੌਣਕ ਲੱਗ ਗਈ ਭਾਈ, ਮੇਲਾ ਲੱਗ ਗਿਆ ਜਿਵੇਂ ਆਪਾਂ ਮੇਲੇ ਤੇ ਖੁਸ਼ੀਆਂ ਲੱਗੀਆਂ ਹੁੰਦੀਆਂ ਹੈ। ਤੇ ਜਿਹੜੇ ਕਿਸਾਨ ਹੈ ਨਾ, ਤੇ ਮੈਂ ਵੀ ਆਪ ਵੀ ਖਾਸ ਵਾਰੀ ਜੇ ਢੋਲਕੀ 30 ਕਿਲੋ ਭਾਰ ਹੁੰਦਾ ਹੈ ਤੇ ਨਰਮੇ 'ਚ ਪਾਣੀ ਖੜਾ ਹੁੰਦਾ ਹੈ, ਕਿਸਾਨ ਜਦੋਂ ਚੱਕਦੇ ਫਿਰ ਖੁੱਬਦੇ ਵੀ ਹੈ। ਬਹੁਤ ਔਖੀ ਕਮਾਈ ਕਿਸਾਨ ਦੀ। ਜੇ ਨਰਮੇ ਵਿੱਚ ਸਪਰੇਅ ਕਰਦੇ ਹੈ, ਢੋਲਕੀ ਚੱਕੀ ਹੁੰਦੀ ਹੈ, ਨਰਮਾ ਆਪਸ ਵਿੱਚ ਅੜਿਆ ਹੁੰਦਾ ਹੈ ਤੇ ਨਿਕਲਣਾ ਕਿੰਨਾ ਔਖਾ ਹੈ। ਕਿਸਾਨ ਦਾ ਖੂਨ ਪਸੀਨਾ ਰਲ ਕੇ ਕਮਾਈ ਫੇਰ ਹੁੰਦੀ ਹੈ, ਮੁੜਕਾ ਆਉਂਦਾ ਹੈ। ਉਹ ਕੋਈ ਬਲੈਕ ਨਹੀਂ ਕਰਦੇ, ਕੋਈ ਫੀਮਾ ਨਹੀਂ ਵੇਚਦੇ, ਕੋਈ ਪੋਸਤ ਨਹੀਂ ਵੇਚਦੇ। ਦਸਾਂ ਨਾਹਾਂ ਦੀ ਕਮਾਈ ਕਰਕੇ ਨਾ, ਇਹ ਕਈ ਵਾਰੀ ਧੰਨਾ ਫੜਨ ਵਾਲੀ, ਕਈ ਵਾਰੀ ਸਿਰ ਟੁੱਟ ਜਾਂਦਾ ਹੈ। ਕਿਸਾਨ ਅੰਨਦਾਤਾ ਭਗਤ ਹੈ। ਸਾਰੇ ਜੀ ਜੰਤ ਕਿਸਾਨ ਦੀ ਕਮਾਈ ਖਾਂਦੇ ਹੈ ਤੇ ਕਿਸਾਨ ਤਾਂ ਜੇ ਰੱਬ ਦਾ ਨਾਮ ਘੱਟ ਜਾਵੇ ਤੇ ਕਮਾਈ ਕਰਕੇ ਤੇ ਭਗਤਾਂ ਵੀ ਗਿਣਿਆ ਦਾ। ਹੋਰ ਜਿਹੜੇ ਬਜ਼ੁਰਗ ਸੀ ਉਹਨਾਂ 'ਚ ਵੀ ਉਤਸ਼ਾਹ ਆਇਆ, ਜਿਹੜੇ ਦੇਖਦੇ ਸੀ ਘਰਾਂ 'ਚ ਬੈਠੇ ਸੀ, ਇਸ ਅੰਦੋਲਨ 'ਚ ਜਾਂਦੇ ਨਹੀਂ ਸੀ। ਕੀ ਕਹੋਗੇ ਜਿਹੜੇ ਹੁਣ ਇਸ ਟਾਈਮ ਵੀ ਘਰਾਂ 'ਚ ਬੈਠੇ ਹੋਏ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹ ਘਰਾਂ 'ਚ ਉਹਨਾਂ ਦਾ ਘਰੇ ਕੀ ਕਰੇਗਾ? ਘਰੇ ਖੇਤੀ ਤੇ ਹੁਣ ਕਣਕ ਦਾ ਪਹਿਲਾਂ ਤਾਂ ਬੀਜੇ ਖਾਈ ਜਾਂਦੇ ਹੈ, ਹੁਣ ਬੀਜੇ ਗਾਂਹ ਨੂੰ ਹੋ ਜੂਗੀ। ਤੇ ਪਾਣੀ 'ਚ ਕੋਈ ਇੱਕ ਅੱਧਾ ਬੰਦਾ ਵੀ ਪਾਣੀ ਨਹੀਂ ਲਾਉਂਦਾ, ਕੋਈ ਘਰੇ ਇੱਕ ਤੇ ਦੋ ਜਣੇ ਬਾਹਰ ਬੈਠੇ ਹੈ। ਆਪੇ ਮਹਾਰਾਜਾ ਕਦੇ ਮੀਂਹ ਪਾ ਦੂਗਾ, ਕਣੀਆਂ ਛਣ ਖੇਤੀ ਰੱਬ ਦੇਊਗਾ। ਰੱਬ ਦੇ ਆਸਰੇ ਜੇ ਆਪਾਂ ਸਪਰੇਅ ਚੱਕਦੇ ਨਾ, ਮੌਤ ਨੂੰ ਮਾਸੀ ਕੌਣ ਉਹਦੇ ਫਿਰ ਸਪਰੇਅ ਨਹੀਂ ਚੱਕ ਕੇ ਛਰੋ, ਤੇ ਉਹ ਆਖੀ ਤੇ ਰੱਬ ਦੇ ਆਸਰੇ ਜਿਉਂਦੇ ਆ। ਜੇ ਬਿਮਾਰ ਹੋ ਜਾਣ, ਬਥੇਰੇ ਬਿਮਾਰ ਹੁੰਦੇ ਆ, ਪਰ ਜੇ ਵਧੀ ਹੋਈ ਤਾਂ ਰੱਬ ਦੇ ਆਸਰੇ ਨਾਲ ਖੇਤੀ ਕਰਦੇ ਆ, ਸੱਪਾਂ ਦੇ ਸਿਰ ਲਤੜਦੇ ਆ। ਉਹ ਤਾਂ ਮੌਤ ਦਾ ਸਾਹਮਣਾ ਕਰੀ ਫਿਰਦੇ ਆ। ਤੇ ਉਹਦੇ ਸੁੱਖ ਨੇ ਹੁਣ ਤਾਂ ਵੀ ਮਹਾਰਾਜ ਨੇ ਮੜਾਸਾ ਬੰਨਿਆ ਤੇ ਉਹਨੂੰ ਤਾਂ ਕਿਸਾਨਾਂ ਦੀ ਸੇਵਾ ਖਾਤਰ ਕਿਸਾਨ ਨੂੰ ਜਨਮ ਦਿੱਤਾ ਹੈ ਤੇ ਉਹਨਾਂ ਨੂੰ ਤਾਂ ਉਹ ਆਪਦਾ ਫਰਜ਼ ਡਿਊਟੀਆਂ ਨਿਭਾਉਂਦੇ ਆ। ਤੇ ਘਰੇ ਬੈਠੇ ਕਈ ਤਾਂ ਤਾਸ਼ ਹੀ ਕੁੱਟੀ ਜਾਂਦੇ ਆ, ਕਈ ਮੇਰੇ ਵਰਗੇ ਜਦੋਂ ਮੂਹਰੇ ਤਰਦੀਆਂ, ਜਿਵੇਂ ਬੰਦੇ ਆਹ ਚੂੜੀਆਂ ਪਾ ਲਏ ਤੇ ਮਾਤਾ ਭਾਗੋ ਨੇ ਘੋੜੇ ਚੜ੍ਹ ਕੇ ਲੜਾਈ ਕਰੀ ਸੀ ਮੁਕਤਸਰ ਤੇ ਗੁਰੂ ਗੋਬਿੰਦ ਸਿੰਘ ਨਾਲ। ਭਾਈ ਮੈਨੂੰ ਤਾਂ ਹੌਸਲਾ ਭਾਵੇਂ ਲੈ ਜਾਣ, ਮੈਂ ਤਾਂ ਖਾਈ ਪੀ ਬੈਠੇ, ਮੈਂ ਤਾਂ ਹੁਣ ਵੀ ਤਿਆਰ ਹਾਂ। ਜਾਓਗੇ ਮਾਤਾ ਜੀ ਫਿਰ ਦਿੱਲੀ? ਜ਼ਰੂਰ ਜਾਵਾਂਗੇ, ਆਪਾਂ ਨੂੰ ਜੁੱਤੀਆਂ ਪਾਈਆਂ ਤਿਆਰ ਆ, ਆਖਣ ਸਹੀ ਜਾਓ ਤੇ ਆਪਾਂ ਤਿਆਰ ਹੀ ਆਪਾਂ। ਮੈਂ ਹੀ ਲੈ ਚੱਲਦਾ, ਆਪਾਂ ਇਕੱਠੇ ਚੱਲਦੇ ਹਾਂ। ਦੇਸ਼ ਦੀ ਸੇਵਾ ਕਰਨੀ, ਲੈ ਚੱਲ ਭਾਈ, ਮੈਂ ਤਾਂ ਜਾਣਾ ਹੀ ਜਾਣਾ। ਮੇਲਾ ਵੇਖਾਂਗੇ, ਨਾਲੇ ਖਬਰਾਂ ਜਾਈਏ ਤਾਂ ਮੋਰਚਾ ਜਿੱਤ ਕੇ ਹੀ ਆਈਏ, ਮਹਾਰਾਜਾ ਨੇ ਆਪਾਂ ਨੂੰ ਜਸ ਦੇਵੇ। ਆਪਣੀ ਖਰਾ ਕੋਈ ਪਛਾਣ ਕਰੇ ਵੀ ਭਗਤ ਹੈ ਜਾਂ ਭੁੱਖਿਆ, ਦਇਆ ਕਰੇ ਆਪਣੇ ਤੇ, ਸਾਰੇ ਸੰਸਾਰ ਦਾ ਹੀ ਭਲਾ ਹੋ ਜਾਵੇ। ਤੇ ਆਪਾਂ ਤਿਆਰ, ਆਪਾਂ ਬਿੰਦੀ ਜਾ ਉਡਾਵਾਂਗੇ। ਤੇ ਹੁਣ ਮਾਤਾ ਜੀ, ਜਿਹੜੀ ਉਹ ਕੁੜੀ ਨੇ ਤੁਹਾਨੂੰ ਕਿਹਾ ਸੀ, ਤੁਸੀਂ ਉਹਨੂੰ ਕੀ ਕਹਿਣਾ ਚਾਹੋਗੇ? ਆਪ ਹੁਣ ਸਾਡੇ ਚੈਨਲ ਦੇ ਮਾਧਿਅਮ ਥਰੂ ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ? ਕਿ ਉਹ ਕਮਲੀ ਹੈ, ਮੈਨੂੰ ਜਾਣੇ ਨਾ, ਉਹ ਮੈਂ ਨਾ ਜਾਣਾ, ਤੇ ਕਿਉਂ ਬਕਵਾਸ ਕਰਿਆ, ਕਿਉਂ ਆਖਿਆ ਵੀ ਉਹਨਾਂ ਨੇ ਕਿਸਾਨਾਂ ਦੀ ਨਿੰਦਿਆ ਕਰੀ ਭਾਈ। ਉਹਨਾਂ ਨੇ ਵੀ ਕਿਸਾਨ ਗੰਦੇ ਨਹੀਂ ਹੈ। ਜੇ ਕਿਸਾਨ ਨਾ ਹੋਣ ਦੁਨੀਆ ਤੇ ਫੈਕਟਰੀਆਂ ਝੋਨੀਆਂ ਫੇਲ ਤੇ ਮਿੱਲ ਫੇਲ। ਜੇ ਕਿਸਾਨਾਂ ਦੇ ਘਰੇ ਨਰਮਾ ਹੋਣ ਤੇ ਕਿੱਥੋਂ ਇੰਨੀ ਲੇਬਰ ਕਮਾਈ ਕਰੂਗੀ, ਕਿੱਥੋਂ ਵੇਖੀ ਦਾ ਨਰਮਾ ਵੇਲੂਗੀ। ਇਹ ਪੱਕੀ ਫਸਲ ਦਾ ਝੋਨੇ ਜਾਂ ਨਰਮੇ, ਇਸੇ ਨਾਲ ਤਾਂ ਰੋਟੀ ਖਾਂਦੇ ਸੀ ਕਿਸਾਨ, ਤੇ ਇਹੀ ਉਹਨਾਂ ਦੇ ਕਰ ਨਹੀਂ ਲੈਂਦੇ। ਫਿਰ ਇਹਨੂੰ ਤਾਂ ਮਾਰ ਦੇਣ, ਗਲ ਗੋਲ ਵੱਡੇ ਚੰਗੇ। ਮੋਦੀ ਸਾਹਿਬ ਨੂੰ ਚੰਗੇ ਨਹੀਂ ਲੱਗਦੇ, ਤੇ ਰਾਜ ਤਾਂ ਕਿਸਾਨਾਂ ਤੇ ਹੀ ਕਰਦਾ ਹੈ। ਤੇ ਜੇ ਕਿਸਾਨ ਮਰ ਗਏ, ਖਪ ਗਏ, ਤੇ ਰਾਜ ਫਿਰ ਕਾਸਤੇ ਕਰੂਗਾ? ਇਕੱਲਾ ਤਾਂ ਭਾਵੇਂ ਬੈਠਾ ਪਿੱਟੀ ਜਾਵੇ ਰੋਟੀ, ਫਿਰ ਅੰਨ ਨਹੀਂ ਹੁੰਦਾ, ਨਾ ਝੋਨੇ ਹੋਣ। ਮਾਤਾ ਜੀ, ਇੱਕ ਤੁਸੀਂ ਗੱਲ ਪਿੱਛੇ ਜੇ ਐਂ ਵੀ ਆਖੀ ਸੀ ਵੀ ਮੇਰੇ ਕੋਲੇ ਨਰਮਾ ਚੁਗਣਾ, ਜੇ ਮੈਂ ਉਹਨੂੰ 700 ਦਿਹਾੜੀ ਦੇ ਦੂੰਗੀ। ਤੇ ਫਿਰ ਜਦੋਂ ਐ ਕਿੱਥੇ ਅੱਡੇ ਪਾਰਟੀ ਬੰਨੇ ਗੱਠ ਹੋ ਜਾ ਕੇ ਝੋਲੀ ਤੇ ਚੱਕੇ ਝੋਲੀ, ਮੈਂ ਚੋਣੀਆਂ ਕਹਿ ਹੁੰਦੀਆਂ 10-10, ਉਹ ਨਰਮਾ ਚੁਗਦੀਆਂ ਸੀ, ਮੈਂ ਵੀ ਨਾਲ ਚੁਗਦੀ ਸੀ। ਉਹ ਬਾਲਟੀ ਲੈ ਕੇ ਮੈਥੋਂ ਕੋਡੀ ਤੇ ਝੋਲੀ ਤਾਂ ਵੱਜਦੀ ਨਹੀਂ ਸੀ, ਮੈਂ ਨਰਮਾ ਚੁਗਦੀ, ਬਾਲਟੀ ਪਾਉਂਦੀ, ਨਰਮਾ ਚੁਗਦੀ, ਉਹਨਾਂ ਦੀ ਰਾਖੀ ਰੱਖਦੀ ਸੀ। ਉਹ ਜੇ 600 ਰੁਪਇਆ ਕੁਆਂਟਲ ਦਾ ਦਿੰਦੀਆਂ ਸੀ, ਸਰਕਾਰ ਨੇ ਮੁੱਲ ਕਰਿਆ ਕਿ 56 ਦੇਖੀ ਦਾ 100, 600 ਤਾਂ ਉਹੀ ਲੈ ਜਾਂਦੀਆਂ। ਕਿਸਾਨ ਜਿਵੇਂ 5000, ਕਿੱਦਾਂ ਦੇ ਵਿਸਾਖ ਦੇ ਕਿੱਦਾਂ ਦੇ ਨਰਮੇ ਬੀਜੇ ਤੇ ਕਿੰਦਾ ਖਰਚਾ ਪਈ ਜਾਂਦਾ ਹੈ। ਰੇਹਾਂ ਵੀ ਪਾਈਆਂ, ਸਪਰੇਹਾਂ ਵੀ ਕਰੀਆਂ, ਗਡਾਈਆਂ ਵੀ ਕਰੀਆਂ, ਚੋਗੇ ਕਿੰਨਾ ਖਰਚ ਬਚਿਆ ਕੀ ਕਿਸਾਨ ਨੂੰ। ਤੁਹਾਡੇ ਹੱਕ 'ਚ ਉਹ ਵੀ ਆਇਆ ਮੁੰਡਾ ਜਿਹੜਾ ਦਿਲਜੀਤ ਹੈ, ਉਹ ਸਿੰਗਰ ਹੈ, ਉਹਨੇ ਪੂਰਾ ਤੁਹਾਡੇ ਹੱਕ ਦੇ ਵਿੱਚ ਜਿਹੜੀ ਗੱਲ ਜਾਰੀ ਆ ਵੀ ਤੂੰ ਮਾਤਾ ਨੂੰ ਕਿਉਂ ਬੋਲੀ, ਉਹਦੇ ਨਾਲ ਪੂਰੀ ਲੜਾਈ ਚੱਲੀ ਆ ਉਹਦੀ। ਤੇ ਉਹਨੇ ਲੜਨੇ ਵਿਚਾਰੇ ਨੇ, ਕੋਈ ਭਲੀ ਮਾਂ ਦਾ, ਭਲੀ ਕੁੱਖ ਦਾ ਬੱਚਾ ਸੀ, ਭਲੀ ਮਾਂ ਦਾ ਪੁੱਤ, ਚੰਗਾ ਦੁੱਧ ਚੁੰਗਿਆ, ਉਹਨੂੰ ਵੀ ਅਣਖ ਆਈ। ਕੋਈ ਭਾਈ ਉਹ ਵੀ ਕੋਈ ਅਣਖੀਲਾ ਖਰਾ ਪੰਜਾਬ ਦਾ ਹੀ ਵਿਚਾਰਾ, ਤੇ ਉਹਨੇ ਗੁੱਸਾ ਮੰਨਣਾ ਵੀ ਸਾਡੀ ਮਾਵਾਂ ਨੂੰ ਵੀ ਐਂ ਵੀ ਕਿਉਂ ਗੰਦਾ ਆਖਿਆ, ਵੀ ਸਾਡੀਆਂ ਮਾਵਾਂ ਤਾਂ 32 ਸੁਲੱਖਣੀਆਂ ਸੀ, ਉਹਨਾਂ ਦੇ ਬੱਚਿਆਂ ਸਾਡੀਆਂ ਮਾਵਾਂ ਤਾਂ ਉਹਨਾਂ ਨੇ ਕਿਹਾ ਛੀਣੀਆਂ ਸ਼ੇਰਨੀਆਂ, ਤੇ ਅਸੀਂ ਉਹਨਾਂ ਦੇ ਜੋਗੇ। ਜਿਹੜਾ ਮਾਂ ਪਿਓ ਦੀ ਕੋਈ ਨਿੰਦਿਆ ਸੁਣ ਕੇ ਤੇ ਫਿਰ ਉਹ ਤਾਂ ਮਰੇ ਹੀ ਚੰਗਾ, ਕਿਉਂ ਨਿੰਦਕ ਸਹਿੰਦਾ ਭਾਈ, ਉਹਨੇ ਫਿਰ ਆਖਣੇ ਵਿਚਾਰੇ ਨੇ। ਤੇ ਸ਼ਾਬਾਸ਼ ਉਹਦੇ, ਧੰਨਵਾਦ। ਮੈਂ ਤਾਂ ਨਹੀਂ ਜਿਹੜੇ ਨੇ ਕੋਈ ਮੇਰੀ ਰੂਹ ਨਾ ਵੇਖੀ ਤੇ ਮੇਰੀ ਵਡਿਆਈ ਕਰਦਾ, ਕੋਈ ਭਲੀ ਮਾਂ ਦਾ ਕੁੱਖ ਦਾ ਜੰਮਿਆ ਹੋਇਆ ਬੱਚਾ ਹੈ ਉਹ, ਜਿਹੜਾ ਵਡਿਆਈ ਕਰਦਾ। ਤੇ ਭਾਈ ਜਿਹੜੀ ਮਾਵਾਂ ਦਾਦੀਆਂ ਦੀ ਨਿੰਦਿਆ ਕਰਿਓ, ਫਿਰ ਨਹੀਂ ਸਹਿ ਹੋਈ ਉਹ ਤੋਂ। ਕਿਵੇਂ ਪਰਿਵਾਰਕ ਜੀਵਨ ਕਿਸ ਤਰ੍ਹਾਂ ਚੱਲਦਾ ਹੈ? ਜਿਹੜਾ ਆਪਾਂ ਖੇਤੀ ਨਾਲ ਲਾ ਕੇ ਗੱਲ ਕਰ ਲਈਏ, ਪਰਿਵਾਰਕ ਜੀਵਨ ਸੌਖਾ ਹੈ ਜੀ ਪੂਰਾ? ਬਹੁਤ ਸੰਘਰਸ਼ ਨਾਲ ਕੰਮ ਕਰਨਾ ਪੈਂਦਾ, ਬਹੁਤ ਜ਼ਿਆਦਾ ਸਖਤ ਮਿਹਨਤ ਕਰਨੀ ਪੈਂਦੀ ਹੈ, ਤੇ ਸਖਤ ਮਿਹਨਤ ਕਰੀ ਤੋਂ ਵੀ ਇਹਨੂੰ ਪੂਰਾ ਭਾਅ ਨਹੀਂ ਮਿਲਦਾ। ਪੂਰਾ ਭਾਅ
ਸਰਕਾਰਾਂ ਨੇ ਵਿਚੋਲੇ ਛੱਡੇ ਹੋਏ ਆ, ਸਸਤੇ ਭਾਅ ਦੀਆਂ ਚੀਜ਼ਾਂ ਖਰੀਦੋ ਤੇ ਮਹਿੰਗੇ ਭਾਅ ਉਹੀ ਚੀਜ਼ਾਂ ਦਿਓ ਤੇ ਕਿਸਾਨ ਨੂੰ ਉੱਠਣ ਨਾ ਦਿਓ। ਜੇ ਕਿਸਾਨ ਉੱਠਦਾ ਤਗੜਾ ਹੁੰਦਾ ਤਾਂ ਉਹ ਸਾਡੇ ਮੂਹਰੇ ਕੰਮ ਕਿਵੇਂ ਕਰੂਗਾ? ਉਹਨੂੰ ਕਮਜ਼ੋਰ ਰੱਖੋ, ਕਮਜ਼ੋਰ ਦੀਆਂ ਨੀਤੀਆਂ ਬਣਾਈ ਰੱਖੇ। ਕੁੜੀ ਨੇ ਮਾਤਾ ਨੂੰ ਆਖਿਆ ਸੀਗਾ ਵੀ ਇਹ 100 ਰੁਪਏ ਚ ਲਿਆਂਦੀਆਂ ਗਈਆਂ, ਕੀ ਕਹਿਣਾ ਚਾਹੋਗੇ ਉਸ ਕੁੜੀ ਨੂੰ ਜੀ? ਉਹਨੇ ਵੈਸੇ ਤਾਂ ਕੋਈ ਚੰਗੀ ਗੱਲ ਤਾਂ ਕੀਤੀ ਨਹੀਂ ਗੀ, ਬੁੜੀ ਨੂੰ ਤਾਂ ਬੁੜੀ ਊਂ ਨਹੀਂ ਨਿੰਦੀ ਹੁੰਦੀ ਗੀ। ਬਾਕੀ ਪੰਜਾਬ ਦਾ ਹੀ ਅੰਨ ਖਾ ਕੇ ਤੇ ਉਹਨੇ ਇਹ ਜਿਹੇ ਦੁਰਬਚਨ ਬੋਲੀ ਹੈ ਜੀ। ਉਹ ਇਹਨੂੰ ਆਂਦੀ ਵੀ 100 ਰੁਪਏ ਦੇ ਤੇ ਅਸੀਂ ਉਹਨੂੰ 1000 ਰੁਪਇਆ ਇੱਕ ਦਿਹਾੜੀ ਦਾ ਵੀ ਦੇ ਸਕਦੇ ਹਾਂ ਤੇ 10,000 ਰੁਪਇਆ ਰਾਤ ਨੂੰ ਪਾਣੀ ਲਵਾਵੇ ਨਾਲ ਪਾਣੀ ਦੀਆਂ ਵਾਰੀਆਂ ਤੇ 20,000 ਰੁਪਇਆ ਦੇ ਦਿਆਂਗੇ। ਇੱਕ ਰਾਤ ਪਾਣੀ ਤਾਂ ਲਵਾ ਕੇ ਵੇਖੇ, ਖਾਲ ਸਵਾਰੇ ਆਵੇ ਤੁਸੀਂ ਸਾਡੇ ਗੋਹਾ ਕੂੜਾ ਸੁੱਟ ਲਿਆ ਕਰੇ। ਲਓ ਜੀ ਬਾਪੂ ਜੀ, ਉਹਨਾਂ ਨੇ ਕਹਿਤਾ ਵੀ 20,000 ਸਾਡੇ ਕੋਲੋਂ ਲੈ ਲੈ ਤੇ ਪਾਣੀ ਲਵਾ ਦੇ ਸਾਡੇ ਨਾਲ। ਨਹੀਂ, ਨਾਲ ਉਹ ਕਹਿੰਦਾ ਵੀ ਗੋਹਾ ਕੂੜਾ ਚੁੱਕਿਆ ਕੇ। ਉਹ ਇਸ ਕਰਕੇ ਜੀ ਕਿ ਜਿਨ੍ਹਾਂ ਨੇ ਕਿਰਤ ਕਰਕੇ ਖਾਣੀ ਜੀ, ਉਹ ਸਾਰੇ ਲੋਕ ਇਹ ਸਾਰੇ ਕੰਮ ਕਰਦੇ ਨੇ। ਖੇਤਾਂ ਵਿੱਚ ਜਾ ਕੇ ਵੀ ਬੀਬੀਆਂ ਕੰਮ ਕਰਦੀਆਂ ਨੇ, ਉੱਥੇ ਗੋਹਾ ਕੂੜਾ ਵੀ ਆਪਣੇ ਘਰ ਦਾ ਕਰਦੀਆਂ ਨੇ। ਕੰਗਣਾ ਰਣੌਤ ਵਾਂਗੂ ਲੀਡਰਾਂ ਦੇ ਘੇਰੇ ਘੇਰੇ ਘੁੰਮਣ ਦੀ ਆਦਤ ਉਹਨਾਂ ਨੂੰ ਨਹੀਂ ਪਈ ਹੁੰਦੀ। ਅਸੀਂ ਹੁਣੇ ਚਾੜ ਕੇ ਆਮਲਾਂ ਦੀ ਪਹਿਲਾਂ ਗੱਲ ਕਰਕੇ ਹਟੇ ਨਾ, ਅਮਰਜੀਤ ਤੇ ਕਰਮਜੀਤ। ਜੀ ਜੀ, ਮੈਨੂੰ ਆ ਪਿਛਲੇ ਹਫ਼ਤੇ ਉਹਨਾਂ ਦੇ ਮਾਮਾ ਜੀ ਮਿਲੇ ਅੰਮ੍ਰਿਤਸਰ ਦੇ ਵਿੱਚ। ਮੈਨੂੰ ਕਿਸੇ ਮਰਗ ਦੇ ਭੋਗ ਤੇ ਜਾਣਾ ਪਿਆ ਤੇ ਉਹ ਅਚਾਨਕ ਮਿਲ ਪਏ। ਉਹਨਾਂ ਮੈਨੂੰ ਦੱਸਿਆ, ਕਹਿੰਦੇ ਮੈਂ ਆਪਣੀ ਭੈਣ ਜਦੋਂ ਇਹਨਾਂ ਅਮਰਜੀਤ ਹੋਰਾਂ ਦੀ ਮਾਂ ਉਹਨੂੰ ਵਿਆਹਿਆ ਅਵਤਾਰ ਸਿੰਘ ਦੇ ਨਾਲ ਜੀ, ਤੇ ਇੱਕ ਵਾਰੀ ਮੈਂ ਗਿਆ ਤੇ ਸਾਡਾ ਪਰਿਵਾਰ ਖਾਂਦਾ ਪੀਂਦਾ ਸੀ ਤੇ ਮੈਂ ਉੱਥੇ ਗਿਆ ਤੇ ਕਈ ਫੜ ਕੇ ਤੇ ਖੇਤਾਂ 'ਚ ਪਾਣੀ ਲਾਉਣ ਲਈ ਜੀ। ਤੇ ਕਹਿੰਦਾ ਮੈਂ ਉਹਨੂੰ ਆਖਿਆ ਕਿ ਭੈਣ ਤੈਨੂੰ ਅਸੀਂ ਐਸ ਕਰਕੇ ਵਿਆਹਿਆ ਸੀ। ਤੇ ਉਹ ਕਹਿੰਦੀ ਉਹ ਤੁਹਾਡਾ ਪਰਿਵਾਰ ਉੱਥੇ ਰਹਿ ਗਿਆ, ਇੱਥੇ ਮੈਂ ਜਿੱਥੇ ਆਈ ਹਾਂ ਕਿਰਤ ਕਰਕੇ ਖਾਣ ਦਾ ਰਿਵਾਜ ਆ। ਮੈਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰ ਰਹੀ, ਆਪਣੇ ਖੇਤਾਂ 'ਚ ਕਿਰਤ ਕਰ ਰਹੀ ਹਾਂ। ਗੁਰੂ ਬਾਬੇ ਨੇ ਕਿਰਤ ਕਰਨਾ ਸਿਖਾਇਆ ਸੀ। ਜੀ ਜੀ, ਕਹਿੰਦਾ ਮੈਨੂੰ ਉਸ ਦਿਨ ਆਪਣੀ ਭੈਣ ਦੇ ਉੱਤੇ ਮਾਣ ਮਹਿਸੂਸ ਹੋਇਆ ਸੀ ਤੇ ਮੈਂ ਸੋਚਿਆ ਕਿ ਭੈਣ ਭਣਵਈਆ ਇੱਕ ਦਿਨ ਸਮਾਜ ਵਾਸਤੇ ਮਿਸਾਲ ਬਣਨਗੇ। ਜੀ, ਅਮਰਜੀਤ ਕਰਮਜੀਤ ਦੀ ਮਾਂ, ਉਹਨਾਂ ਦੇ ਪਿਤਾ ਜੀ ਸਰਦਾਰ ਅਵਤਾਰ ਸਿੰਘ, ਉਹ ਮਿਸਾਲ, ਤੇ ਬਹਾਦਰਗੜ੍ਹ ਜੰਡੀਆਂ ਦੇ ਵਿੱਚ ਸਾਡੇ ਸਤਿਕਾਰ ਦੀ ਪਾਤਰ ਮਾਤਾ ਮਹਿੰਦਰ ਕੌਰ ਤੇ ਉਹਨਾਂ ਦੇ ਪਤੀ, ਉਹ ਦੋਵੇਂ ਜਿਹੜੇ ਨੇ ਉਹਨਾਂ ਨੇ ਇਹ ਦੱਸ ਦਿੱਤਾ ਕਿ ਕੰਗਣਾ ਰਣੌਤ ਵਰਗੀਆਂ ਇਹ ਕਿੜਕਿੜ ਕਰਨ ਵਾਲੀਆਂ ਕੁੜੀਆਂ ਜਿਹੜੀਆਂ ਨੇ ਜੋ ਮਰਜ਼ੀ ਬੋਲੀ ਜਾਣ, ਅੱਜ ਕਿਸੇ ਦੇ ਪੱਖ 'ਚ ਬੋਲਣਾ, ਭਲਕੇ ਕਿਸੇ ਦੇ ਪੱਖ 'ਚ ਬੋਲਣਾ। ਜੀ ਜੀ, ਅੱਜ ਕੋਈ ਰੋਲ ਕਰਨਾ, ਭਲਕੇ ਕੋਈ ਰੋਲ ਕਰਨਾ। ਉਹ ਕਹਿੰਦੇ ਅਸੀਂ ਕਿਰਤ ਕਰਨ ਵਾਲੇ ਖਾਣ ਵਾਲੇ ਲੋਕ ਹਾਂ, ਅਸੀਂ ਇਹੋ ਜਿਹੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ। ਜੋ ਉਹਨਾਂ ਨੇ ਦੋਵਾਂ ਜੀਆਂ ਨੇ ਆਖਿਆ, ਮੈਂ ਸਮਝਦਾ ਉਹਦੇ ਤੋਂ ਬਾਅਦ ਮੇਰੀ ਕਿਸੇ ਟਿੱਪਣੀ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ। ਖਾਸ ਕਰਕੇ ਜਿਹੜੀ ਗੱਲ ਅਖੀਰ ਦੇ ਉੱਤੇ ਉਹਨੇ ਬੀਬੀ ਮਹਿੰਦਰ ਕੌਰ ਦੇ ਪਤੀ ਨੇ ਆਖੀ ਕਿ ਆ ਜੇ ਸਾਡੇ ਖੇਤਾਂ 'ਚ ਕੰਮ ਕਰੇ, ਗੋਹਾ ਕੂੜਾ ਚੁੱਕੇ ਤੇ ਸੁੱਟੇ ਆ ਕੇ। ਪਰ ਸੋ ਤੁਸੀਂ ਆਏ ਤੇ ਅੱਜ ਇੰਨੀਆਂ ਵਿਲੱਖਣ ਜਿਹੜੀਆਂ ਰਿਪੋਰਟਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਮੇਰਾ ਖਿਆਲ ਹੈ ਕਿ ਵੀ ਇਹਦੇ ਤੋਂ ਜ਼ਰੂਰ ਕੋਈ ਨਾ ਕੋਈ ਸੇਧ ਲੈ ਕੇ ਪੰਜਾਬੀ ਉਧਰ ਨੂੰ ਵੀ ਤੁਰਨਗੇ ਜੀ। ਤੁਹਾਡਾ ਬੜਾ ਧੰਨਵਾਦ ਜੀ, ਸ਼ੁਕਰੀਆ। ਅਸੀਂ ਆਸ ਕਰਦੇ ਹਾਂ ਜੀ ਕਿ ਇਸ ਪ੍ਰੋਗਰਾਮ ਤੋਂ ਜ਼ਰੂਰ ਅੱਗੇ ਤੋਂ ਅੱਗੇ ਦੀਵੇ ਤੋਂ ਬਾਅਦ ਦੀਵਾ ਜਗੇਗਾ ਤੇ ਜਿਹੜੀ ਰੌਸ਼ਨੀ ਹੈ ਜੀ ਥੋੜ੍ਹੇ ਥਾਵਾਂ ਤੇ ਹੈ ਸਮੁੱਚੇ ਪੰਜਾਬ 'ਚ ਹੋਏਗੀ। ਸੋ ਇਸੇ ਆਸ ਉਮੀਦ ਦੇ ਨਾਲ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਤੇ ਇੱਕ ਤਰ੍ਹਾਂ ਨਾਲ ਪ੍ਰਾਈਮ ਏਸ਼ੀਆ TV ਤੁਹਾਡਾ ਆਪਣਾ ਤੁਹਾਡੇ ਲਈ।